Jesus, breathe within. Lord, have your way. Lord, have your way in me. Like a mighty storm, stir within my soul. Lord, have your way. Lord, have your way in me. Come on, let's sing that this morning. Like a rushing wind, Jesus, breathe within. Lord, have your way. Lord, have your way in me. Like a mighty storm, stir within my soul. Lord, have your way. Yes, Lord. Lord, have your way in me. Oh, like a rushing, Jesus, breathe within. Lord, have your way. Lord, have your way. Lord, have your way in me. Like a mighty storm, stir within me, Lord, my soul. Lord, have your way. Lord, have your way in me. Lord, have your way. Lord, have your way in me. I surrender. I surrender. I want to know you more. I want to know you. Yes, I do. I surrender. I surrender. Want to know you, Lord. Know you. I want to know you, Lord. Yes, I surrender. I surrender. I want to know you more. Yes, Lord, I want to know you more. Oh, I surrender. I surrender. I want to know you more. I want to know you more. I surrender to you, Lord. Is that the desire of your heart this morning? Wow, wow, wow. Thank you. बहुत ही worship team. ਸੁੰਦਰ Thank you ਖੂਬਸੂਰਤ for sharing ਵਰਸ਼ਿਪ your presence of ਜੋ ਵਰਸ਼ਿਪ ਟੀਮ ਨੇ ਸਾਡੇ ਵਾਸਤੇ ਕੀਤੀ, ਜੋ ਸਾਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਲੈ ਕੇ ਗਏ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਰ ਇੱਕ ਚੀਜ਼ ਦੇ ਵਾਸਤੇ ਜੋ ਤੁਸੀਂ ਕਰਦੇ ਹੋ। ਔਰ ਜਦੋਂ ਕਿ ਹੁਣ ਅਸੀਂ ਵਰਸ਼ਿਪ ਕੰਟੀਨਿਊ ਕਰ ਰਹੇ ਹਾਂ, ਇੱਕ ਜੋ ਆਇਤ ਜੋ ਕਿ ਮੈਨੂੰ ਬਹੁਤ ਬਰਕਤ ਦਿੰਦੀ ਆ, ਉਹ ਜੋ ਕਿ ਸੋਲੋਮਨ ਬਾਦਸ਼ਾਹ ਦੇ ਬਾਰੇ ਆ। ਜਦੋਂ ਸੋਲੋਮਨ ਬਾਦਸ਼ਾਹ ਨੇ ਬਹੁਤ ਵੱਡੀ ਆਫਰਿੰਗ, ਬਹੁਤ ਹੀ ਵੱਡਾ ਦਾਨ ਦਿੱਤਾ ਸੀਗਾ, ਉਸੇ ਰਾਤ ਉਸਨੂੰ ਪ੍ਰਭੂ ਨੇ ਦਰਸ਼ਨ ਦਿੱਤਾ। ਇਸ ਲਈ ਮੇਰੀ ਪ੍ਰਾਰਥਨਾ ਹੈ ਕਿ ਜਦੋਂ ਤੁਸੀਂ ਆਪਣਾ 10ਵਾਂ ਹਿੱਸਾ ਦਵੋਗੇ ਪ੍ਰਭੂ ਦੇ ਘਰ ਦੇ ਵਿੱਚ, ਕਿ ਪ੍ਰਭੂ ਤੁਹਾਨੂੰ ਆਣ ਕੇ ਦਰਸ਼ਨ ਦੇਵੇਗਾ। ਇਸ ਲਈ ਜੋ ਇਮੈਨੂਅਲ ਚਰਚ ਨੂੰ ਬਿਲੋਂਗ ਕਰਦੇ ਆ, ਤੁਸੀਂ ਇਸ ਸਾਈਟ ਤੇ ਜਾ ਸਕਦੇ ਆ ਔਰ ਇਮੈਨੂਅਲ ਚਰਚ ਦੇ ਉੱਤੇ ਦੇ ਸਕਦੇ ਆ। ਜੇ ਤੁਸੀਂ ਰਿਵਾਈਵ ਨੇਸ਼ਨਸ ਨੂੰ ਬਿਲੋਂਗ ਕਰਦੇ ਆ, ਤੁਸੀਂ ਰਿਵਾਈਵ ਨੇਸ਼ਨਸ ਦੀ ਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ। ਜਿਹੜੇ ਨਵੇਂ ਲੋਕ ਆ, ਪਲੀਜ਼ ਸਾਨੂੰ ਕਮੈਂਟਸ ਲਿਖੀਏ, ਸਾਨੂੰ ਦੱਸੀਏ ਕਿ ਤੁਹਾਨੂੰ ਕਿੱਦਾਂ ਬਰਕਤ ਮਿਲੀ। ਔਰ ਹੁਣ ਵਕਤ ਆ ਗਿਆ ਜਿਹਦੇ ਵਾਸਤੇ ਅਸੀਂ ਉਡੀਕ ਕਰ ਰਹੇ ਸੀਗੇ,
ਅਸੀਂ ਸਾਰੇ ਜਣੇ ਭੁੱਖੇ ਆ ਵਚਨ ਦੇ ਵਾਸਤੇ। ਜਦੋਂ ਕਿ ਪ੍ਰਭੂ ਦਾ ਸੇਵਕ ਜੋ ਆ ਰਿਹਾ ਆਪਣੇ ਸਾਹਮਣੇ, ਆਓ ਆਪਣੇ ਦਿਲਾਂ ਨੂੰ, ਆਪਣੀ ਆਤਮਾਵਾਂ ਨੂੰ, ਆਪਣੇ ਰੂਹਾਂ ਨੂੰ ਤਿਆਰ ਕਰੀਏ ਉਹ ਨਵੀਂ ਮੰਨਾ ਦੇ ਵਾਸਤੇ, ਲੈਣ ਦੇ ਵਾਸਤੇ, ਜੋ ਕਿ ਅਗਮ ਵਾਕੀ ਸ਼ਬਦ ਹੈ ਪ੍ਰਭੂ ਦਾ, ਜੋ ਕਿ ਸਾਡੇ ਵਾਸਤੇ ਆ ਰਿਹਾ। ਆਓ ਸਵਾਗਤ ਕਰੀਏ। ਮੈਂ ਆਪਣੇ ਆਤਮਿਕ ਪਿਤਾ ਦਾ, ਪ੍ਰੋਫੈਟ ਚਾਚੂ ਮੈਥਿਊ। Sing his praise aloud, sing his praise aloud. Oh, awake my soul and sing, sing his praise aloud, sing his praise aloud. Amen. 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 मेरी आत्मा जाग जा और गीत गा, ओदी ਉੱਚੀ ਉੱਚੀ ਉਹਦੀ ਆਰਾਧਨਾ ਕਰ। ਔਰ ਅੱਧੀ ਰਾਤ ਦੇ ਵੇਲੇ ਪ੍ਰਭੂ ਯਿਸੂ ਸਾਨੂੰ ਸਾਰਿਆਂ ਨੂੰ ਇਨਕਰੇਜ ਕਰ ਰਿਹਾ, ਆਪਣੀ ਦੁਲਹਨ ਨੂੰ ਇਨਕਰੇਜ ਕਰ ਰਿਹਾ ਕਿ ਉਹਦੇ ਵਾਸਤੇ ਉਸੇ ਤਰ੍ਹਾਂ ਪਿਆਰ ਵਿੱਚ ਲੱਗੀ ਰਵੇ। ਔਰ ਇਹ ਪ੍ਰਭੂ ਦੀ ਬੁਲਾਹਟ ਆ ਚਰਚ ਦੇ ਵਾਸਤੇ, ਉਹਦੀ ਦੁਲਹਨ ਦੇ ਵਾਸਤੇ, ਅੱਜ ਦੇ ਦਿਨ ਦੇ ਵਾਸਤੇ। ਪ੍ਰਭੂ ਕਹਿ ਰਿਹਾ ਆ ਕਿ ਜਾਗ ਜਾ ਮੇਰੀ ਆਤਮਾ ਔਰ ਜਾਗ ਕੇ ਗਾ। ਪ੍ਰਭੂ ਪੁੱਛ ਰਿਹਾ ਆ ਪਰਮੇਸ਼ਰ ਦੇ ਬੱਚਿਆਂ ਨੂੰ ਕਿ ਉਹਦੀ ਆਰਾਧਨਾ ਕਰਨ ਜਿਸ ਤਰ੍ਹਾਂ ਕਦੀ ਨਹੀਂ ਪਹਿਲਾਂ ਕੀਤੀ ਹੋਈ, ਜਾਗ ਜਾਣ ਜਿਸ ਤਰ੍ਹਾਂ ਕਦੀ ਪਹਿਲੇ ਜਾਗੇ ਨਾ ਹੋਣ, ਔਰ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਨ ਜਿਸ ਤਰ੍ਹਾਂ ਕਦੀ ਪਹਿਲਾਂ ਨਾ ਕੀਤਾ ਹੋਵੇ। ਮੈਂ ਬਹੁਤ ਹੀ ਖੁਸ਼ੀ ਹਾਂ ਕਿ ਤੁਸੀਂ ਮੈਨੂੰ ਜੁਆਇਨ ਕਰ ਸਕੇ ਆਨਲਾਈਨ ਚਰਚ ਦੇ ਵਿੱਚ। ਬਹੁਤ ਹੀ ਇੰਟਰਸਟਿੰਗ ਜਾ ਰਿਹਾ ਆ। ਅਸੀਂ ਕੁਝ ਚੈਲੰਜਸ ਦੇ ਦੁਆਰਾ ਹੋ ਕੇ ਨਿਕਲੇ ਔਰ ਪੂਰੀ ਦੁਨੀਆ ਦੇ ਵਿੱਚ ਜੋ ਸਾਰੇ ਚਰਚਿਸ ਆ, ਪੂਰੇ ਚਰਚ ਬੰਦ ਹੋ ਚੁੱਕੇ ਹੈ, ਲੇਕਿਨ ਫਿਰ ਵੀ ਪਰਮੇਸ਼ਰ ਦੀ ਕਿਰਪਾ ਦਾ ਕਰਕੇ ਪਰਮੇਸ਼ਰ ਨੇ ਸਾਡੀ ਮਦਦ ਕੀਤੀ ਕਿ ਅਸੀਂ ਇਹਨਾਂ ਵੀਡੀਓਜ਼ ਦੇ ਦੁਆਰਾ ਫਿਰ ਵੀ ਮਿਲ ਸਕਦੇ ਸੀਗੇ। ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਸੁੰਦਰ ਸਵੇਰ ਦੇ ਵਿੱਚ। ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਵਰ ਤੁਹਾਨੂੰ ਬਹੁਤ 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 ਬਰਕਤ ਦੇਵੇਗਾ। ਮੇਰੀ ਉਮੀਦ ਹੈ ਕਿ ਤੁਸੀਂ ਜੇ ਮੇਰੇ ਨਾਲ ਪਿਛਲੇ ਬੁੱਧਵਾਰ ਸੀਗੇ, ਪਿਛਲੇ ਬੁੱਧਵਾਰ ਬਹੁਤ ਹੀ ਅਗਮ ਵਾਕੀ ਸੈਸ਼ਨ ਸੀਗਾ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਇੱਕ ਦਇਆ ਆ ਕਿ ਪ੍ਰਭੂ ਜੋ ਕਿ ਦੇਣ ਜਾ ਰਿਹਾ ਆ ਆਪਣੀ ਦੁਲਹਨ ਨੂੰ, ਕਿ ਉਹਦੀ ਜਿਹੜੀ ਤਮੰਨਾ ਆ ਪ੍ਰਭੂ ਦੇ ਵਚਨ ਨੂੰ ਸੁਣਨ ਦੀ ਹੋਰ ਵੱਧ ਜਾਵੇ। ਪਰਮੇਸ਼ਰ ਦੇ ਵਚਨ ਨੂੰ ਪਿਆਰ ਕਰਨ ਦੇ ਵਾਸਤੇ ਉਹਦੀ ਤਮੰਨਾ ਵੱਧ ਜਾਵੇ। ਔਰ ਮੇਰਾ ਮੰਨਣਾ ਹੈ ਕਿ ਤੁਹਾਡੇ ਵਾਸਤੇ ਇਹ ਗੱਲ ਸੱਚੀ ਆ। ਮੈਂ ਸੁਣਨਾ ਮੰਗਦਾ ਕਿ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ। ਪਲੀਜ਼ ਸਾਨੂੰ ਕਮੈਂਟਸ ਵਿੱਚ ਲਿਖੀਏ, ਮੈਨੂੰ ਆਪਣੇ ਆਪ ਨੂੰ ਦਿਖਾਈਏ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਕਮੈਂਟਸ ਨਹੀਂ ਕਰਦੇ, ਲੇਕਿਨ ਮੈਂ ਆਸ਼ਾ ਕਰਦਾ ਹਾਂ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰੋਗੇ, ਸਾਨੂੰ ਦੱਸੇ ਕਿ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਹੋ। ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਸਾਨੂੰ ਅਸੀਂ ਸੁਣਦੇ ਕਿ ਤੁਸੀਂ ਕਿੱਥੋਂ ਤੁਸੀਂ ਸਾਨੂੰ ਦੇਖ ਰਹੇ ਹੋ, ਸਾਨੂੰ ਸੁਣ ਰਹੇ ਹੋ। ਜਦੋਂ ਪ੍ਰਭੂ ਦਾ ਵਚਨ ਤੁਹਾਡੇ ਵਿੱਚ ਇੰਪਾਰਟ ਹੁੰਦਾ ਹੈ, ਬਹੁਤ ਖੁਸ਼ੀ ਹੁੰਦੀ ਆ। ਜਿੰਨਾ ਸਾਡੇ ਵਿੱਚ ਭੁੱਖ ਆ ਪ੍ਰਭੂ ਦੇ ਵਚਨ ਦੇ ਵਾਸਤੇ, ਜੋ ਪਰਮੇਸ਼ਰ ਦਾ ਵਚਨ ਜੋ ਸਾਡੀ ਰੂਹ ਨੂੰ ਬਣਾਉਂਦਾ ਆ, ਉਹ ਆਮ ਤੌਰ ਤੇ ਸਾਡੇ ਵਾਸਤੇ ਖੁੱਲਾ ਨਹੀਂ ਮਿਲਦਾ। ਜੋ ਕਿ ਦਿਮਾਗੀ ਤੌਰ ਤੇ ਆਉਂਦਾ ਹੈ, ਉਹ ਦਿਮਾਗ ਨੂੰ ਹਿਲਾਉਂਦਾ ਆ, ਲੇਕਿਨ ਜੋ ਰੂਹ ਦੇ ਵਿੱਚੋਂ ਆਉਂਦਾ ਆ, ਉਹ ਰੂਹ ਨੂੰ ਹਿਲਾਉਂਦਾ ਆ, ਉਹ ਰੂਹ ਨੂੰ ਹਿਲਾਉਂਦਾ ਆ। ਔਰ ਤੁਸੀਂ ਜਾਣ ਜਾਓਗੇ ਕਿ ਇਹ ਆਤਮਾ ਆ ਜੋ ਕਿ ਪੂਰੇ ਰੂਹਾਨੀ ਜੋ ਇਨਸਾਨ ਆ, ਉਹਦੇ ਕੋਲ ਇਹ ਸ਼ਕਤੀ ਆ ਕਿ ਉਹ ਆਮ ਇਨਸਾਨ ਨੂੰ ਹਿਲਾ ਸਕੇ। ਜੋ ਰੂਹਾਨੀ ਆਲਮ ਆ, ਉਹ ਆਮ ਆਲਮ ਨੂੰ, ਕੁਦਰਤੀ ਆਲਮ ਨੂੰ ਹਿਲਾ ਸਕੇ। ਔਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਰਹੋ ਔਰ ਪਰਮੇਸ਼ਰ ਦੇ ਵਚਨ ਵਿੱਚ ਵਧਦੇ ਰਹੋ। ਮੇਰੀ ਉਮੀਦ ਆ ਕਿ ਤੁਸੀਂ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦੇਖੋ, ਇਸ ਦੇ ਵਾਸਤੇ ਤਿਆਰ ਹੋ, ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ, ਕਿ ਤੁਸੀਂ ਉਹ ਸਾਰਾ ਕੁਝ ਕਰ ਰਹੇ ਹੋ ਆਪਣੇ ਵੱਲੋਂ, ਕਿ ਤੁਸੀਂ ਬੈਠ ਕੇ ਇਸ ਵਚਨ ਨੂੰ ਸੁਣ ਸਕੋ।
ਔਰ ਇਹ ਉਹ ਇੰਟਰਸਟ ਹੈ ਜੋ ਕਿ ਤੁਸੀਂ ਦਿਖਾਉਂਦੇ ਹੋ, ਜੋ ਕਿ ਪਵਿੱਤਰ ਆਤਮਾ ਇਸਤੇਮਾਲ ਕਰਦਾ ਹੈ ਔਰ ਤੁਹਾਨੂੰ ਬਰਕਤ ਦਿੰਦਾ ਹੈ ਔਰ ਤੁਹਾਨੂੰ ਅੱਜ ਬਰਕਤ ਦੇਵੇਗਾ, ਜਿਸ ਤਰ੍ਹਾਂ ਕਿ ਤੁਸੀਂ ਇਹ ਦੇਖੋਗੇ। ਮੇਰੇ ਜੋ ਆਤਮਿਕ ਪਿਤਾ ਨੇ, ਉਹਨਾਂ ਨੇ ਕਿਹਾ, ਪਰਮੇਸ਼ਰ ਦਾ ਕਲਾਮ ਕਹਿੰਦਾ ਆ ਕਿ ਜੋ ਸੱਚ ਆ ਉਹ ਤੁਹਾਨੂੰ ਆਜ਼ਾਦ ਕਰੇਗਾ। ਇਹਦਾ ਮਤਲਬ ਇਹ ਵੀ ਆ ਕਿ ਇੱਕ ਝੂਠ ਆ ਜਿਸ ਨੇ ਤੁਹਾਨੂੰ ਫੜ ਕੇ ਰੱਖਿਆ ਆ। ਔਰ ਇਸ ਲਈ ਜਦੋਂ ਕਿ ਵਚਨ ਤੁਹਾਡੇ ਕੋਲ ਆ ਰਿਹਾ ਆ, ਤੁਸੀਂ ਇਸ ਗੱਲ ਦੇ ਨਾਲ ਸਚੇਤ ਹੋ ਜਾਓ ਕਿ ਜੋ ਆਜ਼ਾਦੀ ਉਹ ਤੁਹਾਨੂੰ ਤੁਹਾਡਾ ਪਿੱਛਾ ਕਰ ਰਹੀ ਆ। ਜਦੋਂ ਤੁਸੀਂ ਇਸ ਵਚਨ ਨੂੰ ਆਪਣੀ ਆਤਮਾ ਵਿੱਚ ਲਾਓਗੇ, ਤੁਸੀਂ ਇਸ ਵਚਨ ਨੂੰ ਦੇਖਦੇ ਹੋਏ ਤੁਹਾਡੀਆਂ ਜਿਹੜੀਆਂ ਜ਼ੰਜੀਰਾਂ ਉਹ ਟੁੱਟਣਗੀਆਂ, ਤੁਹਾਡੇ ਜਿਹੜੇ ਹਾਲਾਤ ਆ ਉਹ ਛੁੱਟਣਗੇ, ਚੀਜ਼ਾਂ ਜੋ ਆ ਉਹ ਬਦਲਣਗੀਆਂ। ਯਾਦ ਰੱਖੀਏ ਕਿ ਜਦੋਂ ਸ਼ੈਤਾਨ ਬਾਗੇਦਨ ਵਿੱਚ ਆਇਆ, ਉਸਨੇ ਹਵਾ ਨੂੰ ਕਿਹਾ ਕਿ ਕੀ ਸੱਚੀ ਪਰਮੇਸ਼ਰ ਨੇ ਤੈਨੂੰ ਇਸ ਤਰ੍ਹਾਂ ਕਿਹਾ ਹੈ? ਯਾਦ ਰੱਖੀਏ ਕਿ ਜਦੋਂ ਵੀ ਸੱਚਾਈ ਤੁਹਾਡੇ ਕੋਲ ਆਉਂਦੀ ਆ, ਉਸੇ ਵੇਲੇ ਜੋ ਦੁਸ਼ਮਣ ਆ ਤੁਹਾਨੂੰ ਉਸ ਸੱਚਾਈ ਦੇ ਉੱਤੇ ਸ਼ੱਕ ਕਰਨ ਦੇ ਵਿੱਚ ਮਜਬੂਰ ਕਰੇਗਾ। ਉਹ ਤੁਹਾਡੇ ਸੱਚਾਈ ਨੂੰ ਜੋ ਪਰਮੇਸ਼ਰ ਨੇ ਤੁਹਾਡੇ ਵਾਸਤੇ ਕਹੀ ਆ, ਉਹਦੇ ਵਿੱਚ ਸ਼ੱਕ ਪੈਦਾ ਲੈ ਕੇ ਆਵੇਗਾ ਕਿ ਔਰ ਇਸ ਲਈ ਜਦੋਂ ਵੀ ਪਰਮੇਸ਼ਰ ਦਾ ਵਚਨ ਤੁਹਾਡੀ ਰੂਹ ਦੇ ਵਿੱਚ ਆਵੇ, ਉਸਨੂੰ ਖਾਸ ਕਰਕੇ ਉਸਨੂੰ ਸੁਰੱਖਿਅਤ ਰੱਖੀਏ, ਕਿਉਂਕਿ ਯਾਦ ਰੱਖੀਏ ਕਿ ਜਦੋਂ ਬੀਜ ਬੋਇਆ ਜਾਂਦਾ ਆ, ਹਮੇਸ਼ਾ ਉਹਦੇ ਪਾਸੇ ਕੰਡੇ ਲੱਗਣ ਦੀ ਕੋਸ਼ਿਸ਼ ਕਰਦੇ ਆ, ਹਮੇਸ਼ਾ ਪੰਛੀ ਆਣ ਕੇ ਉਸਨੂੰ ਬੀਜ ਨੂੰ ਖਾਣ ਦੀ ਕੋਸ਼ਿਸ਼ ਕਰਦੇ ਆ। ਇਸ ਲਈ ਜਦੋਂ ਵੀ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਬੀਜ ਬੋਵੇ, ਉਸਨੂੰ ਸੁਰੱਖਿਅਤ ਰੱਖੀਏ। ਦੇਖੀਏ ਕਿ ਜਦੋਂ ਕਦੀ ਬੀਜ ਬੋਇਆ ਜਾਂਦਾ ਹੈ ਇਤਵਾਰ ਨੂੰ, ਹਫਤੇ ਦੇ ਵਿੱਚ ਦੁਸ਼ਮਣ ਆਣ ਕੇ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਧੱਕਾ ਦੇਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਲਈ ਮੈਂ ਤੁਹਾਨੂੰ ਇਨਕਰੇਜ ਕਰਨਾ ਮੰਗਦਾ ਹਾਂ ਕਿ ਬਹੁਤ ਹੀ ਸੁਚੇਤ ਰਹੀਏ ਪਰਮੇਸ਼ਵਰ ਦੇ ਵਚਨ ਦੇ ਬਾਰੇ ਜੋ ਕਿ ਤੁਹਾਡੀ ਆਤਮਾ ਦੇ ਅੰਦਰ ਅੱਜ ਆ ਰਿਹਾ ਹੈ। ਦੁਸ਼ਮਣ ਬਹੁਤ ਕੋਸ਼ਿਸ਼ ਕਰੇਗਾ ਕਿ ਤੁਹਾਨੂੰ ਸ਼ੰਕਾ ਵਿੱਚ ਪਾਵੇ ਉਸ ਦਇਆ ਦੇ ਵਾਸਤੇ ਜੋ ਕਿ ਤੁਹਾਨੂੰ ਬਰਕਤ ਦੇਣਾ ਮੰਗਦੀ ਹੈ। ਔਰ ਜਾਣ ਚਾਹੀਏ ਕਿ ਤੁਸੀਂ ਜਿਸ ਤਰ੍ਹਾਂ ਤੁਸੀਂ ਵੱਧ ਰਹੇ ਹੋ, ਜਿਸ ਤਰ੍ਹਾਂ ਤੁਸੀਂ ਉੱਤੇ ਉੱਡ ਰਹੇ ਹੋ ਆਪਣੇ ਪੰਖਾਂ ਤੇ, ਉਹ ਤੁਸੀਂ ਪ੍ਰਭੂ ਦੀ ਦਇਆ ਦਾ ਕਰਕੇ, ਔਰ ਤੁਸੀਂ ਸਾਰਾ ਕੁਝ ਜੋ ਕਰ ਰਹੇ ਹੋ, ਦੁਸ਼ਮਣ ਪੂਰੀ ਕੋਸ਼ਿਸ਼ ਕਰੇਗਾ ਕਿ ਉਸ ਦਇਆ ਤੋਂ ਤੁਹਾਨੂੰ ਅਲੱਗ ਕੀਤਾ ਜਾਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਆਪਣੀ ਆਤਮਾ ਵਿੱਚ ਸਚੇਤ ਰਹੋ ਔਰ ਲੜਨ ਦੇ ਵਾਸਤੇ ਤਿਆਰ ਰਹੋ, ਹਰ ਇੱਕ ਉਸ ਹਥਿਆਰ ਦੇ ਵਾਸਤੇ ਜੋ ਕਿ ਤੁਹਾਡੇ ਖਿਲਾਫ ਬਣਾਇਆ ਜਾਂਦਾ ਹੈ। ਮੇਰਾ ਪ੍ਰਾਰਥਨਾ ਹੈ ਕਿ ਇਹ ਜਿਹੜਾ ਵਚਨ ਹੈ ਇਕੱਲਾ ਸਿਖਾਉਣ ਦੇ ਵਾਸਤੇ ਨਹੀਂ ਹੋਵੇਗਾ। ਮੇਰੀ ਪ੍ਰਾਰਥਨਾ ਹੈ ਕਿ ਇਹ ਜੋ ਪਰਮੇਸ਼ਰ ਨੇ ਦਇਆ ਸਾਡੇ ਘਰ ਦੇ ਉੱਤੇ ਦਿੱਤੀ ਆ, ਕਿ ਮੈਂ ਉਸ ਦਇਆ ਦਾ ਕਰਕੇ ਤੁਹਾਡੇ ਜੀਵਨ ਦੇ ਵਿੱਚ ਅਗੰਵਾਕ ਬੋਲ ਸਕਾਂ। ਹਾਂ, ਸਾਡੇ ਕੋਲ ਲਿਖਾਵਤ ਵਿੱਚ ਸ਼ਬਦ ਆ ਔਰ ਅਸੀਂ ਪਵਿੱਤਰ ਆਤਮਾ ਦੇ ਨਾਲ ਕਨੈਕਟ ਕਰ ਸਕਦੇ ਹਾਂ। ਔਰ ਅੱਜ ਜੋ ਪਰਮੇਸ਼ਵਰ ਬੋਲ ਰਿਹਾ ਆ, ਇਸੇ ਵਚਨ ਦੇ ਦੁਆਰਾ ਬੋਲ ਰਿਹਾ ਆ। ਜੇ ਤੁਸੀਂ ਜੋ ਵਕਤ ਜਿਸ ਵਿੱਚ ਅਸੀਂ ਜਾ ਰਹੇ ਹਾਂ, ਜੋ ਪਰਮੇਸ਼ਵਰ ਦਾ ਵਕਤ ਹੈ, ਜੋ ਕਾਇਰੋਸ ਵਕਤ ਆ, ਉਸ ਵਕਤ ਨੂੰ ਜੇ ਤੁਸੀਂ ਪਰਮੇਸ਼ਵਰ ਦੇ ਸ਼ਬਦ ਦੇ ਨਾਲ ਜੋੜ ਰਹੋ, ਜਦੋਂ ਉਹ ਕੰਬੀਨੇਸ਼ਨ ਹੋਵੇਗਾ, ਉਦੋਂ ਤੁਸੀਂ ਪਰਮੇਸ਼ਵਰ ਦੀ ਸ਼ਕਤੀ ਨੂੰ ਦੇਖੋਗੇ। ਹੁਣ ਤੁਸੀਂ ਜੋ ਸੁਣ ਰਹੇ ਆ, ਤੁਸੀਂ ਸਿਰਫ ਇੱਕ ਸ਼ਬਦ ਦੇ ਨਾਲ ਕਨੈਕਟ ਨਹੀਂ ਕਰ ਰਹੇ, ਤੁਸੀਂ ਵਕਤ ਦੇ ਨਾਲ ਕਨੈਕਟ ਕਰ ਰਹੇ ਹੋ, ਪਰਮੇਸ਼ਵਰ ਦੇ ਵਕਤ ਦੇ ਨਾਲ ਕਨੈਕਟ ਕਰ ਰਹੇ ਹੋ। ਇਹਦਾ ਮਤਲਬ ਹੁਣ ਵਕਤ ਆ ਕਿ ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਵਿਦਾਰੀ ਲੈ ਕੇ ਆ ਰਿਹਾ, ਜਦੋਂ ਕਿ ਤੁਸੀਂ ਹੁਣ ਆ ਰਹੇ ਹੋ ਉਹਦੇ ਸਾਹਮਣੇ। ਔਰ ਮੇਰੀ ਪ੍ਰਾਰਥਨਾ ਆ ਕਿ ਪ੍ਰਭੂ ਤੁਹਾਨੂੰ ਇਨਾਮ ਦੇਵੇਗਾ। ਪ੍ਰਭੂ ਤੁਹਾਨੂੰ ਜੋ ਤੁਸੀਂ ਜਗਵੇਦੀਆਂ ਬਣਾਈਆਂ ਹੋਈਆਂ, ਜਦੋਂ ਤੁਸੀਂ ਉਹਦੇ ਵਿੱਚ ਤੁਹਾਨੂੰ ਇਨਾਮ ਦੇਵੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਦੀ ਦਇਆ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ, ਤੁਹਾਡੇ ਹੱਥਾਂ ਨੂੰ ਬਰਕਤ ਦੇਵੇ। ਹਾਂ, ਕੋਵਿਡ-19 ਨੇ ਬਹੁਤ ਹੀ ਇੱਕ ਵੱਡੀ ਚੁਣੌਤੀ ਲੈ ਕੇ ਆਇਆ, ਬਹੁਤ ਸਾਰੇ ਲੋਕਾਂ ਦੇ ਵਾਸਤੇ, ਬਹੁਤ ਸਾਰੇ ਇਲਾਕਿਆਂ ਦੇ ਵਿੱਚ। ਬਹੁਤ ਸਾਰੇ ਜਣੇ, ਤੁਸੀਂ ਕਿਸੇ ਨੂੰ ਜਾਣਦੇ ਹੋਵੋਗੇ ਜਿਸਨੇ ਕਿਸੇ ਆਪਣੇ ਪਿਆਰੇ ਨੂੰ ਗਵਾ ਦਿੱਤਾ ਆ। ਮੈਂ ਤੁਹਾਨੂੰ ਇਨਕਰੇਜ ਕਰਨਾ ਮੰਗਦਾ ਪਰਮੇਸ਼ਵਰ ਦੇ ਵਿੱਚ ਕਿ ਪ੍ਰਭੂ ਯਿਸੂ ਤੁਹਾਨੂੰ ਬਚਾ ਕੇ ਰੱਖਦਾ ਆ, ਕਿ ਯਿਸੂ ਤੁਹਾਨੂੰ ਸ਼ਕਤੀ ਦਿੰਦਾ ਆ, ਉਹ ਤੁਹਾਨੂੰ ਸੁਰੱਖਿਅਤ ਰੱਖਦਾ ਆ। ਇਸ ਲਈ ਮੈਂ ਮੰਗਦਾ ਆ ਕਿ ਤੁਸੀਂ ਕਿਸੇ ਦੁਸ਼ਮਣ ਦੀ ਚਾਲ ਵਿੱਚ, ਡਰਾਉਣ ਦੀ ਚਾਲ ਵਿੱਚ ਨਾ ਫਸ ਜਾਈਏ।
ਹਾਂ ਜ਼ਰੂਰੀ ਆ ਕਿ ਅਸੀਂ ਇੱਕ ਚਰਚ ਹੋਣ ਦੇ ਨਾਤੇ ਸਾਨੂੰ ਪੂਰੀ ਇਨਫੋਰਮੇਸ਼ਨ ਹੋਵੇ ਕਿ ਕੀ ਹੋ ਰਿਹਾ ਆ ਕਿ ਔਰ ਇਸ ਲਈ ਇਹਨਾਂ ਪਿਛਲੇ ਹਫ਼ਤਿਆਂ ਵਿੱਚ ਉਹ ਮੈਂ ਦੇ ਰਿਹਾ ਸੀਗਾ, ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਸੀਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਦੁਸ਼ਮਣ ਕੀ ਚਾਲਾਂ ਨੇ। ਔਰ ਜੇ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਉਹ ਪਿਛਲੀ ਵੀਡੀਓ ਨਹੀਂ ਦੇਖੀਆਂ ਤਾਂ ਮੈਂ ਕਹੂੰਗਾ ਕਿ ਪਲੀਜ਼ ਉਹਨਾਂ ਵੀਡੀਓਜ਼ ਨੂੰ ਜਾ ਕੇ ਦੇਖੀਏ, ਕਿਉਂਕਿ ਅੱਜ ਅਸੀਂ ਇੱਕ ਹੋਰ ਡਾਇਰੈਕਸ਼ਨ ਵਿੱਚ ਜਾ ਰਹੇ ਹਾਂ। ਲੇਕਿਨ ਉਸੇ ਵੇਲੇ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਹੋਵੇ, ਲੇਕਿਨ ਤੁਹਾਨੂੰ ਇਹ ਵੀ ਸਮਝਣ ਦੀ ਲੋੜ ਆ ਕਿ ਇਹ ਵੀ ਪੜ੍ਹਨ ਦੀ ਲੋੜ ਆ ਕਿ ਕੁਝ ਇਸ ਤਰ੍ਹਾਂ ਦੀਆਂ ਸੋਰਸਸ ਹੋਣਗੀਆਂ ਕਿ ਜਿਨ੍ਹਾਂ ਦਾ ਇਸਤੇਮਾਲ ਦੁਸ਼ਮਣ ਕਰੇਗਾ ਕਿ ਤੁਹਾਡੇ ਅੰਦਰ ਡਰ ਪੈਦਾ ਕਰ ਸਕੇ ਤਾਂ ਕਿ ਤੁਹਾਡੇ ਵਿੱਚੋਂ ਉਹ ਕੁਝ ਗੱਲਾਂ ਨੂੰ ਕੱਢ ਸਕੇ। ਔਰ ਜਿਹੜੀਆਂ ਜੋ ਕਿ ਚੀਜ਼ਾਂ ਹਨੇਰੇ ਦੀ ਆਤਮਾਵਾਂ ਨੂੰ ਬਹੁਤ ਚੰਗੀਆਂ ਲੱਗਣਗੀਆਂ। ਇਸ ਲਈ ਬਹੁਤ ਧਿਆਨ ਰੱਖੀਏ ਕਿ ਕਿਸ ਤਰ੍ਹਾਂ ਦੀ ਗੱਲਾਂ ਤੁਸੀਂ ਆਪਣੀ ਆਤਮਾ ਵਿੱਚ ਆਉਣ ਦੇ ਰਹੇ ਹੋ। ਅਸੀਂ ਪਿਛਲੇ ਹਫ਼ਤਿਆਂ ਵਿੱਚ ਅਸੀਂ ਦੁਸ਼ਮਣ ਦੇ ਨਿਸ਼ਾਨ ਦੇ ਬਾਰੇ ਗੱਲ ਕੀਤੀ ਔਰ ਕਿਸ ਤਰ੍ਹਾਂ ਜੋ ਦੁਸ਼ਮਣ ਆ ਉਹ ਲੋਕਾਂ ਦੇ ਦਿਮਾਗ ਦੇ ਬਾਰੇ ਵਿੱਚ ਆ ਰਿਹਾ, ਔਰ ਕਿਸ ਤਰ੍ਹਾਂ ਜੋ ਚਿਪਸ ਦੀ ਅਸੀਂ ਗੱਲਬਾਤ ਕੀਤੀ। ਔਰ ਉਹ ਸਾਰੀਆਂ ਗੱਲਾਂ ਉਹ ਬਹੁਤ ਵੱਡੀ ਇਨਫੋਰਮੇਸ਼ਨ ਹੈ ਜੋ ਤੁਹਾਨੂੰ ਸਮਝਣ ਦੀ ਲੋੜ ਆ ਤਾਂ ਕਿ ਤੁਸੀਂ ਆਪਣੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਪ੍ਰੋਟੈਕਟ ਕਰ ਸਕੋ। ਔਰ ਅੱਜ ਮੈਂ ਤੁਹਾਨੂੰ ਹੌਸਲਾ ਦੇਣਾ ਮੰਗਦਾ ਹਾਂ ਪ੍ਰਭੂ ਦੇ ਵਿੱਚ। ਔਰ ਮੈਂ ਫੀਲ ਕਰ ਰਿਹਾ ਹਾਂ ਕਿ ਕੁਝ ਲੋਕ ਇਸ ਤਰ੍ਹਾਂ ਦੇ ਆ ਜੋ ਕਿ ਡਰ ਦੇ ਨਾਲ ਸੁੰਗੜੇ ਹੋਏ ਆ। ਪਿਛਲੇ ਹਫ਼ਤੇ ਕਿਸੇ ਨੇ ਮੈਨੂੰ ਇੱਕ ਇਨਫੋਰਮੇਸ਼ਨ ਕਰ ਲਈ, ਉਹਨਾਂ ਨੇ ਰਿਸਰਚ ਵੈਬਸਾਈਟ ਦੇ ਉੱਤੇ ਉਸ ਇਨਫੋਰਮੇਸ਼ਨ ਨੂੰ ਲਿਆ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੌਤਾਂ ਹੋਈਆਂ ਆ COVID-19 ਦੇ ਨਾਲ ਜਨਵਰੀ ਤੋਂ ਲੈ ਕੇ ਮਾਰਚ ਤੱਕ ਉਹ 35,000 ਨੇ। ਹੁਣ ਨੰਬਰ ਜਿਹੜੇ ਵੱਧ ਚੁੱਕੇ ਆ, ਲੇਕਿਨ ਉਸੇ ਮੌਸਮ ਦੇ ਵਿੱਚ ਜੋ ਫਲੂ ਦੇ ਨਾਲ ਮੌਤਾਂ ਹੋਈਆਂ ਉਹ 1019 ਮੌਤਾਂ ਆ। ਔਰ ਜਿਹੜੇ ਲੋਕੀ ਸ਼ਰਾਬ ਦੇ ਨਾਲ ਮਰੇ ਉਹ 612,000 ਲੋਕੀ ਸੀਗੇ। ਜਿਹੜੇ ਸਿਗਰਟ ਪੀਣ ਦੇ ਨਾਲ ਮਰੇ ਔਰ ਉਹ 1,12,000 ਲੋਕੀ ਸੀਗੇ। ਜਿਹੜੇ ਲੋਕੀ ਕੈਂਸਰ ਦੇ ਨਾਲ ਮਰੇ ਉਹ 2 ਮਿਲੀਅਨ ਲੋਕੀ ਸੀਗੇ। ਔਰ ਜੋ ਲੋਕੀ ਹੋਰ ਕਿਸੇ ਚੀਜ਼ ਨਾਲ ਮਰੇ ਉਹ 3.2 ਮਿਲੀਅਨ ਲੋਕੀ ਸੀਗੇ। ਔਰ ਜਿਹੜੇ ਲੋਕੀ AIDS ਦੇ ਨਾਲ ਮਰੇ ਉਹ 400 ਜ਼ਿਆਦਾ ਹਜ਼ਾਰ ਲੋਕੀ ਸੀਗੇ। ਅਬੋਰਸ਼ਨ ਰੇਟਸ ਜੋ ਸੀਗੇ ਉਹ ਇਸ ਮੌਸਮ ਦੇ ਵਿੱਚ 10 ਮਿਲੀਅਨ ਲੋਕੀ ਨੇ ਅਬੋਰਸ਼ਨਸ ਕਰਾਏ। ਔਰ ਹੁਣ ਇਸ ਵੇਲੇ 14 ਮਿਲੀਅਨ ਅਬੋਰਸ਼ਨਸ ਹੋ ਚੁੱਕੇ ਆ। ਹੁਣ ਤੁਸੀਂ ਕੰਪੇਅਰ ਕਰ ਸਕਦੇ ਹੋ ਉਹਨਾਂ ਨੰਬਰਸ ਦੇ ਨੂੰ ਔਰ ਇਸ ਨੂੰ ਦੇਖੋ ਕਿ ਕਿਸ ਤਰ੍ਹਾਂ ਇਹ ਜਿਹੜਾ ਡਰ ਆ। ਔਰ ਸੋਚੀਏ ਕਿ ਹਾਂ ਇੱਕ ਹਾਲਾਤ ਆ, ਸਿਚੁਏਸ਼ਨ ਆ, ਕਿਉਂਕਿ ਜਿਸ ਤਰ੍ਹਾਂ ਇਹ ਜੋ ਮਹਾਮਾਰੀ ਆ ਇਹ ਕਿਸ ਤਰ੍ਹਾਂ ਫੈਲੀ ਹੋਈ ਆ ਔਰ ਕਿਸ ਤਰ੍ਹਾਂ ਪੂਰੇ ਦੇਸ਼ਾਂ ਵਿੱਚ ਫੈਲੀ ਹੋਈ ਆ ਔਰ ਇਸਨੇ ਡਰ ਲੈ ਕੇ ਆਂਦਾ ਆ ਔਰ ਲੋਕਾਂ ਨੂੰ ਪਤਾ ਨਹੀਂ ਕਿ ਕੀ ਹੋਣਾ ਆ, ਕੀ ਹੋ ਰਿਹਾ ਆ, ਕਿਸ ਤਰ੍ਹਾਂ ਇਹ ਜੋ ਇਨਸਾਨ ਸੀਗਾ ਘਰੇ ਰਹਿੰਦਾ ਸੀਗਾ ਲੇਕਿਨ ਕਿਸ ਤਰ੍ਹਾਂ ਇਸਨੂੰ ਬਿਮਾਰੀ ਹੋ ਗਈ। ਔਰ ਬਹੁਤ ਹੀ ਜ਼ਿਆਦਾ ਤਰ੍ਹਾਂ ਦੀ ਵੀਡੀਓਜ਼ ਜੋ ਮੀਡੀਆ ਸ਼ੋ ਕਰ ਰਿਹਾ ਉਹਦੇ ਵਿੱਚ ਨਾਲ ਲੋਕਾਂ ਦੇ ਦਿਲਾਂ ਵਿੱਚ ਡਰ ਪੈਦਾ ਹੋਇਆ। ਮੈਂ ਹਰ ਇੱਕ ਦੇ ਨਾਲ ਗੱਲ ਨਹੀਂ ਕਰ ਰਿਹਾ, ਲੇਕਿਨ ਮੈਂ ਉਹਨਾਂ ਲੋਕਾਂ ਦੇ ਨਾਲ ਗੱਲ ਕਰ ਰਿਹਾ ਹਾਂ ਜੋ ਕਿ ਡਰ ਦੇ ਨਾਲ ਸੁੰਗੜਾ ਗਏ ਆ ਔਰ ਇਸ COVID-19 ਦੀ ਵਜ੍ਹਾ ਦੇ ਨਾਲ। ਔਰ ਇਹ ਜੋ ਵਾਇਰਸ ਆ ਜਿਹਦੇ ਬਾਰੇ ਤੁਸੀਂ ਸੁਣ ਰਹੇ ਹੋ ਮੀਡੀਆ ਨੂੰ ਗੱਲਬਾਤ ਕਰਦੇ ਹੋਏ, ਔਰ ਜਿਸ ਤਰ੍ਹਾਂ ਇਹ ਜੋ ਸੰਸਾਰ ਹੈ ਪੈਨਿਕ ਕਰ ਰਿਹਾ ਹੈ, ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ ਜਿਹਦਾ ਕਰਕੇ ਮੌਤਾਂ ਹੋ ਰਹੀਆਂ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਨਹੀਂ ਕਰ ਰਹੇ। ਹਾਂ, ਇਹ ਉਹ ਦੁਨੀਆ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਇਸ ਗੱਲ ਨੂੰ ਇਗਨੋਰ ਕਰ ਦਈਏ, ਲੇਕਿਨ ਉਸੇ ਵੇਲੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਜੋ ਵਚਨ ਆ ਤੁਹਾਨੂੰ ਸ਼ਾਂਤੀ ਲੈ ਕੇ ਆਏਗਾ, ਤੁਹਾਡੇ ਦਿਲਾਂ ਵਿੱਚ ਸ਼ਾਂਤੀ ਲੈ ਕੇ ਆਏਗਾ। ਔਰ ਇਹ ਜੋ ਗੱਲ ਹੋਣੀ ਚਾਹੀਦੀ ਹੈ, ਇਹੀ ਸਾਡੀ ਜੋ ਇੱਛਾ ਆ ਐਜ਼ ਅ ਚਰਚ, ਸਾਡੇ ਲੀਡਰਸ ਦੇ ਨਾਤੇ, ਕਿ ਅਸੀਂ ਸਾਨੂੰ ਪਤਾ ਹੈ ਕਿ ਦੁਸ਼ਮਣ ਕੀ ਕਰ ਰਿਹਾ, ਲੇਕਿਨ ਉਸੇ ਵੇਲੇ ਜੋ ਸਾਨੂੰ ਸ਼ਾਂਤੀ ਵੀ ਹੋਣੀ ਚਾਹੀਦੀ ਆ। ਇਹ ਸ਼ਾਂਤੀ ਕਿ ਸਾਡੇ ਨਾਲ ਕੁਝ ਵੀ ਨਹੀਂ ਹੋਵੇਗਾ ਜਦ ਤੱਕ ਕਿ ਪਰਮੇਸ਼ਰ ਦੀ ਮਰਜ਼ੀ ਨਾ ਹੋਵੇ, ਕਿਉਂਕਿ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ। ਯਾਦ ਰੱਖੀਏ ਰੋਮੇ ਦੀ ਕਿਤਾਬ 8 ਬਾਬ ਉਹਦਾ 28 ਵਿੱਚ ਲਿਖਿਆ ਹੈ ਕਿ ਸਾਰੀਆਂ ਗੱਲਾਂ
ਭਲਾਈ ਪੈਦਾ ਕਰਦੀ ਆ ਉਹਨਾਂ ਦੇ ਵਾਸਤੇ ਜਿਹੜੇ ਕਿ ਪ੍ਰਭੂ ਨੂੰ ਪਿਆਰ ਕਰਦੇ ਆ। ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ, ਇਸ ਲਈ ਜੋ ਪ੍ਰਭੂ ਨੂੰ ਪਿਆਰ ਕਰਦੇ ਆ ਔਰ ਉਹ ਸ਼ਾਂਤੀ ਨੂੰ ਦੇਖੀਏ। ਜਦੋਂ ਤੁਸੀਂ ਪਿਆਰ ਪ੍ਰਭੂ ਨੂੰ ਕਰਦੇ ਆ, ਤੁਸੀਂ ਜਾਣਦੇ ਹੋ ਕਿ ਜਿੱਦਾਂ ਦੀ ਮਰਜ਼ੀ ਹਾਲਾਤ ਕਿਉਂ ਨਾ ਹੁੰਦੇ ਹੋਣ, ਪ੍ਰਭੂ ਉਹਨਾਂ ਹਾਲਾਤਾਂ ਨੂੰ ਬਦਲ ਕੇ ਤੁਹਾਡੇ ਵਾਸਤੇ ਭਲਾਈ ਪੈਦਾ ਕਰੇਗਾ। ਇਹ ਯਾਦ ਰੱਖੀਏ, ਜੋ ਅਸੀਂ ਗੀਤ ਕਰ ਰਹੇ ਸੀ ਕੁਝ ਹਫ਼ਤੇ ਪਹਿਲਾਂ, ਜੋ ਦੁਸ਼ਮਣ ਨੇ ਬੁਰਾਈ ਸੋਚੀ, ਪ੍ਰਭੂ ਨੇ ਉਸਨੂੰ ਭਲਾਈ ਵਿੱਚ ਬਦਲ ਦਿੱਤਾ। ਇਸ ਲਈ ਮੈਂ ਮੰਗਦਾ ਹਾਂ ਕਿ ਤੁਸੀਂ ਇਸ ਵਚਨ ਨੂੰ ਆਪਣੀ ਰੂਹਾਂ ਵਿੱਚ ਕਬੂਲ ਕਰੀਏ। ਚਾਹੇ ਦੁਸ਼ਮਣ ਜੋ ਮਰਜ਼ੀ ਕੁਛ ਕਰ ਰਿਹਾ, ਲੇਕਿਨ ਪ੍ਰਭੂ ਕੁਛ ਹੋਰ ਕਰ ਰਿਹਾ, ਪ੍ਰਭੂ ਉਸਨੂੰ ਚੰਗਿਆਈ ਵਿੱਚ ਪੈਦਾ ਕਰ ਰਿਹਾ। ਔਰ ਇਸ ਲਈ ਮੈਂ ਮੰਗਦਾ ਕਿ ਤੁਸੀਂ ਟਾਈਪ ਕਰੋ ਥੱਲੇ, ਜੇ ਤੁਸੀਂ ਕਹਿ ਸਕਦੇ ਹੋ, ਔਰ ਕਹੀਏ ਕਿ ਕੁਛ ਚੰਗਿਆਈ ਮੇਰੇ ਵਾਸਤੇ ਪੈਦਾ ਹੋਣ ਜਾ ਰਹੀ ਆ। ਮਈ ਦੇ ਮਹੀਨੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜੋ ਫੁੱਲ ਆ ਉਹ ਖਿਲ ਰਹੇ ਆ ਰੂਹਾਨੀ ਤਰੀਕੇ ਦੇ ਵਿੱਚ ਔਰ ਨੈਚੁਰਲ ਤਰੀਕੇ ਦੇ ਵਿੱਚ। ਤੁਸੀਂ ਦੇਖੋਗੇ ਕਿ ਪ੍ਰਭੂ ਕੁਛ ਬੰਧਨਾਂ ਨੂੰ ਤੋੜ ਰਿਹਾ ਜੋ ਕਿ ਦੁਸ਼ਮਣ ਨੇ ਲਗਾਏ ਹੋਏ ਸੀਗੇ। ਚਰਚ ਦੀ ਵਜ੍ਹਾ ਦੇ ਨਾਲ, ਤੁਹਾਡੀ ਪ੍ਰਾਰਥਨਾ ਦੀ ਵਜ੍ਹਾ ਦੇ ਨਾਲ ਮੇਰਾ ਵਿਸ਼ਵਾਸ ਹੈ ਕਿ ਦੁਸ਼ਮਣ ਨੂੰ ਪ੍ਰਭੂ ਅਲਾਉ ਨਹੀਂ ਕਰੇਗਾ ਇਹ ਜੋ ਸਾਰੀ ਦੁਨੀਆ ਨੂੰ ਸ਼ਟ ਡਾਊਨ ਕਰਨ ਦੇ ਵਿੱਚ। ਪ੍ਰਭੂ ਚਰਚ ਦੇ ਵਜ੍ਹਾ ਦੇ ਨਾਲ, ਪ੍ਰਾਰਥਨਾ ਦੇ ਵਜ੍ਹਾ ਦੇ ਨਾਲ ਦੁਸ਼ਮਣ ਨੂੰ ਰੋਕ ਰਿਹਾ ਆ। ਲੇਕਿਨ ਕਿਉਂਕਿ ਹਾਲੇ ਵੀ ਪ੍ਰਭੂ ਨੂੰ ਪਤਾ ਹੈ ਕਿ ਇਸ ਤੋਂ ਬਾਅਦ ਬਹੁਤ ਵੱਡੀ ਰਿਵਾਈਵਲ ਆਉਣ ਵਾਲੀ ਆ। ਔਰ ਪਰਮੇਸ਼ਵਰ ਦੇ ਬੱਚਿਓ, ਇਹ ਸਾਡਾ ਹੁਣ ਵਕਤ ਆ ਗਿਆ ਕਿ ਅਸੀਂ ਆਪਣੇ ਦਿਲਾਂ ਨੂੰ ਤਿਆਰ ਕਰ ਦਈਏ ਉਹ ਬਦਾਰੀ ਦੇ ਵਾਸਤੇ ਜੋ ਕਿ ਆਉਣ ਵਾਲੀ ਆ, ਜੋ ਕਿ ਪ੍ਰਭੂ ਸਾਡੇ ਉੱਤੇ ਕੱਲ੍ਹ ਮੰਗਦਾ ਹੈ। ਆਓ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਤੁਸੀਂ ਕਦੇ ਨਾ ਕੀਤੀ ਹੋਵੇ। ਇਸ ਤਰ੍ਹਾਂ ਪਿਆਰ ਕਰੀਏ ਪ੍ਰਭੂ ਨੂੰ ਜਿਸ ਤਰ੍ਹਾਂ ਕਦੀ ਨਾ ਕੀਤਾ ਹੋਵੇ। ਪ੍ਰਭੂ ਨੂੰ ਇਸ ਤਰ੍ਹਾਂ ਆਰਾਧਨਾ ਕਰੀਏ ਜਿਸ ਤਰ੍ਹਾਂ ਕਦੀ ਨਾ ਕੀਤੀ ਹੋਵੇ। ਔਰ ਆਪਣੇ ਆਪ ਨੂੰ ਸਾਫ਼ ਕਰੀਏ, ਆਪਣੇ ਆਪ ਨੂੰ ਧੋਈਏ, ਸਾਫ਼ ਕਰੀਏ ਜਿਸ ਤਰ੍ਹਾਂ ਕਦੀ ਨਾ ਕੀਤਾ ਹੋਵੇ। ਔਰ ਦਾਨੀ ਬਣੀਏ ਜਿਸ ਤਰ੍ਹਾਂ ਕਦੀ ਨਾ ਬਣੇ ਹੋਈਏ। ਇੱਕ ਦੂਸਰੇ ਨੂੰ ਪਿਆਰ ਕਰੀਏ ਜਿਸ ਤਰ੍ਹਾਂ ਕਦੀ ਨਾ ਕੀਤਾ ਹੋਵੇ। ਆਪ ਹਲੀਮ ਬਣੀਏ ਜਿਸ ਤਰ੍ਹਾਂ ਕਦੀ ਨਾ ਬਣੇ ਹੋਣ। ਔਰ ਮੇਰਾ ਵਿਸ਼ਵਾਸ ਹੈ ਕਿ ਸਾਨੂੰ ਬਹੁਤ ਵੱਡਾ ਇਨਾਮ ਮਿਲੇਗਾ ਇਸ ਮੌਸਮ ਦੇ ਵਿੱਚ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਔਰ ਹੁਣ ਮੈਂ ਤੁਹਾਡੀ ਅਟੈਂਸ਼ਨ ਲੈ ਕੇ ਜਾਣਾ ਮੰਗਦਾ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ, ਜੋ ਕਿ ਪਰਮੇਸ਼ਵਰ ਨੇ ਮੇਰੀ ਆਤਮਾ ਦੇ ਵਿੱਚ ਪਾਇਆ ਤੁਹਾਡੇ ਵਾਸਤੇ। ਔਰ ਇੱਕ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹ ਪਰਮੇਸ਼ਵਰ ਹੈ ਜੋ ਸਾਡੇ ਨਾਲ ਗੱਲ ਕਰ ਰਿਹਾ ਹੈ। ਔਰ ਮੈਨੂੰ ਨਹੀਂ ਪਤਾ ਕਿ ਜੇ ਤੁਸੀਂ ਜ਼ਿਆਦਾ ਸਮਾਂ ਸਾਡੇ ਨਾਲ ਬਿਤਾ ਸਕਦੇ ਆ ਵਚਨ ਵਿੱਚ ਜਾਣ ਦੇ ਵਾਸਤੇ, ਮੈਂ ਇਹ ਵਕਤ ਲੈਣਾ ਮੰਗਦਾ ਹਾਂ ਸਾਰੇ ਟਰਾਂਸਲੇਟਰਸ ਦਾ, ਜੋ ਕਿ ਬਹੁਤ ਹੀ ਮਿਹਨਤ ਕਰ ਰਹੇ ਆ, ਜੋ ਕਿ ਹਰ ਹਫਤੇ ਤੁਹਾਡੇ ਵਾਸਤੇ ਵਚਨ ਲੈ ਕੇ ਆ ਰਹੇ ਆ। ਔਰ ਮੇਰਾ ਸੋਚਣਾ ਹੈ, ਮੇਰਾ ਉਮੀਦ ਹੈ ਕਿ ਤੁਸੀਂ ਇਸ ਨਾਲ ਟਰਾਂਸਲੇਸ਼ਨਸ ਨੂੰ ਇੰਜੋਏ ਕਰ ਰਹੇ ਹੋ ਔਰ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਹੋ ਜੋ ਕਿ ਇਹਨਾਂ ਭਾਸ਼ਾਵਾਂ ਨੂੰ ਜਾਣਦੇ ਆ। ਕਿਸੇ ਦੇ ਨਾਲ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ ਜੋ ਕਿ ਇਹਨਾਂ ਭਾਸ਼ਾਵਾਂ ਨੂੰ ਜਾਣਦੇ ਆ। ਹੁਣ ਸਾਡੇ ਕੋਲ ਟਰਾਂਸਲੇਸ਼ਨ ਹਿੰਦੀ ਦੇ ਵਿੱਚ ਆ ਜੋ ਕਿ ਪਾਸਟਰ ਵਿਜੇ ਕਰ ਰਹੇ ਨੇ। ਉਹ ਸਾਡੇ ਹਿੰਦੀ ਬੋਲਣ ਵਾਲੇ ਲੋਕਾਂ ਦੀ ਦੇਖਭਾਲ ਕਰਦੇ ਆ ਮੁੰਬਈ ਦੇ ਵਿੱਚ। ਔਰ ਅਸੀਂ ਧੰਨਵਾਦ ਕਰਦੇ ਉਹਨਾਂ ਦਾ। ਪਾਸਟਰ ਸੰਤੋਸ਼, ਉਹ ਸਾਡੀ ਮਲਿਆਲਮ ਟਰਾਂਸਲੇਸ਼ਨ ਕਰ ਰਹੇ ਨੇ ਬਹੁਤ ਹੀ ਵੱਡੀ ਬਰਕਤ ਦੇ ਨਾਲ। ਜੇ ਤੁਸੀਂ ਮਲਿਆਲਮ ਬੋਲਦੇ ਹੋ, ਅਸੀਂ ਉਮੀਦ ਕਰ ਰਹੇ ਹਾਂ ਤੁਸੀਂ ਉਸਨੂੰ ਇੰਜੋਏ ਕਰ ਰਹੇ ਹੋ। ਉਹਨਾਂ ਦਾ ਬਹੁਤ ਸੋਹਣਾ ਮੁੰਬਈ ਦੇ ਵਿੱਚ ਚਰਚ ਆ। ਪ੍ਰਭੂ ਨੂੰ ਬਹੁਤ ਬਰਕਤ ਦੇਵੇ। ਪੰਜਾਬੀ ਟਰਾਂਸਲੇਸ਼ਨ ਦੇ ਵਾਸਤੇ ਧੰਨਵਾਦ ਕਰਦੇ ਹਾਂ ਜੋ ਕਿ ਪਾਸਟਰ ਸੀਮਾ ਕਰ ਰਹੇ ਨੇ, ਜੋ ਕਿ ਪੰਜਾਬੀ ਚਰਚ ਹੈ ਸੈਕਰਾਮੈਂਟੋ ਦੇ ਵਿੱਚ, USA ਦੇ ਵਿੱਚ। ਅਸੀਂ ਅਪਰੀਸ਼ੀਏਟ ਕਰਦੇ ਹਾਂ, ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ। ਇਟਾਲੀਅਨ ਟਰਾਂਸਲੇਸ਼ਨ ਜੋ ਕਿ ਸਿਸਟਰ ਮਾਰਗਰੇਟ ਕਰ ਰਹੇ ਆ, ਬਹੁਤ ਹੀ ਸੋਹਣਾ ਕੰਮ ਕਰ ਰਹੇ ਆ। ਸਿਸਟਰ ਐਲਿਸ ਜੋ ਕਿ ਫ੍ਰੈਂਚ ਦੇ ਵਿੱਚ ਕਰ ਰਹੇ ਆ, ਸਾਡੇ ਫ੍ਰੈਂਚ ਸਰਵਿਸ ਦੇ ਹਿੱਸੇਦਾਰ ਨੇ, ਉਹ ਧੰਨਵਾਦ ਕਰਦੇ ਆ। ਔਰ ਸਪੈਨਿਸ਼ ਰੱਖਿਆ ਕਰ ਰਹੇ ਨੇ, ਸਿਸਟਰ ਰੱਖਿਆ ਬਹੁਤ ਹੀ ਸੋਹਣਾ, ਬਹੁਤ ਹੀ ਕੰਮ ਕਰ ਰਹੇ ਆ। ਟਰਾਂਸਲੇਟਰਸ ਜਾਣਦੇ ਆ, ਤੁਸੀਂ ਜਾਣਦੇ ਆ ਕਿ ਉਹ ਜਾਣਦੇ ਕਿ ਉਹ ਬਰਕਤ ਪਾ ਰਿਹਾ, ਲੇਕਿਨ ਉਹਨਾਂ ਦੇ ਵਾਸਤੇ ਤੁਸੀਂ ਕਮੈਂਟਸ ਲਿਖੀਏ ਕਿ ਤੁਸੀਂ ਬਹੁਤ ਧੰਨਵਾਦ ਕਰਦੇ ਪ੍ਰਭੂ ਦਾ ਉਹਨਾਂ ਦੇ ਵਾਸਤੇ। ਆਪਣੇ ਕਲਾਮ ਨੂੰ ਖੋਲੀਏ, ਆਪਣੇ ਘਰਾਂ ਦੇ ਵਿੱਚ ਆਪਣੇ ਕਲਾਮ ਨੂੰ ਖੋਲੀਏ। ਜ਼ਬੂਰਾਂ ਦੀ ਪੋਥੀ
127 ਜ਼ਬੂਰ। मैं उम्मीद करदा हां कि तुहाडी फिजिकल बाइबल तुहाडे कोल होवेगी। हुण तुहाडे कोल कोई बहाना नहीं होगा। जे तुसीं विचकारे उस नूं खोलोगे तुहानूं ਇਹ ਜ਼ਬੂਰ मिलणगे। मेरी उम्मीद है कि तुसीं ਇਹਦੇ ਵਿੱਚ जा रहे हो वचन दे विच। और हुण असीं एक सीरीज़ नूं शुरू करन जा रहे हां कि प्रभु की मंगदा आ जो असीं करिए इन्हां आउण वाले हफ्तिਆਂ ਦੇ ਵਿੱਚ। ਮੈਨੂੰ नहीं पता कि तुसीं देखिया होगा कि नहीं। ਸਾਡੇ ਕੋਲ ਤੇ ਸਕਰੋਲਸ ਪਏ ਨੇ, ਚਾਹੇ ਰੀਅਲ ਸਕਰੋਲਸ ਨਹੀਂ ਗਏ, ਲੇਕਿਨ ਸਾਡੇ ਕ੍ਰੀਏਟਿਵ ਲੋਕੀ ਆ ਘਰ ਦੇ ਵਿੱਚ। ਔਰ ਇੱਕ ਹਰ ਇੱਕ ਖੱਤ ਨੇ 7 ਚਰਚਾਂ ਦੇ ਵਾਸਤੇ ਜੋ ਕਿ ਪ੍ਰਕਾਸ਼ਿਤ ਵਾਕਿਆ ਵਿੱਚ ਲਿਖੇ ਹੋਏ ਨੇ। ਅਸੀਂ ਇਹਨਾਂ ਖਤਾਂ ਵਿੱਚੋਂ ਜਾਵਾਂਗੇ ਔਰ ਇਕੱਠੇ ਜਾਵਾਂਗੇ ਕੁਝ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਮੰਗਦਾ ਹੈ ਕਿ ਅਸੀਂ ਉਹਦੇ ਆਮਦ ਦੇ ਵਾਸਤੇ ਤਿਆਰ ਹੋਈਏ। ਔਰ ਜੇ ਤੁਸੀਂ ਉਸ ਗੱਲ ਨੂੰ ਕਰਨਾ ਮੰਗਦੇ ਹੋ, ਮੈਂ ਮੰਗਦਾ ਕਿ ਤੁਸੀਂ ਉਹਨਾਂ ਪ੍ਰੈਕਟੀਕਲ ਸਟੈਪਸ ਨੂੰ ਲਵੋ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਾਂਗੇ। ਇਸ ਸੀਰੀਜ਼ ਦੇ ਵਿੱਚ ਸਾਡੇ ਨਾਲ ਰਹੀਏ। ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੀਏ। ਇੱਕ ਬੈਲ ਆਈਕਨ ਆ ਜਿਸ ਨੂੰ ਤੁਸੀਂ ਉਸ ਨੂੰ ਨੱਪ ਸਕਦੇ ਹੋ ਔਰ ਜਿੱਦਾਂ ਹੀ ਅਸੀਂ ਲਾਈਵ ਹੋਵਾਂਗੇ ਤੁਹਾਨੂੰ ਦੱਸਿਆ ਜਾਵੇਗਾ, ਨੋਟੀਫਿਕੇਸ਼ਨ ਦਿੱਤਾ ਜਾਵੇਗਾ। ਪਾਸਟਰ ਜੀ ਤੁਸੀਂ ਪੜ੍ਹ ਸਕਦੇ ਹੋ ਜ਼ਬੂਰ 127। ਜ਼ਬੂਰ 127 ਪਹਿਲਾ ਆਇਤ। ਜੇਕਰ ਉਸਾਰਨ ਵਾਲਾ ਯਹੋਵਾ ਨਹੀਂ ਹਾਂ ਤਾਂ ਉਸਾਰੀਆ ਆਪਣਾ ਵਕਤ ਬਰਬਾਦ ਕਰ ਰਿਹਾ ਹੈ। ਜੇਕਰ ਯਹੋਵਾ ਇੱਕ ਸ਼ਹਿਰ ਦਾ ਧਿਆਨ ਨਹੀਂ ਰੱਖ ਰਿਹਾ ਤਾਂ ਚੌਕੀਦਾਰ ਆਪਣਾ ਵਕਤ ਜ਼ਾਇਕਾ ਕਰ ਰਹੇ ਹਨ। ਇੱਕ ਵਾਰ ਫਿਰ ਪਾਸਟਰ ਜੀ। ਜੇਕਰ ਬਣਾਉਣ ਵਾਲਾ ਯਹੋਵਾ ਨਹੀਂ ਆ ਤਾਂ ਬਣਾਉਣ ਵਾਲਾ ਆਪਣਾ ਵਕਤ ਬਰਬਾਦ ਕਰ ਰਿਹਾ ਹੈ। ਜੇਕਰ ਯਹੋਵਾ ਇੱਕ ਸ਼ਹਿਰ ਦਾ ਧਿਆਨ ਨਹੀਂ ਰੱਖ ਰਿਹਾ ਤਾਂ ਚੌਕੀਦਾਰ ਆਪਣਾ ਵਕਤ ਜ਼ਾਇਆ ਕਰ ਰਹੇ ਹਨ। ਮੈਂ ਪਰਮੇਸ਼ਰ ਨੂੰ ਭਾਲ ਰਿਹਾ ਸੀ ਬਹੁਤ ਡੂੰਘਾਈ ਦੇ ਨਾਲ ਕਿ ਮੇਰੇ ਵਚਨਾਂ ਨੂੰ ਉਹ ਆਮਦ ਕਰੇ ਤੁਹਾਡੇ ਵਾਸਤੇ, ਕਿਉਂਕਿ ਮੈਂ ਜਾਣਦਾ ਹਾਂ ਕਿਉਂਕਿ ਕੁਝ ਲੋਕ ਨੇ ਜਿਹੜੇ ਕਿ ਬਹੁਤ ਧਿਆਨ ਦੇ ਨਾਲ ਸੁਣ ਰਹੇ ਆ ਔਰ ਇਸ ਵਚਨ ਨੂੰ ਤੁਹਾਡੇ ਕੋਲ ਆਉਣ ਦੇ ਵਾਸਤੇ। ਔਰ ਇਸ ਲਈ ਮੇਰੀ ਇਹ ਜ਼ਿੰਮੇਵਾਰੀ ਆ ਕਿ ਮੈਂ ਵਕਤ ਲੈ ਕੇ ਕਿ ਹੁਣ ਦਾ ਜਿਹੜਾ ਵਚਨ ਆ ਤੁਹਾਡੇ ਆਤਮਾ ਦੇ ਵਿੱਚ ਦਵਾਂ। ਔਰ ਮੇਰੀ ਉਮੀਦ ਆ ਕਿ ਤੁਸੀਂ ਇਸ ਵਚਨ ਨੂੰ ਲਵੋਗੇ ਔਰ ਉਸ ਡਿਟੇਲ ਦੇ ਨਾਲ, ਉਸ ਅਟੈਂਸ਼ਨ ਦੇ ਨਾਲ। ਜੇ ਤੁਸੀਂ ਦੇਖੋ ਜਿਹੜੀ ਆਇਤ ਆ ਇਹ ਗੱਲ ਕਰ ਰਹੀ ਆ ਇੱਕ ਜੋ ਬਣਾਉਣ ਵਾਲਾ ਉਸ ਦੇ ਬਾਰੇ। ਉਹ ਘਰ ਬਣਾ ਰਿਹਾ ਆ। ਉਹ ਕਹਿੰਦੇ ਕਿ ਜੇ ਯਹੋਵਾ ਨਹੀਂ ਬਣਾਉਂਦਾ, ਜੋ ਬਣਾਉਂਦਾ ਆ ਉਹਦਾ ਵਕਤ ਬਰਬਾਦ ਆ। ਦੂਸਰੇ ਸ਼ਬਦਾਂ ਵਿੱਚ ਉਹ ਕਹਿ ਰਿਹਾ ਜੇ ਤੁਸੀਂ ਦੇਖ ਰਹੇ ਹੋ ਕਿ ਕੋਈ ਜਣਾ ਬਣਾ ਰਿਹਾ ਆ, ਜੇ ਯਹੋਵਾ ਉਸਨੂੰ ਨਹੀਂ ਬਣਾਉਂਦਾ, ਉਹ ਇਨਸਾਨ ਬਣਾਈ ਜਾਵੇ, ਲੇਕਿਨ ਜੋ ਉਹ ਆਪਣੀ ਮਿਹਨਤ ਕਰਦੇ ਆ ਉਹ ਬਰਬਾਦ ਕਰਦੇ ਆ। ਮੈਂ ਉੱਥੇ ਰਹਿਣਾ ਮੰਗਦਾ ਕੁਝ ਵਕਤ ਦੇ ਵਾਸਤੇ। ਤੁਸੀਂ ਦੇਖਦੇ ਹੋ ਲੋਕਾਂ ਨੂੰ ਜੋ ਕਿ ਬਣਾਉਂਦੇ ਆ ਔਰ ਉਹ ਪ੍ਰਭੂ ਤੋਂ ਨਹੀਂ ਪੁੱਛਦੇ ਉਹਦੀ ਆਗਿਆ ਦੇ ਵਾਸਤੇ, ਲੇਕਿਨ ਤੁਸੀਂ ਦੇਖਦੇ ਹੋ ਕਿ ਜੋ ਪ੍ਰਭੂ ਨੂੰ ਨਹੀਂ ਜਾਣਦੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ। ਉਹ ਬਣਾਉਂਦੇ ਆ ਔਰ ਉਹ ਬਣਾਈ ਜਾ ਰਹੇ ਆ ਔਰ ਤੁਸੀਂ ਦੇਖਦੇ ਹੋ ਉਹ ਬਣਾ ਕੇ ਸਫਲ ਹੁੰਦੇ ਆ। ਲੇਕਿਨ ਪਰਮੇਸ਼ਰ ਦਾ ਵਚਨ ਕਹਿੰਦਾ ਆ ਜੇ ਪਰਮੇਸ਼ਵਰ ਘਰ ਨਹੀਂ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ। ਔਰ ਹੁਣ ਪੁੱਛਣ ਦੀ ਲੋੜ ਆ ਇਹਦੇ ਵਿੱਚ ਮਿਹਨਤ ਜ਼ਾਇਆ ਹੋਣ ਦਾ ਮਤਲਬ ਕੀ ਆ? ਇਹਦਾ ਕੀ ਮਤਲਬ ਹੈ ਕਿ ਘਰ ਫਿਨਿਸ਼ ਨਹੀਂ ਹੁੰਦਾ? ਇਹਦਾ ਕੀ ਮਤਲਬ ਹੈ ਕਿ ਉੱਥੇ ਘਰ ਨਹੀਂ ਹੈਗਾ? ਇਹਦਾ ਮਤਲਬ ਇਹ ਹੈ ਕਿ ਜਿਹੜਾ ਘਰ ਬਣਾਇਆ ਗਿਆ ਉਹ ਡਿੱਗ ਜਾਵੇਗਾ? ਨਾ, ਇਹਦਾ ਮਤਲਬ ਇਹ ਨਹੀਂਗਾ। ਉਹ ਕੁਝ ਸਾਲਾਂ ਵਾਸਤੇ, ਕੁਝ ਸੈਂਚੁਰੀ ਵਾਸਤੇ ਰਹੇਗਾ, ਲੇਕਿਨ ਜੋ ਕਲਾਮ ਹੈ ਉਹ ਕਹਿੰਦਾ ਆ ਕਿ ਜਿਹੜੇ ਮਿਹਨਤ ਕਰਦੇ ਆ,
ਜੇ ਪਰਮੇਸ਼ਵਰ ਉਸ ਘਰ ਨੂੰ ਨਾ ਬਣਾਵੇ ਤਾਂ ਉਹਨਾਂ ਦੀ ਮਿਹਨਤ ਬਰਬਾਦ ਆ। ਔਰ ਹੁਣ ਇੱਥੇ ਸਮਝਣ ਦੀ ਲੋੜ ਆ ਕਿ ਵਕਤ ਬਰਬਾਦ ਕਰਨ ਦਾ ਜਾਂ ਮਿਹਨਤ ਬਰਬਾਦ ਕਰਨ ਦਾ ਕੀ ਮਤਲਬ ਆ। ਇਹਦਾ ਮਤਲਬ ਕਿ ਕੁਝ ਬਣਾਇਆ ਜਾ ਰਿਹਾ, ਕੁਝ ਅਸਲੀ ਵਿੱਚ ਆ, ਉਹ ਦਿਖ ਰਿਹਾ ਆ ਔਰ ਉਹ ਸ਼ਕਤੀਸ਼ਾਲੀ ਆ, ਸੰਸਾਰਿਕ ਦੁਨੀਆ ਦੇ ਵਿੱਚ ਉਹ ਸੁੰਦਰ ਲੱਗਦਾ ਆ ਔਰ ਉਸਨੂੰ ਬਹੁਤ ਮਨਾਇਆ ਵੀ ਜਾਂਦਾ ਆ। ਲੇਕਿਨ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਪ੍ਰਭੂ ਉਸਨੂੰ ਕਹਿੰਦਾ ਹੈ ਕਿ ਇਹ ਵਕਤ ਬਰਬਾਦ ਕਰ ਰਹੇ ਆ। ਪ੍ਰਭੂ ਕਹਿੰਦਾ ਹੈ ਕਿ ਵਕਤ ਬਰਬਾਦ ਹੋ ਰਿਹਾ ਹੈ। ਲੇਕਿਨ ਪਰਮੇਸ਼ਵਰ ਕਹਿੰਦਾ ਹੈ ਕਿ ਉਹਦੀ ਅੱਖਾਂ ਦੇ ਵਿੱਚ ਉਹ ਗੱਲ ਕਬੂਲ ਨਹੀਂ ਗਈ। ਜੋ ਬਿਲਡਿੰਗ ਆ ਉਹ ਖੜੀ ਹੁੰਦੀ ਆ, ਲੇਕਿਨ ਉਹਦੇ ਵਿੱਚ ਪ੍ਰਭੂ ਦੀ ਮਰਜ਼ੀ ਨਹੀਂ ਹੁੰਦੀ। ਮੇਰਾ ਉਮੀਦ ਹੈ ਕਿ ਤੁਸੀਂ ਇਸ ਗੱਲ ਨੂੰ ਦੇਖ ਸਕੋ ਕਿ ਅਸੀਂ ਕਿੱਥੇ ਜਾ ਰਹੇ ਹਾਂ। ਇਹਦਾ ਮਤਲਬ ਇਹ ਆ ਕਿ ਬਹੁਤ ਸਾਰੀਆਂ ਗੱਲਾਂ ਆ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਬਣਾ ਸਕਦੇ ਹਾਂ। ਆਪਣੇ ਜੀਵਨ ਵਿੱਚ ਬਹੁਤ ਸਾਰੀ ਜਗ੍ਹਾਵਾਂ ਆਪਣੇ ਜੀਵਨ ਵਿੱਚ ਅਸੀਂ ਬਣਾ ਸਕਦੇ ਹਾਂ। ਬਹੁਤ ਸਾਰੀ ਚੀਜ਼ਾਂ ਅਸੀਂ ਸਾਲ ਲਗਾ ਸਕਦੇ ਹਾਂ ਆਪਣਾ ਰਿਸ਼ਤੇ ਬਣਾਉਣ ਦੇ ਵਿੱਚ, ਆਪਣੇ ਮਿੱਤਰ ਬਣਾਉਣ ਦੇ ਵਿੱਚ, ਬਹੁਤ ਸਾਰੀ ਜਗ੍ਹਾਵਾਂ ਦੇ ਵਿੱਚ। ਲੇਕਿਨ ਕੁਝ ਵੀ ਉਸ ਗੱਲ ਦਾ ਫਾਇਦਾ ਨਹੀਂਗਾ ਜਦ ਤੱਕ ਯਹੋਵਾ ਦਾ ਹੱਥ ਉਸ ਦੇ ਵਿੱਚ ਨਾ ਹੋਵੇ। ਜੇ ਯਹੋਵਾ ਦਾ ਹੱਥ ਉਸ ਰਿਸ਼ਤੇ ਵਿੱਚ ਨਹੀਂ ਆ, ਜੇ ਯਹੋਵਾ ਦਾ ਹੱਥ ਉਸਨੂੰ ਯਹੋਵਾ ਕਹੇਗਾ ਕਿ ਉਹ ਵਕਤ ਬਰਬਾਦ ਕੀਤਾ ਗਿਆ। ਮੈਂ ਮੰਨਦਾ ਆ ਕਿ ਤੁਸੀਂ ਇਸ ਗੱਲ ਦੇ ਉੱਤੇ ਰੋਕ ਕੇ ਇਸਨੂੰ ਸੋਚੇ। ਜੋ ਵੀ ਅਸੀਂ ਕਰਦੇ ਆ, ਸਾਨੂੰ ਪਰਮੇਸ਼ਵਰ ਨੂੰ ਇਹ ਪੁੱਛਣ ਦੀ ਲੋੜ ਹੈ, ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਕਿ ਮੈਂ ਕੁਝ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਕੁਝ ਬਣਾਉਣਾ ਚਾਹੁੰਦਾ ਆ ਔਰ ਹੁਣ ਮੈਂ ਇੱਕ ਸ਼ਾਦੀ ਸ਼ੁਰੂ ਕਰਨ ਜਾ ਰਿਹਾ ਹਾਂ, ਮੈਂ ਫੈਮਿਲੀ ਸ਼ੁਰੂ ਕਰਨ ਜਾ ਰਿਹਾ ਹਾਂ, ਇੱਕ ਨੌਕਰੀ ਸ਼ੁਰੂ ਕਰਨ ਜਾ ਰਿਹਾ ਹਾਂ, ਬਿਜ਼ਨਸ ਸ਼ੁਰੂ ਕਰਨ ਜਾ ਰਿਹਾ ਹਾਂ। ਤੁਹਾਨੂੰ ਇੱਕ ਵਕਤ ਲੈਣ ਦੀ ਲੋੜ ਆ ਔਰ ਸੋਚਣ ਦੀ ਲੋੜ ਆ ਕਿ ਇਹ ਮੈਂ ਕਰਨ ਜਾ ਰਿਹਾ ਹਾਂ ਜਾਂ ਕਿ ਯਹੋਵਾ ਦਾ ਹੱਥ ਦੇ ਵਿੱਚ ਆ। ਜੇ ਯਹੋਵਾ ਦਾ ਹੱਥ ਦੇ ਵਿੱਚ ਨਾ ਹੋਵੇ, ਜੇ ਪਰਮੇਸ਼ਰ ਦਾ ਦਿਲ ਉਹਦੇ ਵਿੱਚ ਨਾ ਹੋਵੇ, ਜੇ ਉਹ ਪਰਮੇਸ਼ਰ ਵੱਲੋਂ ਨਾ ਹੋਵੇ ਤੇ ਪਰਮੇਸ਼ਰ ਦੇ ਲੋਕੋ, ਪਰਮੇਸ਼ਰ ਦਾ ਕਲਾਮ ਕਹਿੰਦਾ ਆ ਕਿ ਇਹ ਵਕਤ ਬਰਬਾਦ ਆ। ਉਹ ਕਹਿੰਦਾ ਕਿ ਤੁਹਾਡੀ ਮਿਹਨਤ ਬਰਬਾਦ ਆ। ਔਰ ਕੀ ਤੁਸੀਂ ਕਰੋਗੇ? ਹੋ ਸਕਦਾ ਆ ਕਿ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਅਪਰੀਸ਼ੀਏਟ ਕਰਨ, ਉਹ ਕਹਿਣਗੇ ਵਾਓ ਕਿੰਨੀ ਵੱਡੀ ਤੁਹਾਡੇ ਕੋਲ ਸ਼ੋਹਰਤ ਆ, ਤੁਹਾਡੇ ਵਾਸਤੇ ਬਹੁਤ ਸੋਹਣੀਆਂ ਗੱਲਾਂ ਕਰਨਗੇ। ਲੇਕਿਨ ਕੀ ਇਹ ਸੱਚੀ ਵਿੱਚ ਇਹਦੀ ਕੋਈ ਚੰਗੀ ਗੱਲ ਹੈ? ਕਿਉਂਕਿ ਜਿਹੜੀ ਗੱਲ ਚੰਗੀ ਹੈ ਸਾਡੇ ਜੀਵਨ ਵਿੱਚ ਉਹ ਇਹ ਹੈ ਕਿ ਪਰਮੇਸ਼ਵਰ ਦੀ ਮਰਜ਼ੀ ਸਾਡੇ ਜੀਵਨ ਵਿੱਚ ਪੂਰੀ ਹੋਵੇ। ਅੱਜ ਮੈਂ ਮੰਗਦਾ ਕਿ ਤੁਸੀਂ ਕੁਝ ਵਕਤ ਲੈ ਕੇ ਇਹ ਆਪਣੇ ਦੇਖੋ ਕਿ ਹਾਂ ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਜੀਵਨ ਵਿੱਚ ਖੜੀਆਂ ਕਰ ਰਿਹਾ ਹਾਂ, ਲੇਕਿਨ ਮੈਨੂੰ ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਜਾਣਨ ਦੀ ਲੋੜ ਆ ਕਿ ਕੀ ਮੇਰੇ ਕੋਲ ਪਰਮੇਸ਼ਵਰ ਦੀ ਮਰਜ਼ੀ ਹੈ, ਕਿ ਪਰਮੇਸ਼ਵਰ ਇਹਨਾਂ ਗੱਲਾਂ ਦੇ ਵਿੱਚ ਆ, ਕਿ ਮੇਰੇ ਕੋਲ ਪਰਮੇਸ਼ਵਰ ਦੀ ਰਜ਼ਾ ਆ ਜਿਹਨਾਂ ਚੀਜ਼ਾਂ ਨੂੰ ਮੈਂ ਬਣਾ ਰਿਹਾ ਆ, ਕਿ ਮੇਰੇ ਕੋਲ ਪਰਮੇਸ਼ਵਰ ਦਾ ਖਿਆਲ ਆ ਇਸ ਗੱਲ ਦੇ ਵਿੱਚ। ਜਦੋਂ ਪਰਮੇਸ਼ਵਰ ਦਾ ਬੇਟਾ ਬੇਟੀ ਇਸ ਗੱਲ ਨੂੰ ਧਿਆਨ ਰੱਖ ਕੇ ਹਰ ਗੱਲ ਨੂੰ ਕਰਨਗੇ ਆਪਣੇ ਜੀਵਨ ਦੇ ਵਿੱਚ, ਉਸ ਵੇਲੇ ਤੁਸੀਂ ਦੇਖੋਗੇ ਕਿ ਤੁਸੀਂ ਕੁਝ ਇਸ ਤਰ੍ਹਾਂ ਦਾ ਬਣਾਓਗੇ ਜੋ ਕਿ ਪਰਮੇਸ਼ਵਰ ਨੂੰ ਦਿਲ ਦੇ ਵਿੱਚ ਬਹੁਤ ਹੀ ਖੁਸ਼ੀ ਔਰ ਆਨੰਦ ਲੈ ਕੇ ਆਵੇਗਾ। ਪਰਮੇਸ਼ਵਰ ਦੇ ਲੋਕੋ, ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ ਅੱਧੀ ਰਾਤ ਦੇ ਸਮੇਂ? ਇਹ ਉਹ ਐਪ ਵਿੱਚ ਵਾਪਸ ਜਾਂਦੀ ਆ ਜਿਹਦੇ ਨਾਲ ਮੈਂ ਸ਼ੁਰੂ ਕੀਤਾ ਸੀਗਾ ਕੁਝ ਦੇਰ ਪਹਿਲਾਂ, ਕੁਝ ਹਫ਼ਤੇ ਪਹਿਲਾਂ। ਔਰ ਮੈਂ ਕਿਹਾ ਕਲਾਮ ਕਹਿੰਦਾ ਆ ਕਿ ਪਰਮੇਸ਼ਰ ਪੁੱਤਰ ਨੂੰ ਪਿਆਰ ਕਰੋ ਨਹੀਂ ਤਾਂ ਤੁਸੀਂ ਬਰਬਾਦ ਹੋ ਜਾਓਗੇ। ਔਰ ਇੱਕ ਰਸਤਾ ਆ ਇਨਸਾਨ ਦਾ ਜੋ ਕਿ ਆਪਣੇ ਆਪ ਨੂੰ ਪਸੰਦ ਕਰਦਾ ਆ, ਉਹ ਗੱਲਾਂ ਜੋ ਕਰਦਾ ਆਪਣੇ ਆਪ ਦੇ ਵਾਸਤੇ। ਔਰ ਉਸ ਰਸਤੇ ਦੇ ਵਿੱਚ ਜੇ ਤੁਸੀਂ ਧਿਆਨ ਨਾ ਰਹੋ, ਜੇ ਤੁਸੀਂ ਵਕਤ ਨਾ ਲਵੋ,
ਜੇ ਤੁਸੀਂ ਪਰਮੇਸ਼ਰ ਦੇ ਪੁੱਤਰ ਨੂੰ ਪਿਆਰ ਨਾ ਕਰੋ, ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਆਪਣੀ ਵਫਾਦਾਰੀ ਉਸਨੂੰ ਨਾ ਦਿਖਾਵੋ, ਤੁਸੀਂ ਆਪਣਾ ਡੈਡੀਕੇਸ਼ਨ ਉਸਨੂੰ ਨਾ ਦਿਖਾਵੇ, ਜੇ ਤੁਸੀਂ ਕਮਿਟਮੈਂਟ ਕੀਤੀ ਉਸਨੂੰ ਨਾ ਦਿਖਾਵੋ, ਉਹ ਰਸਤਾ ਆ ਜਿਹਦੇ ਵਿੱਚ ਤੁਸੀਂ ਬਰਬਾਦ ਹੋ ਸਕਦੇ ਹੋ। ਪਵਿੱਤਰ ਆਤਮਾ ਗੱਲ ਕਰ ਰਿਹਾ ਕਿਸੇ ਦੇ ਨਾਲ। ਮੇਰਾ ਮੰਨਣਾ ਆ ਕਿ ਪਰਮੇਸ਼ਵਰ ਕਿਸੇ ਨਾਲ ਕੁਸ਼ਤੀ ਕਰ ਰਿਹਾ ਹੈ, ਕਿਸੇ ਦੇ ਆਤਮਾ ਦੇ ਨਾਲ ਕੁਸ਼ਤੀ। ਪਰਮੇਸ਼ਵਰ ਆਪਣੀ ਦੁਲਹਨ ਦੀ ਆਤਮਾ ਦੇ ਨਾਲ ਕੁਸ਼ਤੀ ਕਰ ਰਿਹਾ ਹੈ, ਕਿਉਂਕਿ ਦੁਲਹਾ ਜੋ ਹੈ ਉਹ ਆ ਰਿਹਾ ਆ। ਔਰ ਜੋ ਆਇਤ ਮੈਂ ਸਾਂਝੀ ਕੀਤੀ ਸੀਗੀ ਇੱਕ ਹਫ਼ਤੇ ਪਹਿਲਾਂ, ਜਦੋਂ ਮੈਂ ਕਿਹਾ ਸੀਗਾ, ਯਿਸੂ ਕਹਿੰਦਾ ਆ ਕਿ ਜੇ ਤੁਸੀਂ ਕੋਸੇ ਰਵੋ, ਨਾ ਠੰਡੇ ਨਾ ਤੱਤੇ, ਕਿ ਮੈਂ ਤੁਹਾਨੂੰ ਆਪਣੇ ਮੂੰਹ ਦੇ ਵਿੱਚੋਂ ਥੁੱਕ ਦੇਵਾਂਗਾ। ਔਰ ਇਹ ਆਇਤ ਆ ਜਿਨ੍ਹਾਂ ਨੂੰ ਲੋਕੀ ਸੁਣਨਾ ਨਹੀਂ ਚਾਹੁੰਦੇ। ਔਰ ਮੇਰਾ ਆਬਜੈਕਟਿਵ ਇਹ ਹੈ ਕਿ ਮੈਂ ਤੁਹਾਨੂੰ ਡਰਾਵਾਂ ਨਾ, ਲੇਕਿਨ ਇਹਨਾਂ ਗੱਲਾਂ ਨਾਲ ਤੁਹਾਨੂੰ ਚੰਗਿਆਈ ਮਿਲੇਗੀ। ਪਰਮੇਸ਼ਵਰ ਮੰਗਦਾ ਹੈ ਕਿ ਉਹਦੀ ਦੁਲਹਨ ਜੋ ਆ ਉਹਦੇ ਨਜ਼ਦੀਕ ਆਵੇ, ਉਹਦੇ ਦਿਲ ਨੂੰ ਪਛਾਣੇ, ਔਰ ਕਹਿੰਦਾ ਕਿ ਜੋ ਵੀ ਮੈਂ ਬਣਾਉਣਾ ਆ ਮੈਂ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ ਬਣਾਵਾਂ। ਜਿਹੜੀ ਵੀ ਚੀਜ਼ ਨੂੰ ਮੈਂ ਹੱਥ ਲਾਵਾਂ, ਮੈਂ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ ਹੱਥ ਲਾਵਾਂ। ਮੈਂ ਆਪਣੇ ਆਪ ਨੂੰ ਬਿਲੋਂਗ ਨਹੀਂ ਕਰਦਾ, ਮੈਂ ਪਰਮੇਸ਼ਰ ਨੂੰ ਬਿਲੋਂਗ ਕਰਦਾ ਹਾਂ। ਪਰਮੇਸ਼ਰ ਦੇ ਲੋਕੋ, ਇਹ ਸਾਨੂੰ ਸੁਰੱਖਿਅਤ ਰੱਖੇਗਾ ਇਸ ਹਨੇਰੇ ਦੇ ਸਮੇਂ ਦੇ ਵਿੱਚ। ਯਾਦ ਰੱਖੀਏ ਕਿ ਮੈਂ ਤੁਹਾਨੂੰ ਸਿਖਾਇਆ ਸੀਗਾ ਕਿ ਪਰਮੇਸ਼ਰ ਦਾ ਵਚਨ ਸਾਫ਼ ਆ। ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ, ਉਹਨਾਂ ਦਾ ਜੋ ਵਿਸ਼ਵਾਸ ਆ ਜੋ ਠੰਡਾ ਹੋ ਜਾਏਗਾ। ਹਾਂ, ਉਹਨਾਂ ਦਾ ਵਿਸ਼ਵਾਸ ਜੋ ਆ ਠੰਡਾ ਹੋ ਜਾਏਗਾ, ਤੁਹਾਡਾ ਔਰ ਮੇਰਾ। ਅਸੀਂ ਉਹਨਾਂ ਲੋਕਾਂ ਵਿੱਚ ਨਹੀਂ ਹੋਵਾਂਗੇ, ਕਿਉਂਕਿ ਅਸੀਂ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਰਵਾਂਗੇ, ਅਸੀਂ ਉੱਠਣ ਵਾਲੇ ਰਵਾਂਗੇ। ਮੈਂ ਉਸ ਨੂੰ ਪਿਆਰ ਕਰਦਾ ਰਹਾਂਗਾ। ਮੈਂ ਜ਼ਿੰਦਾ ਕੁਰਬਾਨੀ ਬਣ ਕੇ ਰਵਾਂਗਾ। ਹਰ ਇੱਕ ਚੀਜ਼ ਜੋ ਮੈਂ ਕਰਦਾ ਹਾਂ, ਹਰ ਇੱਕ ਚੀਜ਼ ਜੋ ਅਸੀਂ ਕਰਦੇ ਹਾਂ ਪਰਮੇਸ਼ਰ ਦੇ ਲੋਕੋ, ਅਸੀਂ ਉਹ ਕਰਾਂਗੇ ਪਰਮੇਸ਼ਵਰ ਨੂੰ ਪਸੰਦ ਕਰਨ ਦੇ ਵਾਸਤੇ। ਉਸ ਨਾਲੋਂ ਜ਼ਿਆਦਾ ਜੋ ਕਿ ਅਸੀਂ ਮੰਗਦੇ ਹਾਂ ਖੁਦ ਆਪਣੇ ਆਪ ਨੂੰ ਪਸੰਦ ਕਰਨ ਦੇ ਵਾਸਤੇ। ਜਾਗ ਜਾ ਮੇਰੀ ਆਤਮਾ ਔਰ ਗਾ, ਔਰ ਉਹਦੀ ਆਰਾਧਨਾ ਕਰ, ਉੱਚੀ ਉੱਚੀ ਉਹਦੀ ਆਰਾਧਨਾ ਕਰ। ਜਦੋਂ ਕਿ ਪ੍ਰਭੂ ਸਾਨੂੰ ਤਿਆਰ ਕਰ ਰਿਹਾ ਹੈ ਇਸ ਘੰਟੇ ਦੇ ਵਿੱਚ, ਮੇਰਾ ਵਿਸ਼ਵਾਸ ਆ ਕਿ ਪਵਿੱਤਰ ਆਤਮਾ ਆਪਣੀ ਦੁਲਹਨ ਨੂੰ ਤਿਆਰ ਕਰ ਰਿਹਾ ਹੈ। ਮੈਂ ਸੁਣ ਰਿਹਾ ਹਾਂ ਕਿ ਪਰਮੇਸ਼ਰ ਦਾ ਦਿਲ ਮੈਂ ਨਹੀਂ ਰਹਿ ਸਕਦਾ, ਬਲਕਿ ਰਿਸਪੌਂਡ ਕਰਾਂ ਪ੍ਰਭੂ ਦੀ ਹਜ਼ੂਰੀ ਨੂੰ ਜੋ ਕਿ ਇਸ ਕਮਰੇ ਨੂੰ ਭਰ ਰਹੀ ਆ। ਪਰਮੇਸ਼ਰ ਨੇ ਮੈਨੂੰ ਕਿਹਾ, ਜੋ ਇਹ ਵਚਨ ਆ ਇਸ ਘੰਟੇ ਦੇ ਵਿੱਚ, ਇਸ ਮੌਸਮ ਦੇ ਵਿੱਚ, ਮੇਰਾ ਜੋ ਅਸਾਈਨਮੈਂਟ ਆ ਕਿ ਮੈਂ ਪਰਮੇਸ਼ਰ ਦੇ ਬਦਨ ਨੂੰ ਤਿਆਰ ਕਰਾਂ, ਤਾਂ ਕਿ ਉਹਨਾਂ ਦਾ ਜੋ ਵਿਸ਼ਵਾਸ ਹੈ ਉਹ ਠੰਡਾ ਨਾ ਹੋ ਜਾਵੇ। ਇਹਨਾਂ ਅੰਤ ਦੇ ਦਿਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਮੌਸਮ ਵਿੱਚ ਜਾ ਰਹੇ ਹਾਂ ਜੋ ਕਿ ਅੰਤ ਦਾ ਸਮੇਂ ਆ। ਅਸੀਂ ਅੰਤ ਦੇ ਸਮੇਂ ਦੇ ਵਿੱਚ, ਰਾਤ ਦੇ ਸਮੇਂ ਵਿੱਚ ਜਾ ਰਹੇ ਹਾਂ, ਔਰ ਦੁਸ਼ਮਣ ਦੇ ਚਾਲਾਂ ਤੋਂ ਅਸੀਂ ਬਰਬਾਦ ਨਹੀਂ ਹੋਵਾਂਗੇ ਜੇ ਅਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਵਾਂਗੇ। ਔਰ ਅਸੀਂ ਕਿੱਦਾਂ ਪਰਮੇਸ਼ਵਰ ਦੇ ਵਿੱਚ ਬਣੇ ਰਵਾਂਗੇ? ਅਸੀਂ ਪਰਮੇਸ਼ਵਰ ਵੱਲ ਨੂੰ ਧਿਆਨ ਕਰਾਂਗੇ ਜਦੋਂ ਅਸੀਂ ਕੁਝ ਬਣਾਉਂਦੇ ਹਾਂ ਕਿ ਪਰਮੇਸ਼ਵਰ ਦੇ ਵਿੱਚ ਆ, ਮੈਂ ਕੁਝ ਕਰ ਰਿਹਾ ਹਾਂ ਕਿ ਪਰਮੇਸ਼ਵਰ ਇਹਦੇ ਵਿੱਚ ਆ। ਕਿਉਂ ਮੈਂ ਕਰ ਰਿਹਾ ਹਾਂ? ਕਿ ਪਰਮੇਸ਼ਵਰ ਮੇਰਾ ਘਰ ਨੂੰ ਬਣਾ ਰਿਹਾ ਹੈ।
ਕਿਉਂਕਿ ਤੁਸੀਂ ਇਹਨਾਂ ਗੱਲਾਂ ਨੂੰ ਕਰ ਸਕਦੇ ਹੋ ਔਰ ਉਹ ਸ਼ੋਹਰਤ ਲੱਗ ਸਕਦੀਆਂ, ਉਹ ਚੰਗੀਆਂ ਲੱਗ ਸਕਦੀਆਂ, ਲੇਕਿਨ ਉਹ ਪਰਮੇਸ਼ਰ ਦੇ ਦਿਲ ਨੂੰ ਸਕੂਨ ਨਹੀਂ ਲੈ ਕੇ ਆਉਣਗੀਆਂ। ਜੋ ਤੁਸੀਂ ਬਣਾ ਰਹੇ ਹੋ ਉਹ ਬਰਬਾਦ ਆ, ਉਹ ਬਰਬਾਦੀ ਆ। ਮੈਂ ਮੰਗਦਾ ਕਿ ਤੁਸੀਂ ਆਪਣੇ ਵਚਨਾਂ ਨੂੰ ਖੋਲੀਏ, ਮੇਰੇ ਨਾਲ ਮੁੜੀਏ। ਉਤਪਤੀ ਕਿਤਾਬ ਉਹਦਾ 11 ਬਾਬ, ਉਹਦੀ 1 ਆਇਤ, ਉਹਦੀ 9 ਆਇਤ ਤੱਕ ਪੜਾਂਗੇ। ਪਾਸਟਰ ਪੜ੍ਹੀ ਕਿਤਾਬ 11 ਬਾਬ ਔਰ ਉਹਦੀ 1 ਆਇਤ। ਹੁਣ ਸਾਰੀ ਧਰਤੀ ਦੀ ਇੱਕ ਭਾਸ਼ਾ ਸੀਗੀ ਔਰ ਇੱਕ ਸ਼ਬਦ ਸੀਗੇ। ਔਰ ਜਦੋਂ ਲੋਕੀ ਪੂਰਬ ਤੋਂ ਆਏ, ਉਹਨਾਂ ਨੇ ਇੱਕ ਜਗ੍ਹਾ ਨੂੰ ਦੇਖਿਆ ਜਿਸ ਦਾ ਨਾਮ ਸ਼ਿਨਾਰ ਸੀਗਾ। ਉੱਥੇ ਆਣ ਕੇ ਉਹ ਵਸ ਗਏ ਔਰ ਉਹਨਾਂ ਨੇ ਇੱਕ ਦੂਜੇ ਨੂੰ ਕਿਹਾ, ਆਓ ਔਰ ਆ ਕੇ ਆਪਾਂ ਇੱਟਾਂ ਬਣਾਈਏ, ਉਹਨਾਂ ਨੂੰ ਚੰਗੀ ਤਰ੍ਹਾਂ ਜਲਾਈਏ। ਉਹਨਾਂ ਨੇ ਇੱਟਾਂ ਲਈਆਂ ਔਰ ਪੱਥਰ ਲਏ ਔਰ ਉਹਨਾਂ ਨੇ ਕਿਹਾ, ਆਓ ਆਪਣੇ ਵਾਸਤੇ ਇੱਕ ਸ਼ਹਿਰ ਬਣਾਈਏ, ਇੱਕ ਇਮਾਰਤ ਬਣਾਈਏ ਜੋ ਕਿ ਸਵਰਗ ਨੂੰ ਪਹੁੰਚੇਗਾ, ਔਰ ਆਪਣੇ ਵਾਸਤੇ ਇੱਕ ਨਵਾਂ ਨਾਮ ਖੜਾ ਕਰੀਏ ਇਸ ਤੋਂ ਪਹਿਲਾਂ ਕਿ ਅਸੀਂ ਦੁਨੀਆ ਉੱਤੇ ਫੈਲਾਏ ਜਾਈਏ। ਔਰ ਪ੍ਰਭੂ ਥੱਲੇ ਆਇਆ ਔਰ ਉਸਨੇ ਸ਼ਹਿਰ ਨੂੰ ਦੇਖਿਆ, ਇਸ ਇਮਾਰਤ ਨੂੰ ਦੇਖਿਆ ਜੋ ਕਿ ਇਨਸਾਨ ਦੇ ਪੁੱਤਰਾਂ ਨੇ ਬਣਾਈ ਸੀਗੀ। ਔਰ ਪ੍ਰਭੂ ਨੇ ਕਿਹਾ, ਰੁਕੋ, ਦੇਖੋ, ਇਹ ਇੱਕ ਲੋਕ ਨੇ, ਇਹਨਾਂ ਦੀ ਇੱਕ ਭਾਸ਼ਾ ਹੈ ਔਰ ਇਹ ਸਿਰਫ ਸ਼ੁਰੂਆਤ ਹੈ ਜੋ ਕਿ ਇਹ ਕਰਨ ਜਾ ਰਹੇ ਆ। ਔਰ ਇਹਨਾਂ ਨੂੰ ਜੋ ਇਹ ਕਰਨਗੇ ਜਾਂ ਕਹਿਣਗੇ, ਉਹ ਉਹਨਾਂ ਨੂੰ ਕੁਝ ਵੀ ਨਹੀਂ ਰੋਕ ਸਕਦਾ। ਆਓ ਇਸ ਲਈ ਚੱਲੀਏ, ਥੱਲੇ ਚੱਲੀਏ ਔਰ ਇਹਨਾਂ ਦੀ ਭਾਸ਼ਾ ਨੂੰ ਕਨਫਿਊਜ਼ ਕਰ ਦਈਏ ਤਾਂ ਕਿ ਉਹ ਇੱਕ ਦੂਜੇ ਨੂੰ ਸਮਝ ਨਾ ਸਕਣ। ਇਸ ਲਈ ਪ੍ਰਭੂ ਨੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਫੈਲਾ ਦਿੱਤਾ ਔਰ ਉਹਨਾਂ ਨੇ ਉਸ ਇਮਾਰਤ ਨੂੰ ਛੱਡ ਦਿੱਤਾ ਔਰ ਇਸ ਕਰਕੇ ਉਸ ਦਾ ਨਾਮ ਬਾਬਲ ਰੱਖਿਆ ਗਿਆ, ਕਿਉਂਕਿ ਪ੍ਰਭੂ ਨੇ ਉੱਥੇ ਥੱਲੇ ਆਣ ਕੇ ਉਹਨਾਂ ਦੀ ਭਾਸ਼ਾ ਨੂੰ ਕਨਫਿਊਜ਼ ਕਰ ਦਿੱਤਾ ਸੀਗਾ ਔਰ ਉੱਥੇ ਪਰਮੇਸ਼ਰ ਨੇ ਉਹਨਾਂ ਨੂੰ ਸਾਰੇ ਪਾਸੇ ਦੇ ਦਿੱਤਾ ਸੀਗਾ। ਔਰ 6 ਵਾਰ ਇੱਕ ਆਇਤ ਨੂੰ ਫਿਰ ਪੜਿਆ ਜਾਵੇ। 6 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰਮੇਸ਼ਰ ਨੇ ਕਿਹਾ, ਦੇਖੋ, ਇਹ ਇੱਕ ਲੋਕ ਨੇ ਔਰ ਇਹਨਾਂ ਦੀ ਇੱਕ ਭਾਸ਼ਾ ਹੈ। ਦੇਖੋ, ਇਹ ਇੱਕ ਲੋਕ ਨੇ ਔਰ ਕੀ ਇਹਨਾਂ ਦੀ ਇੱਕ ਭਾਸ਼ਾ ਆ ਔਰ ਇਹ ਸਿਰਫ ਸ਼ੁਰੂਆਤ ਆ ਉਹ ਕੀ ਕਰਨ ਜਾ ਰਹੇ ਆ। ਔਰ ਕੁਝ ਵੀ ਜੋ ਉਹ ਸੋਚਣਗੇ ਕਰਨ ਦੇ ਵਾਸਤੇ, ਉਹ ਅਸੰਭਵ ਨਹੀਂ ਹੋਵੇਗਾ ਉਹਨਾਂ ਦੇ ਵਾਸਤੇ ਕਰਨ ਦੇ ਵਾਸਤੇ। ਤੁਹਾਨੂੰ ਸਮਝਣ ਦੀ ਲੋੜ ਆ ਕਿ ਇਹ ਗਵਾਹੀ ਆ ਪ੍ਰਭੂ ਦੀ ਲੋਕਾਂ ਦੇ ਵਾਸਤੇ। ਇਹ ਪ੍ਰਭੂ ਆ ਕਹਿ ਰਿਹਾ ਆ ਕਿ ਜਿਹੜੇ ਲੋਕ ਜੋ ਸੀਗੇ ਉਹਨਾਂ ਦੀ ਇੱਕ ਏਦਾਂ ਦੀ ਏਕਤਾ ਸੀਗੀ ਕਿ ਕਹਿੰਦਾ ਕਿ ਮੈਂ ਥੱਲੇ ਆਇਆ ਕਿ ਉਹਨਾਂ ਦਾ ਕੰਮ ਦੇਖਾਂ। ਸੋਚੀਏ, ਪਰਮੇਸ਼ਰ ਥੱਲੇ ਆਵੇ ਸਾਨੂੰ ਦੇਖਣ ਦੇ ਵਾਸਤੇ, ਕਿ ਤੁਹਾਨੂੰ ਦੇਖਣ ਦੇ ਵਾਸਤੇ ਕਿ ਤੁਸੀਂ ਕੀ ਕਰ ਰਹੇ ਹੋ, ਕਿਉਂਕਿ ਉਸਨੇ ਦੇਖਿਆ ਸਵਰਗਾਂ ਚੋਂ ਕਿ ਤੁਸੀਂ ਜੋ ਕਰ ਰਹੇ ਹੋ ਕਿੰਨਾ ਸੋਹਣਾ ਆ। ਮੇਰੀ ਪ੍ਰਾਰਥਨਾ ਹੈ ਕਿ ਏਦਾਂ ਦੀ ਐਕਸਲੈਂਸ ਤੁਸੀਂ ਆਪਣੇ ਜੀਵਨ ਵਿੱਚ ਲੈ ਸਕੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਲੇਕਿਨ ਇੱਕ ਮੁਸ਼ਕਿਲ ਸੀਗੀ, ਇੱਕ ਪ੍ਰੋਬਲਮ ਸੀਗੀ ਜਿਹਦੇ ਵਿੱਚ ਉਹ ਜੋ ਕਰ ਰਹੇ ਸੀਗੇ। ਉਹ ਕਹਿੰਦੇ, ਪ੍ਰਭੂ ਕਹਿੰਦਾ ਹੈ ਕਿ ਜੋ ਵੀ ਉਹਨਾਂ ਨੇ ਆਪਣੇ ਦਿਲ ਵਿੱਚ ਠਾਣ ਲਿਆ ਆ, ਉਹਨਾਂ ਦੇ ਵਾਸਤੇ ਸੰਭਵ ਨਹੀਂ ਹੋਵੇਗਾ। ਇਹ ਪ੍ਰਭੂ ਦੀ ਗਵਾਹੀ ਆ ਕਿ ਜੋ ਇਨਸਾਨ ਸੋਚਦਾ ਆ, ਉਹ ਠਾਣ ਲੈਂਦਾ ਹੈ, ਉਹਦੇ ਵਾਸਤੇ ਸੰਭਵ ਨਹੀਂ ਹੋਵੇਗਾ, ਕਿਉਂਕਿ ਉਹ ਇੱਕ ਲੋਕ ਨੇ, ਉਹ ਏਕਤਾ ਵਿੱਚ ਸੀਗੇ। ਉਹ ਇੱਕ ਇਨਸਾਨ ਦੀ ਸੈਨਾ ਸੀਗੀ, ਉਹਨਾਂ ਦੀ ਇਕੱਠ ਸੀਗੀ। ਉਹ ਉਸ ਦਇਆ ਵਿੱਚ ਕੰਮ ਕਰ ਰਹੇ ਸੀਗੇ, ਇੱਕ ਭਾਸ਼ਾ ਸੀਗੀ। ਔਰ ਉਸ ਤਰ੍ਹਾਂ ਦੀ ਏਕਤਾ ਜਦੋਂ ਇਕੱਠੇ ਹੁੰਦੇ ਆ ਇੱਕ ਮੌਕੇ ਦੇ ਵਿੱਚ, ਉਹਨਾਂ ਦੇ ਵਾਸਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੋਵੇਗੀ। ਲੇਕਿਨ ਫਿਰ ਵੀ ਅਸੀਂ ਚਰਚ ਹੋਣ ਦੇ ਨਾਤੇ ਬਹੁਤ ਸਾਰੀਆਂ ਗੱਲਾਂ ਆ ਜੋ ਕਿ ਸਾਡੇ ਵਾਸਤੇ ਅਸੰਭਵ ਆ। ਕਿਉਂ ਪਰਮੇਸ਼ਰ ਇੱਥੇ ਕਹਿ ਰਿਹਾ ਆ ਕਿ ਇਹ ਲੋਕ, ਇਹ ਇੱਕ ਲੋਕ ਨੇ, ਇਹ ਬਟਾਰੇ ਨਹੀਂ ਹੋਏ, ਬੱਟੇ ਨਹੀਂ ਹੋਏ, ਲੇਕਿਨ ਉਹ ਇੱਕ ਲੋਕ ਨੇ। ਜਦੋਂ ਉਹ ਇੱਕ ਹੁੰਦੇ ਆ,
ਔਰ ਦੇਖੋ ਉਹਨਾਂ ਨੇ ਕੀ ਕਰ ਲਿਆ। ਜੇ ਅੱਜ ਪਰਮੇਸ਼ਵਰ ਚਰਚ ਨੂੰ ਦੇਖੇ, ਏਕਤਾ ਜੋ ਆ ਉਹ ਗਵਾਚੀ ਹੋਈ ਆ। ਔਰ ਜਿੰਨੇ ਵੀ ਰਿਵਾਈਵ ਨੇਸ਼ਨ ਚਰਚਸ ਸਾਨੂੰ ਦੇਖ ਰਹੇ ਆ, ਮੈਂ ਮੰਗਦਾ ਹਾਂ ਕਿ ਤੁਸੀਂ ਸੁਣੋ ਇਸ ਗੱਲ ਨੂੰ ਕਿ ਪਰਮੇਸ਼ਵਰ ਕਹਿੰਦਾ ਆ ਕਿ ਇਹਨਾਂ ਦੀ ਏਕਤਾ ਨੂੰ ਦੇਖੋ। ਇਹਨਾਂ ਦੇ ਵਾਸਤੇ ਕੁਝ ਵੀ ਸੰਭਵ ਨਹੀਂ ਹੋਵੇਗਾ, ਲੇਕਿਨ ਅੱਜ ਬਹੁਤ ਹੀ ਮੁਸ਼ਕਿਲ ਆ ਉਸ ਏਕਤਾ ਨੂੰ ਲੱਭਣਾ ਚਰਚਾਂ ਦੇ ਵਿੱਚ, ਉਸ ਏਕਤਾ ਨੂੰ ਲੱਭਣਾ ਪਰਮੇਸ਼ਰ ਦੇ ਲੋਕਾਂ ਦੇ ਵਿੱਚ, ਉਹਨਾਂ ਲੋਕਾਂ ਨੂੰ ਲੱਭਣਾ ਜਿਹੜੇ ਕਿ ਇਕੱਠ ਵਿੱਚ ਨੇ, ਜਿਹੜੇ ਉਹਨਾਂ ਲੋਕਾਂ ਨੂੰ ਲੱਭਣਾ ਜੋ ਕਿ ਆਪਣੇ ਪਾਸਟਰ ਦੇ ਨਾਲ ਖੜੇ ਨੇ, ਉਹ ਲੋਕਾਂ ਨੂੰ ਲੱਭਣਾ ਜੋ ਕਿ ਚੁਗਲੀ ਕਰਨਾ ਨਹੀਂ ਮੰਗਦੇ ਚਰਚ ਦੇ ਵਿੱਚ, ਉਹਨਾਂ ਲੋਕਾਂ ਨੂੰ ਜੋ ਕਿ ਇੱਕ ਦੂਜੇ ਨੂੰ ਪਿਆਰ ਕਰਦੇ ਆ, ਜੋ ਕਿ ਇੱਕ ਦੂਜੇ ਨੂੰ ਰਹਿਮ ਦਿਖਾਣਗੇ, ਇੱਕ ਦੂਜੇ ਨੂੰ ਖਿਆਲ ਰੱਖਣਗੇ, ਉਹ ਲੋਕ ਜੋ ਕਿ ਇੱਕ ਦੂਜੇ ਨੂੰ ਉੱਤੇ ਉਠਾਣਗੇ। ਇਦਾਂ ਦੇ ਲੋਕਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਆ। ਅਸੀਂ ਬੋਲਦੇ ਬਹੁਤ ਜ਼ਿਆਦਾ ਆ, ਅਸੀਂ ਜਾਂ ਬਹੁਤ ਘੱਟ ਬੋਲਦੇ ਆ। ਅਸੀਂ ਦੁਖੀ ਆ ਜਾਂ ਕਿਸੇ ਨੂੰ ਦੁਖੀ ਕਰਦੇ ਆ, ਅਸੀਂ ਕਿਸੇ ਦਾ ਖਿਆਲ ਨਹੀਂ ਕਰਦੇ। ਅਸੀਂ ਬਹੁਤ ਜਲਦੀ ਲੋਕਾਂ ਦੇ ਉੱਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਆ, ਚਾਹੇ ਸਾਡੇ ਅੱਖਾਂ ਦੇ ਵਿੱਚ ਰੋੜਾ ਕਿਉਂ ਨਾ ਹੋਵੇ, ਲੇਕਿਨ ਅਸੀਂ ਦੂਸਰਿਆਂ ਦੇ, ਆਪਣੇ ਗਵਾਂਢੀਆਂ ਦੇ ਚੀਜ਼ਾਂ ਨੂੰ ਜ਼ਿਆਦਾ ਦੇਖਦੇ ਆ। ਪਰਮੇਸ਼ਰ ਸਾਡੇ ਨਾਲ ਕੁਝ ਨਹੀਂ ਕਰ ਸਕਦਾ। ਇਸ ਲਈ ਅੱਜ ਏਦਾਂ ਦਾ ਅਸੀਂ ਚਰਚ ਬਣ ਚੁੱਕੇ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਆ, ਬਹੁਤ ਜ਼ਿਆਦਾ ਇੱਕ ਦੂਜੇ ਤੇ ਦੋਸ਼ ਲਗਾਉਣਾ ਆ, ਬਹੁਤ ਜ਼ਿਆਦਾ ਇੱਕ ਦੂਸਰੇ ਦੇ ਨਾਲ ਗੁੱਸਾ ਗਿਲਾ ਆ, ਲੇਕਿਨ ਜਿਹੜੀਆਂ ਫਲ ਆ ਉਹ ਬਹੁਤ ਘੱਟ ਆ, ਕਿਉਂਕਿ ਅਸੀਂ ਬਹੁਤ ਜ਼ਿਆਦਾ ਅਸੀਂ ਬਿਜ਼ੀ ਆ ਬਟਵਾਰੇ ਦੇ ਵਿੱਚ। ਔਰ ਦੁਸ਼ਮਣ ਇਸ ਨੂੰ ਬਹੁਤ ਪਿਆਰ ਕਰਦਾ ਹੈ। ਜੋ ਦੁਸ਼ਮਣ ਆ ਇਸ ਗੱਲ ਨੂੰ ਬਹੁਤ ਇੰਜੋਏ ਕਰ ਰਿਹਾ ਹੈ, ਕਿਸ ਤਰ੍ਹਾਂ ਤੁਸੀਂ ਬਟਵਾਰੇ ਵਿੱਚ ਹੋ। ਪਰਮੇਸ਼ਰ ਦੇ ਬੱਚੇ, ਜਦੋਂ ਤੁਸੀਂ ਇਸ ਵਚਨ ਨੂੰ ਸੁਣਦੇ ਹੋ, ਆਪਣੇ ਧਿਆਨ ਨੂੰ ਕਾਇਮ ਕਰੀਏ ਕਿ ਕੀ ਹੋ ਰਿਹਾ ਆ। ਪਰਮੇਸ਼ਰ ਉਹਨਾਂ ਲੋਕਾਂ ਨੂੰ ਦੇਖਦਾ ਹੈ ਔਰ ਕਹਿੰਦਾ ਆ ਕਿ ਕੁਝ ਉਹਨਾਂ ਦੇ ਵਾਸਤੇ ਅਸੰਭਵ ਨਹੀਂ ਹੋਵੇਗਾ, ਲੇਕਿਨ ਉਸ ਗੱਲ ਨੂੰ ਪਰਮੇਸ਼ਰ ਨੂੰ ਪਸੰਦ ਨਹੀਂ ਕੀਤਾ। ਪਰਮੇਸ਼ਰ ਨੇ ਉਹਨਾਂ ਦੇ ਵਿੱਚ ਕਨਫਿਊਜ਼ਨ ਪਾ ਦਿੱਤੀ। ਪਰਮੇਸ਼ਰ ਨੇ ਉਹਨਾਂ ਦੀ ਜ਼ੁਬਾਨ ਦੇ ਵਿੱਚ, ਉਹਨਾਂ ਦੀ ਭਾਸ਼ਾ ਦੇ ਵਿੱਚ ਕਨਫਿਊਜ਼ਨ ਪਾ ਦਿੱਤੀ ਔਰ ਪੂਰੀ ਧਰਤੀ ਦੇ ਉੱਤੇ ਉਹਨਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ। ਪਰਮੇਸ਼ਵਰ ਦੇ ਲੋਕ, ਉਹਨਾਂ ਦੀ ਬਹੁਤ ਵੱਡੀ ਏਕਤਾ ਸੀਗੀ, ਲੇਕਿਨ ਉਹਨਾਂ ਨੇ ਪਰਮੇਸ਼ਰ ਨੂੰ ਉਹਦੇ ਵਿੱਚੋਂ ਕੱਢ ਦਿੱਤਾ ਸੀਗਾ। ਉਹਨਾਂ ਦੀ ਬਹੁਤ ਡਾਇਰੈਕਸ਼ਨ ਸੀਗੀ ਉਹਨਾਂ ਦੇ ਕੋਲ, ਲੇਕਿਨ ਉਹਨਾਂ ਨੇ ਉਸ ਗੱਲ ਨੂੰ ਗਵਾ ਦਿੱਤਾ ਕਿ ਪ੍ਰਭੂ ਉਹਨਾਂ ਦੇ ਵਿੱਚੋਂ ਕੀ ਕਰਨਾ ਮੰਗਦਾ ਸੀਗਾ। ਕਿ ਇਹ ਸਾਡੀ ਕਹਾਣੀ ਆ, ਕਿ ਇਹ ਪਰਮੇਸ਼ਰ ਸਾਡੇ ਵਾਸਤੇ ਆਣ ਕੇ ਕਹੇਗਾ ਕਿ ਅਸੀਂ ਬਣਾਉਣ ਵਾਲੇ ਤਾਂ ਬਹੁਤ ਚੰਗੇ ਆ, ਲੇਕਿਨ ਅਸੀਂ ਉਹਦੇ ਦਿਲ ਨੂੰ ਚੋਟ ਪਹੁੰਚਾਉਂਦੇ ਆ। ਅਸੀਂ ਬਿਜ਼ੀ ਹੁੰਨੇ ਆ ਚੀਜ਼ਾਂ ਨੂੰ ਵੇਚਣ ਦੇ ਵਾਸਤੇ, ਆਨਲਾਈਨ ਤੇ ਅਸੀਂ ਬਿਜ਼ੀ ਆ ਬਿਜ਼ਨਸ ਸ਼ੁਰੂ ਕਰਨ ਦੇ ਵਾਸਤੇ, ਅਸੀਂ ਬਿਜ਼ੀ ਆ ਲੋਕਾਂ ਦੇ ਵਿੱਚ, ਅਸੀਂ ਬਿਜ਼ੀ ਆ ਅਮੀਰ ਹੋਣ ਦੇ ਵਿੱਚ, ਅਸੀਂ ਬਿਜ਼ੀ ਆ ਆਪਣਾ ਕਰੀਅਰ ਬਣਾਉਣ ਦੇ ਵਿੱਚ, ਅਸੀਂ ਆਪਣੀ ਚੀਜ਼ਾਂ ਬਣਾਉਣ ਦੇ ਵਾਸਤੇ ਬਿਜ਼ੀ ਆ। ਅਸੀਂ ਚੀਜ਼ਾਂ ਕਰ ਰਹੇ ਆ, ਲੇਕਿਨ ਜੇ ਪਰਮੇਸ਼ਵਰ ਉਸ ਨੂੰ ਦੇਖੇਗਾ, ਪਰਮੇਸ਼ਵਰ ਤੁਹਾਡੇ ਆਈਡੀਆਜ਼ ਨੂੰ ਦੇਖੇਗਾ, ਏਦਾਂ ਦੇ ਆਈਡੀਆਜ਼ ਜੋ ਕਿ ਆਸਮਾਨਾਂ ਤੱਕ ਪਹੁੰਚਦੇ ਆ, ਕਿ ਪਰਮੇਸ਼ਵਰ ਉਹਨਾਂ ਪ੍ਰੋਜੈਕਟ ਨੂੰ ਦੇਖੇਗਾ ਔਰ ਕਹੇਗਾ ਕਿ ਕੁਝ ਵੀ ਇਹਨਾਂ ਦੇ ਵਾਸਤੇ ਸੰਭਵ ਨਹੀਂਗਾ, ਲੇਕਿਨ ਇਹ ਗੱਲ ਮੇਰੇ ਦਿਲ ਨੂੰ ਨਹੀਂ ਚੰਗੀ ਲੱਗਦੀ, ਲੇਕਿਨ ਮੈਂ ਇਹਨਾਂ ਦੇ ਗੱਲਾਂ ਵਿੱਚ ਨਹੀਂ ਆ, ਲੇਕਿਨ ਮੈਂ ਇਹਨਾਂ ਦੀ ਸ਼ਾਦੀ ਵਿੱਚ ਨਹੀਂ ਆ। ਕੀ ਇਹ ਗਵਾਹੀ ਤੁਹਾਡੇ ਵਾਸਤੇ ਹੋਵੇਗੀ? ਪਰਮੇਸ਼ਰ ਦੇ ਲੋਕੋ, ਤੁਸੀਂ ਜਾਣਦੇ ਹੋ ਜੇ ਇਹ ਸਾਡੇ ਵਾਸਤੇ ਕਿਹਾ ਜਾਵੇ ਤਾਂ ਫਿਰ ਜੋ ਪ੍ਰਕਾਸ਼ਿਤ ਵਾਕਿਆ ਵਿੱਚ ਕਿਹਾ ਗਿਆ ਹੈ ਉਹ ਹੋਵੇਗਾ। ਪਰਮੇਸ਼ਰ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਆਪਣੇ ਮੂੰਹ ਦੇ ਵਿੱਚੋਂ ਥੁੱਕ ਦਿੱਤਾ। ਮੈਂ ਉਮੀਦ ਕਰਦਾ ਹਾਂ ਕਿ ਜੋ ਮੈਂ ਸਿਖਾ ਰਿਹਾ ਹਾਂ ਕਿ ਇਹ ਇਨਫੋਰਮੇਸ਼ਨ ਨਾਲੋਂ ਵੱਧ ਕੇ ਇਹ ਤੁਹਾਡੇ ਵਾਸਤੇ ਇੱਕ ਇਨਸਟਰਕਸ਼ਨ ਹੈ ਜੋ ਕਿ ਪ੍ਰਭੂ ਦੇ ਵੱਲੋਂ ਤੁਹਾਡੇ ਕੋਲ ਆ ਰਹੀ ਆ। ਪਰਮੇਸ਼ਰ ਦੇ ਲੋਕੋ, ਇਸ ਮੌਸਮ ਦੇ ਵਿੱਚ ਸਾਨੂੰ ਬਹੁਤ ਹੀ ਖਿਆਲ ਰੱਖਣ ਦੀ ਲੋੜ ਆ
ਕਿ ਇਸ ਗੱਲ ਦਾ ਕੋਈ ਪਰਵਾਹ ਨਹੀਂ ਕਿ ਅਸੀਂ ਭਾਵੇਂ ਜਿੰਨੀ ਮਰਜ਼ੀ ਇਮਾਰਤਾਂ ਕਿਉਂ ਨਾ ਬਣਾਈਏ ਜੋ ਕਿ ਸਵਰਗਾਂ ਨੂੰ ਪਹੁੰਚਦੀਆਂ ਆ, ਲੇਕਿਨ ਜੋ ਮੈਟਰ ਕਰਦਾ ਉਹ ਇਹ ਆ ਕਿ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰ ਰਹੇ ਅਸੀਂ ਕਿ ਨਹੀਂ ਕਰ ਰਹੇ। ਜੋ ਮੈਟਰ ਕਰਦਾ ਉਹ ਇਹ ਆ ਕਿ ਪਰਮੇਸ਼ਵਰ ਸਾਡੇ ਤੋਂ ਖੁਸ਼ ਆ ਕਿ ਨਹੀਂ। ਹੋ ਸਕਦਾ ਹੈ ਕਿ ਤੁਸੀਂ ਆਪਣੇ ਗੁਆਂਢੀ ਦੇ ਨਾਲ ਜੋ ਤੁਹਾਡੀ ਲੜਾਈ ਹੋਈ ਹੋਵੇ ਤੁਸੀਂ ਉਸ ਵਿੱਚ ਜਿੱਤ ਲਿਆ ਹੋਵੇ, ਲੇਕਿਨ ਕੀ ਗੱਲ ਹੈ ਪਰਮੇਸ਼ਵਰ ਉਸ ਲੜਾਈ ਦੇ ਵਿੱਚ ਖੁਸ਼ ਸੀਗਾ ਕਿ ਤੁਸੀਂ ਉਸ ਵਿੱਚ ਜਿੱਤੇ, ਕਿ ਤੁਸੀਂ ਪਰਮੇਸ਼ਵਰ ਦੇ ਦਿਲ ਨੂੰ ਜਿੱਤੇ। ਹੋ ਸਕਦਾ ਆ ਕਿ ਤੁਸੀਂ ਬਹੁਤ ਤੁਹਾਨੂੰ ਲੋਕੀ ਜਾਣ ਹੋ ਸਕਦਾ ਹੈ ਕਿ ਤੁਹਾਡੀ ਲੜਾਈ ਪੂਰੀ ਹੋਈ ਹੋਵੇ, ਹੋ ਸਕਦਾ ਕਿ ਤੁਸੀਂ ਬਹੁਤ ਖੁਸ਼ ਹੋਵੋ, ਲੇਕਿਨ ਤੁਹਾਡੀ ਮਰਜ਼ੀ ਦੇ ਵਿੱਚ ਕੀ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਪਾਲਿਆ ਆ। ਇਹ ਇੱਥੇ ਆ ਜੋ ਕਿ ਅਬਰਾਹਮ, ਜਿਸਨੂੰ ਕਿ ਬੁਲਾਇਆ ਗਿਆ ਬਹੁਤ ਸਾਰੇ ਦੇਸ਼ਾਂ ਦਾ ਪਿਤਾ, ਕਿਉਂਕਿ ਆਪਣੇ ਪੂਰੇ ਜੀਵਨ ਦੇ ਵਿੱਚ, ਪੂਰੇ ਆਪਣੀ ਜੀਵਨ ਦੀ ਵਡਿਆਈ ਦੇ ਵਿੱਚ, ਪੂਰੇ ਆਪਣੀ ਅਮੀਰੀ ਦੇ ਵਿੱਚ, ਔਰ ਜਦੋਂ ਉਸਦਾ ਸਭ ਤੋਂ ਵੱਡਾ ਜੋ ਸੁਪਨਾ ਸੀਗਾ ਜੋ ਕਿ ਉਹਦਾ ਆਪਣਾ ਬੱਚਾ ਹੋਇਆ, ਉਹ ਤਾਂ ਕੁਛ ਵੀ ਨਹੀਂ ਸੀਗਾ ਜੋ ਕਿ ਪਰਮੇਸ਼ਰ ਤੋਂ ਬਗੈਰ ਸੀਗਾ, ਕੁਛ ਵੀ ਨਹੀਂ ਸੀਗਾ ਜੋ ਕਿ ਜਿਹਦੀ ਵਜ੍ਹਾ ਨਾਲ ਉਹ ਪ੍ਰਭੂ ਵੱਲ ਧਿਆਨ ਨਾ ਕਰ ਸਕੇ। ਹਰ ਇੱਕ ਚੀਜ਼ ਦੇ ਵਿੱਚ ਉਸਨੇ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਬਣਾਇਆ ਜੋ ਕਿ ਉਹ ਪ੍ਰਭੂ ਦੇ ਚਰਨਾਂ ਵਿੱਚ ਨਾ ਰੱਖ ਸਕੇ। ਉਸਦੇ ਕੋਲ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਸੀਗਾ ਜੋ ਕਿ ਉਹ ਪ੍ਰਭੂ ਦੇ ਵਾਸਤੇ ਨਾ ਦੇ ਸਕੇ, ਚਾਹੇ ਉਹਦਾ ਆਪਣਾ ਇਕਲੌਤਾ ਪੁੱਤਰ ਹੀ ਕਿਉਂ ਨਾ ਸੀਗਾ। ਉਸਨੇ ਪਰਮੇਸ਼ਰ ਨੂੰ ਇੰਨਾ ਪਿਆਰ ਕੀਤਾ ਕਿ ਉਸਨੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਤੋਂ ਵੀ ਨਾ ਝਿਜਕਿਆ। ਮੇਰੀ ਗੱਲ ਨੂੰ ਧਿਆਨ ਨਾਲ ਸੁਣੀਏ। ਅੱਜ ਸਿਰਫ ਪਰਮੇਸ਼ਰ ਦੇ ਵਚਨ ਨੂੰ ਨਾ ਹੀ ਸੁਣੀਏ, ਪਰਮੇਸ਼ਰ ਦੇ ਦਿਲ ਦੇ ਰੋਣ ਨੂੰ ਸੁਣੀਏ। ਮੈਂ ਪਰਮੇਸ਼ਰ ਦੇ ਦਿਲ ਨੂੰ ਤੁਹਾਡੇ ਕੋਲ ਲੈ ਕੇ ਆ ਰਿਹਾ ਹਾਂ। ਅਸੀਂ ਨੱਠਣ ਦੇ ਵਿੱਚ ਬਹੁਤ ਬਿਜ਼ੀ ਹਾਂ। ਅਸੀਂ ਆਪਣੇ ਸ਼ਹਿਰਾਂ ਨੂੰ ਬਣਾ ਰਹੇ ਹਾਂ, ਅਸੀਂ ਆਪਣੀ ਇਮਾਰਤਾਂ ਨੂੰ ਬਣਾ ਰਹੇ ਹਾਂ, ਅਸੀਂ ਆਪਣੇ ਕੈਰੀਅਰਸ ਨੂੰ ਬਣਾ ਰਹੇ ਹਾਂ, ਆਪਣੇ ਸੁਪਨਿਆਂ ਨੂੰ ਬਣਾ ਰਹੇ ਹਾਂ। ਪਵਿੱਤਰ ਆਤਮਾ ਦਰਵਾਜ਼ੇ ਤੇ ਖਟਖਟਾ ਰਿਹਾ, ਤੁਹਾਡੇ ਦਿਲ ਦੇ ਬੂਹੇ ਤੇ ਖਟਖਟਾ ਰਿਹਾ ਆ, ਕਿਉਂਕਿ ਹਨੇਰੀ ਰਾਤ ਦੇ ਸਮੇਂ ਪਰਮੇਸ਼ਵਰ ਉਸ ਦੁਲਹਨ ਨੂੰ ਲੱਭ ਰਿਹਾ ਆ ਜੋ ਕਿ ਪਰਮੇਸ਼ਵਰ ਨੂੰ ਹਰ ਇੱਕ ਚੀਜ਼ ਦੇ ਵਿੱਚ ਮੋਰੇ ਰੱਖੇਗੀ। ਪਰਮੇਸ਼ਵਰ ਤੁਹਾਨੂੰ ਲੱਭ ਰਿਹਾ ਆ ਹਰ ਦੇਸ਼ ਦੇ ਵਿੱਚ, ਹਰ ਸ਼ਹਿਰ ਦੇ ਵਿੱਚ। ਉਹ ਇੱਕ ਜਣੇ ਨੂੰ ਲੱਭ ਰਿਹਾ, ਉਹ ਉਸਨੂੰ ਲੱਭ ਰਿਹਾ ਜੋ ਕਿ ਉਸਨੂੰ ਪਿਆਰ ਕਰੇ, ਜੋ ਆਪਣਾ ਸਿਰ ਉਹਦੇ ਕੰਧੇ ਤੇ ਰੱਖੇ। ਹਰ ਇੱਕ ਦੇਸ਼ ਦੇ ਵਿੱਚ ਉਸਦਾ ਕੋਈ ਨਾ ਕੋਈ ਪਿਆਰਾ ਆ ਜੋ ਕਿ ਉਸਨੂੰ ਬਹੁਤ ਪਿਆਰ ਕਰਦਾ ਆ। हाँ प्रभु, हाँ प्रभु, मेरा उम्मीद है कि जे तुसी, मैं आशा करदा है कि जे तुसी टाइप करके लिख सको हाँ प्रभु, कि ਉਹ ਤੁਸੀਂ ਹੋਵੋਗੇ। मैं ਵੱਡੀਆਂ ਵੱਡੀਆਂ ਚੀਜ਼ਾਂ ਨਹੀਂ ਬਣਾਉਣਾ ਮੰਗਦਾ ਔਰ ਫਿਰ ਬਾਅਦ ਵਿੱਚ ਮੈਨੂੰ ਪਤਾ ਲੱਗੇ ਕਿ ਮੈਂ ਸਾਰੀ ਦੁਨੀਆ ਨੂੰ ਪਾ ਲਿਆ ਲੇਕਿਨ ਮੈਂ ਆਪਣੀ ਰੂਹ ਨੂੰ ਗਵਾ ਦਿੱਤਾ। ਮੈਂ ਉਹ ਵਿਸ਼ਵਾਸੀ ਬਣਨਾ ਮੰਗਦਾ ਹਾਂ ਜੋ ਕਿ ਪਰਮੇਸ਼ਵਰ ਯਿਸੂ ਦੇ ਵਾਸਤੇ ਜਲੇਗਾ। ਉਹ ਮੈਂ ਵਿਸ਼ਵਾਸੀ ਬਣਨਾ ਮੰਗਦਾ ਹਾਂ ਜੋ ਕਿ ਉਸ ਅੱਗ ਨੂੰ ਨਾਲ ਲੈ ਕੇ ਤੁਰੇਗਾ। ਉਹ ਅੱਗ, ਉਹ ਨਾ ਅੰਗਾਰਿਆਂ ਨੂੰ ਨਾਲ ਲੈ ਕੇ ਤੁਰੇਗਾ ਜੋ ਕਿ ਦੁਸ਼ਮਣ ਦੀ ਅੱਖਾਂ ਵਿੱਚ ਸਿੱਟੇ ਜਾਣ। ਯਾਦ ਰੱਖੀਏ
ਜੋ ਚਰਚ ਆ ਉਹ ਇੱਕ ਪੌਣੀ ਦੀ ਤਰ੍ਹਾਂ ਕੰਮ ਕਰ ਰਿਹਾ ਹੈ, ਜੋ ਕਿ ਦੁਸ਼ਮਣ ਨੂੰ ਰੋਕ ਰਿਹਾ ਆ। ਔਰ ਇਸ ਮੌਸਮ ਵਿੱਚ ਅਸੀਂ ਸਿਰਫ ਇਹ ਉਸੇ ਤਰ੍ਹਾਂ ਕਰ ਸਕਦੇ ਹਾਂ ਜੇ ਅਸੀਂ ਜਾਗ ਜਾਈਏ। ਖੁਦ ਅਸੀਂ ਜਾਗ ਜਾਈਏ, ਆਪਣੀ ਆਤਮਾ ਨੂੰ ਜਗਾ ਦਈਏ ਔਰ ਗਾਈਏ, ਆਰਾਧਨਾ ਕਰੀਏ। ਪਰਮੇਸ਼ਰ ਤੁਹਾਨੂੰ ਬੁਲਾ ਰਿਹਾ ਆ। ਜਾਗ ਜਾਈਏ, ਜਾਗ ਜਾइए, अपने पहले प्यार को वापस आइए, अपने पहले प्यार को वापस आइए। और तुसी देखोगे प्रभु तुहाडे नाल बहुत खुश होवेगा। प्रभु तुहाडे नाल, तुहाडे परिवार दे नाल खुश होवेगा। साडे सारियां दे कोल कुछ ना कुछ टुटिया होया, साडे सारियां कुछ कोई ना कोई कमियां आ, लेकिन जो फेलियर आ ਉਹ ਫੇਲਿਅਰ ਨਹੀਂ ਹੁੰਦਾ ਜਦ ਤੱਕ ਤੁਸੀਂ ਇਹ ਨਾ ਸੋਚ ਲਵੋ, ਖੜੇ ਨਾ ਹੋਵੋ, ਇਹ ਸੋਚ ਲਵੋ ਕਿ ਮੈਂ ਖੜਾ ਨਹੀਂ ਹੋਊਂਗਾ ਜਿੱਥੇ ਮੈਂ ਡਿੱਗਿਆ ਸੀਗਾ। ਜਦੋਂ ਤੁਸੀਂ ਥੱਲੇ ਡਿੱਗੋ, ਖੜੇ ਹੋਵੋ। ਜਦੋਂ ਤੁਸੀਂ ਖੜੇ ਨਹੀਂ ਹੁੰਦੇ, ਤੁਸੀਂ ਫੇਲ ਹੀ ਰਹਿੰਦੇ ਹੋ। ਉਦੋਂ ਤੁਹਾਡੇ ਜਿਹੜੇ ਫੇਲਿਅਰਸ ਜਿਹੜੇ ਆ ਉਹ ਸੱਚੀ ਫੇਲਿਅਰ ਬਣ ਜਾਂਦੇ ਆ। ਤੁਹਾਡੀ ਜੋ ਤੁਸੀਂ ਹਾਰੇ ਹੋਏ ਆ, ਤੁਸੀਂ ਹਾਰੇ ਹੋਏ ਰਹਿ ਜਾਂਦੇ ਆ। ਮੈਂ ਮੰਗਦਾ ਕਿ ਤੁਸੀਂ ਆਪਣੇ ਦਿਲਾਂ ਨੂੰ ਰੋਕ ਕੇ, ਆਪਣੇ ਦਿਮਾਗਾਂ ਨੂੰ ਰੋਕ ਕੇ ਮੇਰੇ ਪਿੱਛੇ ਕਹੀਏ, ਜਦੋਂ ਕਿ ਮੈਂ ਤੁਹਾਨੂੰ ਪਰਮੇਸ਼ਰ ਦੇ ਯਿਸੂ ਦੇ ਕੋਲ ਨਜ਼ਦੀਕ ਲੈ ਕੇ ਜਾ ਰਿਹਾ ਹਾਂ। ਕਹੀਏ, ਪ੍ਰਭੂ ਯਿਸੂ ਮੈਂ ਤੇਰਾ ਆ ਔਰ ਤੂੰ ਮੇਰਾ ਆ, ਔਰ ਹਮੇਸ਼ਾ ਦੇ ਵਾਸਤੇ ਮੈਂ ਤੇਰੀ ਸੇਵਾ ਕਰਾਂਗਾ। तू मेरा सब कुछ आ, तू मेरी डिजायर है प्रभु। और प्रभु मैनू माफ कर उन्हां दे वास्ते, उन्हां वक्त दे वास्ते जदों कि मैं भटक गया सीगा, जदों कि मैं यसू नू प्यार नहीं किया। मैनू माफ कर जदों कि मैं कोसा मसीही बन गया। मैनू माफ कर प्रभु उन्हां समयां वास्ते ਜਦੋਂ ਕਿ ਮੈਂ ਥੱਲੇ ਰਹਿ ਗਿਆ, ਹਾਰਿਆ ਹੋਇਆ ਰਹਿ ਗਿਆ ਆਪਣੇ ਪਾਪਾਂ ਦੇ ਵਿੱਚ। ਮੈਨੂੰ ਮਾਫ ਕਰ ਪ੍ਰਭੂ। ਪ੍ਰਭੂ ਮੈਨੂੰ ਮਾਫ ਕਰ ਜਦੋਂ ਕਿ ਮੈਂ ਵਿਕਟਮ ਬਣ ਕੇ ਬਣਿਆ ਰਿਹਾ, ਜਦੋਂ ਤੂੰ ਮੈਨੂੰ ਵਿਜਈ ਤੋਂ ਵੀ ਕਿਤੇ ਵੱਧ ਕੇ ਬੁਲਾਇਆ ਸੀਗਾ। ਪ੍ਰਭੂ ਇਸ ਅੱਧੀ ਰਾਤ ਦੇ ਸਮੇਂ ਮੈਂ ਉਹ ਵਿਸ਼ਵਾਸੀ ਬਣਾਂਗਾ ਜਿਹਦੇ ਉੱਤੇ ਤੂੰ ਨਿਰਭਰ ਕਰ ਸਕੇ। कोई भी बरकत मैनू तो दूर नहीं कर सकती, तेरे प्यार तो दूर नहीं कर सकती, मेरे मुक्तिदाता तो दूर नहीं कर सकती। कोई भी इंसान मैनू तेरे तो दूर नहीं कर सकता, मेरे प्यार नू घटा नहीं सकता। प्रभु यीशु मसीह दे कोलों कोई भी नहीं, कोई भी टेम्पटेशन मैनू प्रभु तो दूर नहीं कर सकती। मेरे जो आत्मा नू प्यार करन वाला है उस तो जिथे भी तुसी हो, अपने घरां दे विच अपनी आवाज़ां नू उच्चियां करके अपने मुहां नू खोलिए। प्रभु यीशु मैं तैनू प्यार करदा आ। एक बार कहिए प्रभु अपने घरां दे विच, प्रभु यीशु मैं तैनू प्यार करदा आ। मैं देख रहा कोई जने नू जो कि जमीन दे उत्ते आ, तुसी जमीन दे उत्ते लेट के रो रहे हो। मैं देख रहा आ, मैं देख रहा तुहानू जमीन दे उत्ते लेटे हुए जे तुसी हो। लिखिए, मैं देखना मांगदा आ कि जो मैं विजन देख रहा आ तुहाडे वास्ते, और मैं तुहानू दसना मांगदा कि जो चीज तुसी नहीं देख रहे और जो मैं देख रहा जदों तुसी जमीन दे उत्ते हो, मैं प्रभु यीशु मसीह दे पैर देख रहा तुहाडे कोल। प्रभु यीशु मसीह दे पैर तुहाडे कोल आ। बहुत सारी सुंदर चीज़ां नू मैं देख रहा है विजन्स दे विच, दर्शन दे विच, और मैं देख रहा आ एक नवी चीज जो कि मैं पहला कदी नहीं देखी। मैं देख रहा एक हिबिस्कस फुल नू, बजाए कि वो फुल जो कि सोने दा बनया होया है। और मैं देख रहा कि बहुत सारियां गल्लां फुल रही आ,
ਕੁਝ ਗੱਲਾਂ ਕੁਦਰਤੀ ਤੌਰ ਤੇ ਸੋਹਣੀਆਂ ਬਣ ਰਹੀਆਂ, ਕੁਝ ਗੱਲਾਂ ਰੂਹਾਨੀ ਤੌਰ ਤੇ ਸੋਹਣੀਆਂ ਬਣ ਰਹੀਆਂ, ਔਰ ਕੁਝ ਚੀਜ਼ਾਂ ਪਾਕ ਹੋਣਗੀਆਂ ਸੋਨੇ ਦੀ ਤਰ੍ਹਾਂ। ਪਰਮੇਸ਼ਵਰ ਆਪਣੀ ਦੁਲਹਨ ਨੂੰ ਪਾਕ ਕਰ ਰਿਹਾ ਹੈ, ਉਹ ਤੁਹਾਨੂੰ ਪਾਕ ਕਰ ਰਿਹਾ ਹੈ, ਉਹ ਤੁਹਾਨੂੰ ਸੋਨੇ ਦੀ ਤਰ੍ਹਾਂ ਪਾਕ ਕਰ ਰਿਹਾ ਹੈ। ਕਿਉਂਕਿ ਤੁਹਾਨੂੰ ਚਿੰਤਾ ਨਾ ਹੋਵੇ ਕਿਸੇ ਹੋਰ ਦੀ, ਤੁਸੀਂ ਪਰਮੇਸ਼ਵਰ ਦੇ ਵਾਸਤੇ ਵੱਖਰੇ ਕੀਤੇ ਗਏ ਆ। ਇੱਕ ਜੋ ਦਇਆ ਪਰਮੇਸ਼ਵਰ ਨੇ ਸਾਡੀ ਮਿਨਿਸਟਰੀ ਦੇ ਉੱਤੇ ਛੱਡੀ ਆ, ਔਰ ਉਹ ਇਹ ਆ ਕਿ ਅੰਤ ਦੇ ਦਿਨਾਂ ਦੇ ਵਿੱਚ ਬਿਦਾਰੀ ਜਿਹੜੀ ਆ ਉਹ ਆਏਗੀ। ਔਰ ਜਦੋਂ ਕਿ ਹੁਣ ਅਸੀਂ ਨਜ਼ਦੀਕ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜੋ ਕਿ ਹਨੇਰਾ ਵੱਧ ਰਿਹਾ ਆ, ਇਹ ਮੌਸਮ ਆ ਜਿੱਥੇ ਕਿ ਪ੍ਰਭੂ ਵਧਾ ਰਿਹਾ ਇੱਕ ਆਪਣੀ ਫੌਜ ਨੂੰ, ਔਰ ਉਹ ਫੌਜ ਜੋ ਕਿ ਪ੍ਰਭੂ ਨੂੰ ਬਹੁਤ ਪਿਆਰ ਕਰਦੀ ਆ, ਜੋ ਕਿ ਉਸਨੇ ਰੱਖੀ ਆ ਪੂਰੇ ਦੇਸ਼ਾਂ ਦੇ ਵਿੱਚ। ਹਾਂ ਅਸੀਂ ਖੜੇ ਹੋਵਾਂਗੇ, ਹਾਂ ਅਸੀਂ ਖੜੇ ਹੋਵਾਂਗੇ ਇੱਕ ਵੱਡੀ ਫੌਜ ਦੀ ਤਰ੍ਹਾਂ, ਯਿਸੂ ਨੂੰ ਪਿਆਰ ਕਰਨ ਵਾਲਿਆਂ ਦੀ ਤਰ੍ਹਾਂ। ਅਸੀਂ ਇਸ ਤਰ੍ਹਾਂ ਦੇ, ਅਸੀਂ ਹਰਾ ਦੇਵਾਂਗੇ ਦੁਸ਼ਮਣ ਨੂੰ, ਔਰ ਅਸੀਂ ਬਹੁਤ ਸਾਰੀ ਰੂਹਾਂ ਨੂੰ ਲੈ ਕੇ ਆਵਾਂਗੇ ਪਰਮੇਸ਼ਵਰ ਦੇ ਰਾਜ ਦੇ ਵਿੱਚ। ਹਾਂ, ਮੈਂ ਕੁਝ ਤੁਹਾਡੇ ਨਾਲ ਅਗਮ ਵਾਕ ਸਾਂਝਾ ਕਰਨਾ ਮੰਗਦਾ ਜੋ ਕਿ ਮੇਰੇ ਪਿਤਾ ਨੇ ਸਾਂਝੀ ਕੀਤੀ। ਉਸਨੇ ਕਿਹਾ ਕਿ ਇਸ ਮੌਸਮ ਤੋਂ ਬਾਅਦ ਪ੍ਰਭੂ ਇੱਕ ਹੋਰ ਝਟਕਾ ਨੂੰ ਭੇਜ ਰਿਹਾ ਹੈ ਜੋ ਕਿ ਬਿਦਾਰੀ ਦਾ ਝਟਕਾ ਹੋਵੇਗਾ। ਔਰ ਉਹ ਮੇਰੇ ਪਿਤਾ ਬਿਦਾਰੀ ਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ, ਲੇਕਿਨ ਜਦੋਂ ਮੈਂ ਸੁਣਿਆ ਉਹ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ, ਔਰ ਮੈਂ ਰਿਸੀਵ ਕਰਦਾ ਹਾਂ ਆਪਣੀ ਚਰਚ ਦੇ ਵਾਸਤੇ। ਜੇ ਤੁਸੀਂ ਆਪਣੀ ਮਿਨਿਸਟਰੀ ਦੇ ਵਾਸਤੇ ਇਸ ਗੱਲ ਨੂੰ ਰਿਸੀਵ ਕਰਦੇ ਹੋ, ਮੈਂ ਮੰਗਦਾ ਕਿ ਤੁਸੀਂ ਆਮੇਨ ਕਹੋ, ਥੱਲੇ ਟਾਈਪ ਕਰੋ, ਹਾਂ ਮੈਂ ਇਸ ਬਿਦਾਰੀ ਦਾ ਹਿੱਸਾ ਹੋਵਾਂਗਾ। ਬਿਦਾਰੀ ਆਵੇਗੀ, ਪ੍ਰਭੂ ਦੇਖ ਰਿਹਾ ਆ, ਉਸ ਦੁਲਹਨ ਨੂੰ ਲੱਭ ਰਿਹਾ, ਉਸ ਦੁਲਹਨ ਨੂੰ, ਇੱਕ ਪਾਕ ਦੁਲਹਨ, ਸਿਰਫ ਪਾਕ ਹੀ ਪਵਿੱਤਰ ਦੁਲਹਨ ਨਹੀਂ, ਬਲਕਿ ਜੋ ਕਿ ਦਿਮਾਗੀ ਤੌਰ ਤੇ ਵੀ ਬਹੁਤ ਚੰਗੀ ਆ। ਉਹ ਦੁਲਹਨ ਕਿ ਜਿਹੜੇ ਦੀਵੇ ਆ ਉਹ ਬੁਝੇ ਨਾ ਜਾਣ, ਉਹ ਦੁਲਹਨ ਜੋ ਕਿ ਸਮਝਦਾਰ ਆ, ਜੋ ਕਿ ਜਾਗੀ ਰਹੇਗੀ। ਮੈਂ ਮੰਗਦਾ ਹਾਂ ਕਿ ਤੁਸੀਂ ਆਪਣੇ ਗਵਾਂਢੀ ਵੱਲ ਨੂੰ ਮੁੜੋ। ਜੇ ਤੁਸੀਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਗਵਾਂਢੀ ਆ, ਉਸਨੂੰ ਕਹੋ ਕਿ ਜਾਗਦੇ ਰਹੋ, ਔਰ ਕਹੀਏ ਕਿ ਚਾਹਤ ਵਿੱਚ ਬਣੇ ਰਹੀਏ, ਪ੍ਰਭੂ ਦੀ ਚਾਹਤ ਵਿੱਚ। ਪ੍ਰਭੂ ਦੀ ਚਾਹਤ ਜਿਹੜੀ ਆ ਤੁਹਾਨੂੰ ਇਸ ਤਰ੍ਹਾਂ ਫੜ ਲਵੇ ਜਿਸ ਤਰ੍ਹਾਂ ਉਸ ਕਦੀ ਨਾ ਫੜਿਆ ਹੋਵੇ, ਔਰ ਅਸੀਂ ਕੁਛ ਵੀ ਇਸ ਤਰ੍ਹਾਂ ਦਾ ਨਾ ਬਣਾਈਏ ਕਿ ਜਦੋਂ ਪ੍ਰਭੂ ਥੱਲੇ ਆਵੇ ਔਰ ਕਹੇ, ਔਰ ਇਹ ਮੇਰੇ ਦਿਲ ਨੂੰ ਤੋੜਦਾ ਆ, ਮੇਰੇ ਦਿਲ ਨੂੰ ਪਸੰਦ ਨਹੀਂ। ਪ੍ਰਭੂ ਤੁਹਾਨੂੰ ਆਪਣੇ ਮੂੰਹ 'ਚ ਥੁੱਕ ਨਾ ਦੇਵੇ। ਮੈਂ ਪ੍ਰਭੂ ਦੀ ਬਰਕਤ ਤੁਹਾਡੇ ਉੱਤੇ ਬੋਲਦਾ ਆ ਕਿ ਜਦੋਂ ਤੁਸੀਂ ਇਸ ਨੂੰ ਸੁਣ ਰਹੇ ਹੋ, ਇਸ ਕਿਸੇ ਕਾਰਨ ਸੁਣ ਰਹੇ ਹੋ, ਹਾਂ ਤੁਸੀਂ ਇਸ ਵਚਨ ਨੂੰ ਸੁਣ ਰਹੇ ਹੋ ਕਿਉਂਕਿ ਤੁਹਾਡੇ ਦਿਲ ਦੇ ਵਿੱਚ ਇਹ ਤਮੰਨਾ ਹੈ ਕਿ ਤੁਸੀਂ ਪ੍ਰਭੂ ਨੂੰ ਖੁਸ਼ ਕਰੋ, ਔਰ ਇਸ ਲਈ ਪ੍ਰਭੂ ਨੇ ਤੁਹਾਨੂੰ ਇਸ ਵੀਡੀਓ ਨੂੰ ਸੁਣਨ ਦੇ ਵਾਸਤੇ ਕਿਹਾ, ਔਰ ਤੁਸੀਂ ਅੰਤ ਦੇ ਦਿਨਾਂ ਦੇ ਉਹ ਫੌਜ ਹੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਮੈਂ ਮੰਗਦਾ ਹਾਂ ਕਿ ਤੁਸੀਂ ਪੜ੍ਹੀਏ ਔਰ ਉਸ ਦੂਸਰੀ ਪਾਰਟ ਨੂੰ, ਜੋ ਕਿ ਉਸ ਆਇਤ ਦਾ ਦੂਸਰਾ ਹਿੱਸਾ ਆ। ਇੱਕ ਵਾਰ ਫਿਰ ਪੈਸਟਰ ਜ਼ਬੂਰ 127 ਉਸ ਦੀ ਇੱਕ ਆਇਤ, ਜੇ ਪ੍ਰਭੂ ਯਹੋਵਾ ਘਰ ਨਾ ਬਣਾਵੇ, ਜਿਹੜਾ ਬਣਾਉਂਦਾ ਹੈ ਉਹਦੀ ਮਿਹਨਤ ਵਿਅਰਥ ਹੈ। ਜੇ ਪ੍ਰਭੂ ਨਗਰ ਦੇ ਉੱਤੇ ਨਿਗਾਹਬਾਨੀ ਨਾ ਕਰੇ ਤਾਂ ਚੌਕੀਦਾਰ ਦਾ ਜਾਗਣਾ ਵਿਅਰਥ ਹੈ। ਜੇ ਪ੍ਰਭੂ ਨਗਰ ਦੀ ਦੇਖਭਾਲੀ ਨਾ ਕਰੇ ਤਾਂ ਚੌਕੀਦਾਰ ਦਾ ਜਾਗਣਾ ਵਿਅਰਥ ਹੈ, ਉਹਦਾ ਜਾਗਣਾ ਵਿਅਰਥ ਹੈ। ਚੌਕੀਦਾਰ ਜੋ ਜਾਗਦਾ ਹੈ ਉਹ ਕਰ ਰਿਹਾ ਹੈ ਜੋ ਉਸਨੂੰ ਕਿਹਾ ਗਿਆ ਸੀ ਕਰਨ ਦੇ ਵਾਸਤੇ, ਉਹ ਕਰ ਰਿਹਾ ਹੈ। ਲੇਕਿਨ ਪ੍ਰਭੂ ਦਾ ਵਚਨ ਇਹ ਕਹਿੰਦਾ ਹੈ, ਜੇ ਪ੍ਰਭੂ ਨਗਰ ਨੂੰ ਨਾ ਦੇਖੇ, ਤੁਸੀਂ ਬਹੁਤ ਹੀ ਐਕਸਪੈਂਸਿਵ ਮਹਿੰਗਾ ਚੌਕੀਦਾਰ ਲੈ ਕੇ ਆ ਸਕਦੇ ਹੋ,
ਉਹ ਜਾਗਦਾ ਤਾਂ ਰਹੇਗਾ ਲੇਕਿਨ ਤੁਹਾਡੇ ਘਰ ਨੂੰ ਸੁਰੱਖਿਅਤ ਨਹੀਂ ਰੱਖ ਸਕੇਗਾ, ਤੁਹਾਡੇ ਸ਼ਹਿਰ ਨੂੰ ਸੁਰੱਖਿਅਤ ਨਹੀਂ ਰੱਖ ਸਕੇਗਾ। ਉਸ ਮੌਸਮ ਦੇ ਵਿੱਚ ਅਸੀਂ ਜਾ ਰਹੇ ਹਾਂ। ਇੱਕ ਮੈਨੂੰ ਕਿਸੇ ਨੇ ਖਬਰ ਭੇਜੀ ਕਿਸੇ ਸੈਲੀਬ੍ਰਿਟੀ ਦੇ ਵਾਸਤੇ, ਕਿਸੇ ਨੇ ਬਹੁਤ ਹੀ ਜ਼ਿਆਦਾ ਬਾਡੀਗਾਰਡ ਨੂੰ ਉਸਨੇ ਹਾਇਰ ਕੀਤਾ, ਬਹੁਤ ਹੀ ਐਕਸਪੈਂਸਿਵ ਬਾਡੀਗਾਰਡ ਨੂੰ ਹਾਇਰ ਕੀਤਾ, ਔਰ ਉਸਨੇ ਦੇਖਿਆ ਕਿ ਉਹ ਥੱਲੇ ਜਦੋਂ ਰਾਤ ਨੂੰ ਆਇਆ ਉਹਦੇ ਘਰ ਦੇ ਵਿੱਚ ਕੋਈ ਸੀਗਾ, ਔਰ ਜਦੋਂ ਉਸਨੇ ਲੱਭਿਆ ਕਿ ਉਹਦੀ ਸਿਕਿਉਰਿਟੀ ਕਿੱਥੇ, ਉਹਦਾ ਜੋ ਸਿਕਿਉਰਿਟੀ ਸੀਗੀ ਸੁੱਤੀ ਪਈ ਸੀਗੀ। ਔਰ ਇਹ ਜੋ ਆਮ ਸਿਕਿਉਰਿਟੀ ਆ ਤੁਹਾਡੀ ਇਹ ਤੁਹਾਨੂੰ ਖਰੀਦ ਕੇ ਦੇ ਸਕਦੀ ਹੈ, ਲੇਕਿਨ ਵਚਨ ਕਹਿੰਦਾ ਆ ਕਿ ਜੇ ਪ੍ਰਭੂ ਨਗਰ ਨੂੰ ਨਾ ਦੇਖੇ ਤੇ ਜਿਹੜਾ ਚੌਂਕੀਦਾਰ ਆ ਉਹਦਾ ਜਾਗਣਾ ਵਿਅਰਥ ਆ। ਕੀ ਸ਼ਹਿਰ ਕੌਣ ਆ? ਸ਼ਹਿਰ ਕੌਣ ਆ? ਉਹ ਸ਼ਹਿਰ ਮੈਂ ਤੁਹਾਨੂੰ ਦੱਸਣਾ ਮੰਗਦਾ ਕਿ ਕੌਣ ਆ। ਪ੍ਰਭੂ ਦੇ ਵਚਨ ਵਿੱਚ ਚੱਲੀਏ। ਮੱਤੀ ਦੀ ਅੰਜੀਲ ਉਹਦਾ 5 ਬਾਬ ਉਹਦੀ 14 ਐਤ। ਮੱਤੀ ਦੀ ਅੰਜੀਲ 5 ਬਾਬ 14 ਐਤ। ਤੁਸੀਂ ਜਗਤ ਦੇ ਚਾਨਣ ਹੋ, ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸਨੂੰ ਲੁਕੋਇਆ ਨਹੀਂ ਜਾ ਸਕਦਾ। ਬਹੁਤ ਹੀ ਇੰਟਰਸਟਿੰਗ ਪਰਮੇਸ਼ਵਰ ਨੇ ਇਸ ਗੱਲ ਨੂੰ ਕਿਹਾ। ਇੱਕ ਵਾਰ ਫਿਰ ਕਹੀਏ, ਤੁਸੀਂ ਜਗਤ ਦੇ ਚਾਨਣ ਹੋ, ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸਨੂੰ ਲੁਕੋਇਆ ਨਹੀਂ ਜਾ ਸਕਦਾ। ਇਹ ਲੱਗ ਰਿਹਾ ਹੈ ਕਿ 2 ਵਾਕਾਂ ਨੂੰ ਪਰਮੇਸ਼ਰ ਬੋਲ ਰਿਹਾ ਹੈ। ਜਿਹੜਾ ਪਹਿਲਾ ਵਾਕ ਹੈ ਦੂਜੇ ਵਾਕ ਨਾਲ ਇਕੱਠਾ ਹੁੰਦਾ ਹੈ। ਪਹਿਲਾ ਵਾਕ ਕਹਿੰਦਾ ਹੈ ਕਿ ਤੁਸੀਂ ਜਗਤ ਦੇ ਚਾਨਣ ਹੋ, ਔਰ ਉਹਦੇ ਨਾਲ ਹੀ ਕਹਿੰਦਾ ਆ ਇਸ ਵਚਨ ਨੂੰ, ਸੱਚਾਈ ਨੂੰ, ਕਿ ਤੁਸੀਂ ਜਗਤ ਦੇ ਚਾਨਣ ਹੋ। ਔਰ ਕਈ ਲੋਕਾਂ ਨੂੰ ਇਹ ਗੱਲ ਨੂੰ ਹਜਮ ਕਰਨ ਦੇ ਵਿੱਚ ਥੋੜੀ ਮੁਸ਼ਕਿਲ ਹੁੰਦੀ ਆ। ਉਹ ਆਪਣੇ ਆਪ ਨੂੰ ਕਹਿੰਦੇ ਕਿ ਨਹੀਂ ਮੈਂ ਚਾਨਣ ਨਹੀਂ ਗਾ, ਲੇਕਿਨ ਪਰਮੇਸ਼ਰ ਤੁਹਾਨੂੰ ਬੁਲਾ ਰਿਹਾ ਹੈ, ਚਾਨਣ ਬੁਲਾ ਰਿਹਾ। ਪਰਮੇਸ਼ਰ ਕਹਿ ਰਿਹਾ ਕਿ ਤੁਸੀਂ ਜਗਤ ਦੇ ਚਾਨਣ ਹੋ। ਲੋਕੀ ਕਹਿੰਦੇ ਕਿ ਹਾਂ ਠੀਕ ਹੈ ਮੈਂ ਰੋਸ਼ਨੀ ਆ, ਲੇਕਿਨ ਪਰਮੇਸ਼ਵਰ ਕਹਿੰਦਾ ਆ। ਔਰ ਲੋਕੀ ਕਹਿੰਦੇ ਕਿ ਅਸੀਂ ਆਪਣੇ ਆਪ ਨੂੰ ਹਲੀਮ ਕਰਨਾ ਮੰਗਦੇ ਆ, ਉਹ ਆਪਣੇ ਆਪ ਨੂੰ ਬੁਲਾਉਣਾ ਨਹੀਂ ਮੰਗਦੇ ਕਿ ਜੋ ਪਰਮੇਸ਼ਵਰ ਨੂੰ ਬੁਲਾਉਂਦਾ ਹੈ। ਜੋ ਤੁਸੀਂ ਆਪਣੇ ਆਪ ਨੂੰ ਨਿਮਾਣਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਨਿਮਾਣਾ ਨਹੀਂ ਬਲਕਿ ਤੁਹਾਨੂੰ ਕਮਜ਼ੋਰ ਬਣਾਉਂਦਾ ਹੈ। ਪਰਮੇਸ਼ਰ ਕਹਿੰਦਾ ਕਿ ਤੁਸੀਂ ਚਾਨਣ ਹੋ, ਮੈਂ ਚਾਨਣ ਹਾਂ। ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਹੁਣ ਚਾਨਣ ਹੋ, ਤੁਸੀਂ ਚਾਨਣ ਹੋ। ਹੁਣ ਜੋ ਉੱਤਰ ਆ ਦੁਨੀਆ ਦੇ ਵਾਸਤੇ ਉਹ ਮਸੀਹ ਦੀ ਕਲੀਸਿਆ ਆ। ਲੋਕੀ ਕਹਿੰਦੇ ਆ ਕਿ ਯਿਸੂ ਮਸੀਹ ਉੱਤਰ ਆ, ਲੇਕਿਨ ਜੋ ਮਸੀਹ ਆ ਉਹ ਤਾਂ ਪਰਮੇਸ਼ਰ ਦੇ ਸੱਜੇ ਹੱਥ ਆ। ਪਰਮੇਸ਼ਰ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਉੱਤਰ ਹੋ ਇਸ ਦੁਨੀਆ ਦਾ। ਔਰ ਹੁਣ ਉਹ ਐਕਸਪਲੇਨ ਕਰਦਾ ਆ ਜੋ ਕਿ ਉਸ ਚਾਨਣ ਦੇ ਬਾਰੇ। ਔਰ ਦੂਸਰਾ ਸ਼ਬਦ ਕਹਿੰਦਾ ਹੈ, ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸਨੂੰ ਲੁਕੋਇਆ ਨਹੀਂ ਜਾ ਸਕਦਾ। ਠੀਕ ਹੈ, ਉਹ ਹੁਣ ਰੋਸ਼ਨੀ ਦੀ ਗੱਲ ਨਹੀਂ ਕਰ ਰਿਹਾ। ਹੁਣ ਰੋਸ਼ਨੀ ਨੂੰ ਕੰਪੇਅਰ ਕਰਦਾ ਹੈ ਸ਼ਹਿਰ ਦੇ ਨਾਲ। ਹੁਣ ਕਹਿੰਦਾ ਹੈ ਕਿ ਜਿਹੜਾ ਉਹ ਸ਼ਹਿਰ ਨਗਰ ਜੋ ਪਹਾੜ ਦੇ ਉੱਤੇ ਬਣਾਇਆ ਜਾਵੇ ਉਸਨੂੰ ਲੁਕੋਇਆ ਨਹੀਂ ਜਾ ਸਕਦਾ। ਦੂਸਰੇ ਸ਼ਬਦਾਂ ਦੇ ਵਿੱਚ ਪਰਮੇਸ਼ਰ ਇਹ ਕਹਿ ਰਿਹਾ ਹੈ ਕਿਸ ਤਰ੍ਹਾਂ ਦਾ ਚਾਨਣ ਤੁਸੀਂ ਹੋ। ਹੁਣ ਤੁਹਾਨੂੰ ਕਹਿ ਰਿਹਾ ਆ, ਹੁਣ ਕਹਿ ਰਿਹਾ ਹੈ ਕਿ ਕਿੰਨਾ ਤੁਹਾਡਾ ਵੱਡਾ ਸਾਈਜ਼ ਆ। ਤੁਸੀਂ ਇੱਕ ਸ਼ਹਿਰ ਹੋ ਜੋ ਕਿ ਪਹਾੜ ਉੱਤੇ ਬਣਿਆ ਹੋਇਆ, ਜੋ ਕਿ ਇਸ ਨੂੰ ਲੁਕੋਇਆ ਨਹੀਂ ਜਾ ਸਕਦਾ। ਪਹਿਲਾਂ ਕਹਿੰਦਾ ਕਿ ਤੁਸੀਂ ਚਾਨਣ ਹੋ, ਫਿਰ ਉਹ ਕਹਿੰਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਚਾਨਣ ਹੋ। ਤੁਸੀਂ ਇੱਕ ਸ਼ਹਿਰ ਹੋ। ਤੁਸੀਂ ਤੁਹਾਨੂੰ ਸ਼ਹਿਰ ਦੇ ਨਾਲ ਕੰਪੇਅਰ ਕਰਦਾ ਹੈ। ਉਹ ਕਹਿੰਦਾ ਕਿ ਤੁਸੀਂ ਇੱਕ ਸ਼ਹਿਰ ਹੋ ਜੋ ਕਿ ਪਹਾੜ ਉੱਤੇ ਰੱਖਿਆ ਗਿਆ ਹੈ। ਹੁਣ ਤੁਸੀਂ ਇੱਕ ਸ਼ਹਿਰ ਹੀ ਨਹੀਂ ਹੋ, ਤੁਸੀਂ ਪਹਾੜ ਉੱਤੇ ਹੋ। ਜੋ ਸ਼ਹਿਰ ਜੋ ਕਿ ਪਹਾੜ ਉੱਤੇ ਰੱਖਿਆ ਗਿਆ ਹੈ, ਤੁਸੀਂ ਮੋਮਬੱਤੀ ਨਹੀਂ ਹੋ, ਤੁਸੀਂ ਦੀਵਾ ਨਹੀਂ ਹੋ। ਪਰਮੇਸ਼ਰ ਕਹਿੰਦਾ ਹੈ ਕਿ ਚਾਨਣ ਜੋ ਤੁਸੀਂ ਹੋ ਉਹ ਇੱਕ
ਇੱਕ ਨਗਰ ਦੀ ਤਰ੍ਹਾਂ ਹੈ ਜੋ ਕਿ ਪਹਾੜ ਉੱਤੇ ਹੈ, ਜਿਸ ਨੂੰ ਕਿ ਛੁਪਾਇਆ ਨਹੀਂ ਜਾ ਸਕਦਾ। ਜੋ ਦੀਵਾ ਹੈ ਉਸ ਨੂੰ ਲੁਕੋਇਆ ਜਾ ਸਕਦਾ ਹੈ, ਲੇਕਿਨ ਜੋ ਸ਼ਹਿਰ ਹੈ ਜੋ ਕਿ ਪਹਾੜ ਉੱਤੇ ਆ ਉਸ ਨੂੰ ਲੁਕੋਇਆ ਨਹੀਂ ਜਾ ਸਕਦਾ, ਉਸ ਨੂੰ ਲੁਕੋਇਆ ਨਹੀਂ ਜਾ ਸਕਦਾ। ਔਰ ਉਹ ਚਾਨਣ ਆ ਜੋ ਤੁਸੀਂ ਔਰ ਮੈਂ ਹਾਂ, ਉਹ ਚਾਨਣ ਆ ਜੋ ਕਿ ਚਮਕ ਰਿਹਾ ਹੈ ਇਸ ਵੀਡੀਓ ਦੇ ਨਾਲ। ਔਰ ਉਹ ਚਾਨਣ ਆ ਜੋ ਤੁਸੀਂ ਹੋਣਾ ਚਾਹੀਦਾ ਹੈ ਪੂਰੀ ਦੁਨੀਆ ਦੇ ਵਾਸਤੇ। ਇਹ ਚਾਨਣ ਪਰਮੇਸ਼ਰ ਦੇ ਲੋਕੋ, ਇਹ ਬਹੁਤ ਹੀ ਡਿਟੇਲਡ ਚਾਨਣ ਆ। ਇਹ ਕੋਈ ਐਵੇਂ ਜੀ ਮੋਮਬੱਤੀ ਨਹੀਂਗੀ ਜਿਸ ਨੂੰ ਕਿ ਤੁਸੀਂ ਜਲਾ ਦਿੰਦੇ ਹੋ, ਬੁਝਾ ਦਿੰਦੇ ਹੋ, ਜਾਂ ਕਿ ਉਹਦੀ ਸਵਿਚ ਆ ਜਿਸ ਨੂੰ ਤੁਸੀਂ ਔਨ ਆਫ ਕਰ ਸਕਦੇ ਹੋ। ਨਹੀਂ, ਪਰਮੇਸ਼ਰ ਕਹਿੰਦਾ ਆ, ਇਹ ਦੱਸ ਰਿਹਾ ਜੋ ਕਿ ਕੌਨਸੈਂਟਰੇਸ਼ਨ ਆ ਜੋ ਉਸਨੇ ਬਣਾਇਆ ਹੈ ਆਪਣੇ ਹੱਥਾਂ ਦੇ ਨਾਲ, ਉਸ ਰੋਸ਼ਨੀ ਦੇ ਵਿੱਚ ਉਸਨੇ ਜੋ ਬਣਾਈ ਹੈ ਰੋਸ਼ਨੀ। ਔਰ ਉਹ ਰੋਸ਼ਨੀ, ਉਹ ਕਹਿੰਦਾ ਹੈ ਕਿ ਉਹ ਇੱਕ ਸ਼ਹਿਰ ਆ। ਔਰ ਕਿਸ ਤਰ੍ਹਾਂ ਉਹ ਸ਼ਹਿਰ ਜੋ ਹੈ ਕਿ ਫੰਕਸ਼ਨ ਕਰਦਾ ਹੈ, ਉਹ ਕਹਿੰਦਾ ਹੈ ਸਿਸਟਮ ਦੇ ਬਾਰੇ ਗੱਲ ਕਰ ਰਿਹਾ ਹੈ, ਔਰ ਸਟਰਕਚਰ ਦੀ ਗੱਲ ਕਰ ਰਿਹਾ ਹੈ, ਆਰਡਰ ਦੀ ਗੱਲ ਕਰ ਰਿਹਾ ਹੈ, ਜੋ ਕਿ ਇੱਕ ਸ਼ਹਿਰ ਨੂੰ ਵਧਣ ਦੀ ਮਦਦ ਕਰਦੇ ਆ। ਉਹ ਮੈਨੇਜਮੈਂਟ ਦੀ ਗੱਲ ਕਰ ਰਿਹਾ, ਜੋ ਕਿ ਉਸ ਸ਼ਹਿਰ ਨੂੰ ਵਧਣ ਦੀ ਮਦਦ ਕਰਦੇ ਆ। ਤੁਸੀਂ ਉਹ ਸ਼ਹਿਰ ਹੋ। ਜਦੋਂ ਕਹਿੰਦਾ ਕਿ ਤੁਸੀਂ ਜਗਤ ਦੇ ਚਾਨਣ ਹੋ, ਔਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਸਾਰੇ ਦੰਦ ਦਿਖਾ ਦਿਓ ਮੂੰਹ ਦੇ ਵਿੱਚ, ਉਹਦੇ ਨਾਲੋਂ ਕਿਤੇ ਵੱਧ ਕੇ ਕਿ ਤੁਸੀਂ ਕਿਸੇ ਨੂੰ ਹੱਸ ਕੇ ਦਿਖਾ ਦਿਓ। ਨਹੀਂ, ਉਹ ਕਹਿੰਦਾ ਕਿ ਤੁਸੀਂ ਇੱਕ ਸ਼ਹਿਰ ਹੋ, ਇੱਕ ਨਗਰ ਹੋ। ਤੁਸੀਂ ਇੱਕ ਨਗਰ ਹੋ। ਤੁਹਾਡੀਆਂ ਸਟਰਕਚਰਸ ਨੇ, ਤੁਹਾਡੇ ਸਿਸਟਮ ਨੇ, ਤੁਹਾਡੇ ਮੈਨੇਜਮੈਂਟਸ ਨੇ, ਤੁਹਾਡੀਆਂ ਤੁਸੀਂ ਕੰਮ ਦਿੰਦੇ ਲੋਕਾਂ ਨੂੰ, ਤੁਹਾਡੇ ਸਟੈਂਡਰਡ ਨੇ, ਤੁਹਾਡੀਆਂ ਐਕਸਪੈਕਟੇਸ਼ਨ ਹੈ, ਉਮੀਦਾਂ ਨੇ ਲੋਕਾਂ ਤੋਂ। ਤੁਸੀਂ ਪਲੰਬਿੰਗ ਬਣਾਈ ਆ ਆਪਣੇ ਸ਼ਹਿਰ ਦੇ ਵਿੱਚ, ਇਲੈਕਟ੍ਰਿਸਿਟੀ ਬਣਾਈ ਆ ਆਪਣੇ ਸ਼ਹਿਰ ਦੇ ਵਿੱਚ। ਤੁਸੀਂ ਦੇਖਦੇ ਕਿ ਕਿਸ ਤਰ੍ਹਾਂ ਪੂਰਾ ਜੋ ਸ਼ਹਿਰ ਹੈ ਕਿਸ ਤਰ੍ਹਾਂ ਫੰਕਸ਼ਨ ਕਰੇਗਾ। ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਗਾਰਬੇਜ ਮੈਨੇਜ ਕਰੇਗਾ। ਔਰ ਇਸ ਵਾਸਤੇ ਜੋ ਸ਼ਹਿਰ ਆ ਉਹ ਸਕਸੈਸਫੁਲ ਹੁੰਦਾ ਆ। ਮੇਰੇ ਦੋਸਤ, ਮੇਰੇ ਮਿੱਤਰ, ਮੇਰੇ ਭੈਣ, ਮੇਰੇ ਭਰਾ, ਪਰਮੇਸ਼ਰ ਦੇ ਲੋਕ, ਤੁਸੀਂ, ਪਰਮੇਸ਼ਰ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇੱਕ ਸ਼ਹਿਰ ਹੋ। ਇਹਦਾ ਮਤਲਬ ਇਹ ਆ ਜੋ ਸਾਡੀ ਜੋ ਸਫਲਤਾ ਆ, ਇਹਦਾ ਮਤਲਬ ਉਹਦੇ ਉੱਤੇ ਨਿਰਭਰ ਕਰਦੀ ਕਿ ਅਸੀਂ ਕਿਸ ਤਰ੍ਹਾਂ ਦੇ ਸਿਸਟਮ ਨੂੰ ਆਪਣੇ ਆਸੇ-ਪਾਸੇ ਖੜਾ ਕਰਦੇ ਹਾਂ। ਹਾਂ, ਅਸੀਂ ਮੰਗਦੇ ਹਾਂ ਕਿ ਇੱਕ ਪਰਮੇਸ਼ਰ ਦਾ ਨਬੀ ਸਾਨੂੰ ਨਾਮ ਨੂੰ ਲੈ ਕੇ ਬੁਲਾਵੇ ਔਰ ਸਾਡੇ ਸਿਰਾਂ ਉੱਤੇ ਹੱਥ ਰੱਖੇ ਔਰ ਸਾਡੇ ਉੱਤੇ ਪ੍ਰਾਰਥਨਾ ਕਰੇ। ਅਸੀਂ ਮੰਗਦੇ ਹਾਂ ਕਿ ਅਸੀਂ ਆਪਣੀ ਪ੍ਰਾਰਥਨਾ ਨੂੰ ਕਿਸੇ ਨੂੰ ਦੱਸੀਏ, ਕਿਸੇ ਦੁਆ ਕਰਨ ਵਾਲੇ ਨੂੰ ਦੱਸੀਏ। ਲੇਕਿਨ ਪ੍ਰਭੂ ਕੀ ਗੱਲ ਕਰ ਰਿਹਾ, ਜੋ ਗੱਲ ਕਰ ਰਿਹਾ ਉਸ ਦੇ ਨਾਲੋਂ ਵੱਧ ਕੇ ਆ। ਉਹ ਕਹਿ ਰਿਹਾ ਕਿ ਤੁਸੀਂ ਪਰਮੇਸ਼ਰ ਦੀ ਚਾਨਣ ਹੋ। ਤੁਸੀਂ ਉਹ ਨਗਰ ਹੋ ਜੋ ਕਿ ਪਹਾੜ ਉੱਤੇ ਬਣਿਆ, ਤਾਂ ਕਿ ਤੁਹਾਨੂੰ ਸਿਸਟਮ ਬਣਾਉਣ ਦੀ ਲੋੜ ਹੈ, ਤੁਹਾਨੂੰ ਸਟਰਕਚਰ ਬਣਾਉਣ ਦੀ ਲੋੜ ਹੈ। ਤੁਹਾਨੂੰ ਤੁਹਾਡੇ ਬਾਗ ਦੇ ਜੋ ਨਦੀ ਆ ਉਸਨੂੰ ਕਹਿਣ ਦੀ ਲੋੜ ਹੈ ਕਿ ਕਿੱਧਰ ਨੂੰ ਵਗਣਾ ਹੈ। ਤੁਹਾਨੂੰ ਕਲਟੀਵੇਟ ਕਰਨ ਦੀ ਲੋੜ ਹੈ, ਤੁਹਾਨੂੰ ਫਰਟੀਲਾਈਜ਼ਰ ਕਰਨ ਦੀ ਲੋੜ ਆ। ਜੋ ਕੁਛ ਵੀ ਤੁਸੀਂ ਪਾਣੀ ਦਵੋਗੇ ਆਪਣੇ ਸ਼ਹਿਰ ਦੇ ਵਿੱਚ ਉਹ ਵਧੇਗਾ। ਜੋ ਵੀ ਤੁਸੀਂ ਜਿਹਦਾ ਦੇਖਭਾਲ ਕਰੋਗੇ, ਜਿਸ ਦੀ ਵੀ ਤੁਸੀਂ ਅਟੈਂਸ਼ਨ ਕਰੋਗੇ, ਉਹ ਵਧੇਗਾ। ਮੇਰੇ ਦੋਸਤ ਜੋ ਕਿ ਦੇਖ ਰਹੇ ਹੋ, ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਮੰਗਦਾ। ਤੁਹਾਡਾ ਸ਼ਹਿਰ ਕਿਸ ਤਰ੍ਹਾਂ ਕੰਮ ਕਰ ਰਿਹਾ? ਤੂੰ ਗਵਰਨਰ ਹੋ ਉਸ ਨਗਰ ਦੇ, ਉਸ ਸ਼ਹਿਰ ਦੇ। ਤੁਸੀਂ ਉਹ ਇਨਸਾਨ ਹੋ ਜੋ ਕਿ ਉਸ ਦੀ ਦੇਖਭਾਲ ਕਰਦਾ ਹੈ। ਜਿਸ ਤਰ੍ਹਾਂ ਕਿ ਬਾਗ ਏਦਨ ਦੇ ਵਿੱਚ ਪਰਮੇਸ਼ਰ ਨੇ ਆਦਮ ਨੂੰ ਰੱਖਿਆ ਔਰ ਬਾਗ ਏਦਨ ਦੀ ਦੇਖਭਾਲ ਕਰਨ ਲਈ ਕਿਹਾ। ਤੁਹਾਡਾ ਬਾਗ ਏਦਨ ਕਿਸ ਤਰ੍ਹਾਂ ਦਾ ਹੈ? ਕਦੋਂ ਤੁਸੀਂ ਆਪਣੇ ਲੀਡਰਸ ਨੂੰ ਬਲੇਮ ਕਰਨਾ ਬੰਦ ਕਰੋਗੇ ਆਪਣੇ ਬਾਗ ਦੇ ਵਾਸਤੇ? ਕਦੋਂ ਤੁਸੀਂ ਪਰਮੇਸ਼ਰ ਦੇ ਨਬੀਆਂ ਨੂੰ ਆਪਣੇ ਬਾਗ ਦੇ ਵਾਸਤੇ ਬਲੇਮ ਕਰਨਾ ਬੰਦ ਕਰੋਗੇ?
कदों तुसी ब्लेम करना बंद करोगे कि तुहाडी लोकां ने मदद नहीं कीती? तुहाडा शहर है मेरे भरावो भैणो, तुहाडा शहर है मेरे भरावो ते भैणो। तुहाडे बच्चे तुहाडा बाग ने, क्यों तुसी होण दिता कुछ सप्पां नूं अपने बाग दे विच आउण दे वास्ते? किद्दां तुहाडे अखां दे थल्लेओं ओह अंदर आ गए? किद्दां तुहाडे शहर दा जो गार्बेज मैनेजमेंट जो सिस्टम है ओह ठीक काम नहीं कर रहा? क्यों तुहाडे घर दे विच शांति नहीं, तुहाडे विआह दे विच शांति नहीं? क्यों तुसी अपनी जुबान नूं काबू विच क्यों नहीं रखिया? क्यों तुसी हाले भी उसी तरह बिहेव करदे एक बच्चे दी तरह? कदों तुसी दया दिखानी शुरू करोगे, रहम दिखाना शुरू करोगे अपने पति नूं, अपनी पत्नी नूं, जिस तरह की प्रभु ने तुहानूं दया दिखाई? परमेश्वर दे बच्चों, परमेश्वर दे दिल नूं सुनो। तुसी एक शहर हो पहाड़ दे उत्ते जो बनिया होया है। हुण जदों तुसी समझ रहे हो इस गल नूं कि जो शहर है की आ, मैं किस दी मदद कर रहा, मैनूं दसीए। तुसी हुण जो समझ गए हो कि शहर जो आ, जो शहर आ, और आओ उस आयत विच वापस चलिए। ज़बूर 127 पर पास्टर प्लीज पढ़ दी है। जे यहोवा घर ना बनावे तां बनाउण वाले दी मेहनत व्यर्थ आ। जेकर यहोवा शहर दा ध्यान ना रखे, जेकर यहोवा शहर दा ध्यान ना रखे तां चौकीदार अपना वक्त जाया कर रहे हैं, वक्त बर्बाद कर रहे हैं। जेकर यहोवा, सो तुसी एक शहर हो, तुसी एक शहर हो, तुहाडा एक बाग आ, तुहानू परमेश्वर ने उत्थे रखिया है। हुण जो शहर है, हुण जिहड़ा शहर है एक चानन होना चाहिदा है जो कि आनंद लेके आवे। बहुत सारे शहरां दे विच परमेश्वर दा कलाम कहंदा है, जेकर यहोवा शहर दा ध्यान ना रखे और फिर असी देखते हैं कि की मुश्किल है इत्थे। जिहड़ी प्रॉब्लम अज साडे है असी परमेश्वर नूं नहीं दिता आण दिता अपने शहरां दे उत्ते देखण नूं। असी परमेश्वर नूं पुछया क्या कि साडे एजेंडास नूं ब्लैस करे। असी परमेश्वर नूं पुछया साडी मदद करे, ओदे जो असी मंगदे हां। असी अपने घरां नूं बनाया जिद्दां असी बनाउणा मंगदे हां। असी शहरां नूं बनाया जिस तरह असी बनाउणा मंगदे हां, लेकिन प्रभु ओदे विच नहीं गा। प्रभु उसनूं नहीं बना रहा और प्रभु नूं दिता नहीं जा रहा, उसनूं न्योता नहीं दिता जा रहा कि उस शहर नूं आण के देखे, ओहदा ध्यान रखे। इसलिए वचन कहता है क्योंकि परमेश्वर उस शहर का ध्यान नहीं रख रहा, ਇਹਦਾ कोई मतलब नहीं गा कि कौन देख रहा, कौन ध्यान कर रहा उस शहर का, केड़ा चौकीदार ध्यान कर रहा। साडे कोल झूठियां सिक्योरिटियां जो कि असी बनाईयां, जो कि असी अपने शहरां विच बनाईयां, जो कि साडे शहरां नूं देख रहीआं ने। ਜਿਹੜੇ लोग इस दुनिया विच रहिंदे आ, मेडिकेयर उन्हां दे वास्ते मेडिकेयर एक झूठा सुरक्षित दल बन गया है जो कि तुहानूं देख रहा है। तुहाडे नौकरियां तुहाडे वास्ते एक झूठियां दल बन गई हैं, झूठी सुरक्षा बन गई हैं। कुछ लोकां दे वास्ते तुसी अपने पति पत्नियां नूं फड़िया होया इन्ना जोर दी बजाय यसू मसीह नूं फड़न दे। कुछ लोकां दे वास्ते अपने बच्चियां नूं तुसी रब बना लेने हो, तुसी अपने बच्चों तो बहुत ज्यादा एक्सपेक्ट करते हो।
ਛੋਟੀ ਤੋਂ ਛੋਟੀ ਗੱਲ ਜੋ ਬੱਚੇ ਕਰਦੇ ਆ ਤੁਹਾਨੂੰ ਦੁੱਖ ਪਹੁੰਚਾਉਂਦੀ ਆ, ਕਿਉਂਕਿ ਇੰਨੀ ਜ਼ਿਆਦਾ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਨਿਰਭਰ ਕਰਦੇ ਹੋ ਔਰ ਤੁਸੀਂ ਸੋਚਦੇ ਕਿ ਕਿੰਨਾ ਜ਼ਿਆਦਾ ਤੁਹਾਡੇ ਬੱਚੇ ਚੰਗੇ ਹੋਣੇ ਚਾਹੀਦੇ ਸੀਗੇ ਵੱਧਦੇ ਹੋਏ। ਪਰਮੇਸ਼ਰ ਦੇ ਲੋਕੋ, ਪਰਮੇਸ਼ਰ ਤੁਹਾਡੀ ਰੂਹ ਦੇ ਨਾਲ ਕੁਸ਼ਤੀ ਕਰ ਰਿਹਾ ਹੈ, ਮੈਨੂੰ ਮਹਿਸੂਸ ਹੋ ਰਿਹਾ ਹੈ। ਪਲੀਜ਼ ਮੈਂ ਤੁਹਾਨੂੰ ਪ੍ਰਸ਼ਨ ਪੁੱਛਣਾ ਮੰਗਦਾ ਹਾਂ, ਕੀ ਤੁਸੀਂ ਦੇ ਸਕਦੇ ਹੋ? ਹਰ ਇੱਕ ਜੋ ਝੂਠੀ ਸੁਰੱਖਿਆ ਉਸਨੂੰ ਪਰਮੇਸ਼ਰ ਦੇ ਕੋਲ ਨੂੰ ਦੇ ਦਿਓ ਔਰ ਕਹੋ ਕਿ ਪ੍ਰਭੂ ਮੈਂ ਆਪਣਾ ਵਿਸ਼ਵਾਸ ਤੈਨੂੰ ਦਿੰਨਾ ਹੈ, ਤੇਰੇ ਉੱਤੇ ਪਾਉਣਾ ਹੈ। ਔਰ ਜਿਹੜੀਆਂ ਵੀ ਝੂਠੀਆਂ ਸੁਰੱਖਿਆ ਮੈਂ ਆਪਣੇ ਆਸੇ ਪਾਸੇ ਬਣਾਈਆਂ ਆ, ਔਰ ਮੈਂ ਮੰਗਦਾ ਕਿ ਤੂੰ ਉਸ ਇਲਾਕੇ ਵਿੱਚ ਆ ਜਾ ਔਰ ਆਪਣੀ ਜੋ ਸੁਰੱਖਿਆ ਆਪਣੇ ਪਾਦਰੀਆਂ ਉੱਤੇ ਨਾ ਪਾਈਏ, ਆਪਣੇ ਨਬੀਆਂ ਦੇ ਉੱਤੇ ਨਾ ਪਾਈਏ। ਉਹਨਾਂ ਨੂੰ ਉੱਥੇ ਨਾ ਰੱਖੇ ਜਿੱਥੇ ਸਿਰਫ ਯਿਸੂ ਮਸੀਹ ਹੋਣਾ ਚਾਹੀਦਾ ਹੈ। ਉਹ ਯਿਸੂ ਮਸੀਹ ਦੇ ਸੇਵਕ ਆ। ਸਾਨੂੰ ਇਹ ਅਲਾਉ ਨਹੀਂ ਹੁੰਦਾ ਕਿ ਅਸੀਂ ਉਹ ਕਰੀਏ ਤੁਹਾਡੇ ਵਾਸਤੇ ਜੋ ਪ੍ਰਭੂ ਨੇ ਕਰਨਾ ਹੈ। ਅਸੀਂ ਸਿਰਫ ਐਕਸਟੈਂਸ਼ਨ ਹੈ ਤੁਹਾਡੇ ਜੀਵਨਾਂ ਦੇ ਉੱਤੇ। ਜੇ ਤੁਸੀਂ ਪਰਮੇਸ਼ਰ ਨੂੰ ਪਿਆਰ ਨਹੀਂ ਕਰਦੇ, ਜੇ ਤੁਸੀਂ ਉਸਨੂੰ ਆਪਣਾ ਸਭ ਕੁਝ ਨਹੀਂ ਬਣਾਉਂਦੇ, ਕੋਈ ਵੀ ਪਾਦਰੀ, ਕੋਈ ਵੀ ਨਬੀ ਤੁਹਾਡੀ ਮਦਦ ਨਹੀਂ ਕਰ ਪਾਉਂਦਾ। ਜਦੋਂ ਤੁਸੀਂ ਪਰਮੇਸ਼ਰ ਦਾ ਆਦਰ ਕਰਦੇ ਆ ਆਪਣੇ ਰਾਜ ਦੇ ਸਮੇਂ ਦੇ ਵਿੱਚ, ਜਦੋਂ ਕੋਈ ਨਹੀਂ ਦੇਖ ਰਿਹਾ, ਤੁਸੀਂ ਪਰਮੇਸ਼ਰ ਨੂੰ ਅਲਾਉ ਕਰੋਗੇ ਕਿ ਉਹ ਤੁਹਾਡਾ ਇਸਤੇਮਾਲ ਕਰੇ, ਇਸ ਤਰ੍ਹਾਂ ਤੁਹਾਡਾ ਇਸਤੇਮਾਲ ਕਰੇ ਲੋਕਾਂ ਦੇ ਵਿੱਚ। ਲੇਕਿਨ ਸ਼ੁਰੂਆਤ ਹੁੰਦੀ ਆ ਇਕਾਂਤ ਦੇ ਵਿੱਚ, ਜਦੋਂ ਤੁਸੀਂ ਕਿ ਆਪਣਾ ਸਭ ਕੁਝ ਪ੍ਰਭੂ ਨੂੰ ਦਿੰਦੇ ਆ, ਜਦੋਂ ਕਿ ਸਾਰੀ ਆਪਣੀ ਮਰਜ਼ੀ ਪਰਮੇਸ਼ਰ ਨੂੰ ਦਿੰਦੇ ਆ। ਪ੍ਰਭੂ ਯਿਸੂ ਤੁਹਾਡੇ ਉੱਤੇ ਦੇਖ ਰਿਹਾ ਹੈ ਔਰ ਉਹ ਕਹਿ ਰਿਹਾ ਆ, ਮੇਰੇ ਬੱਚੇ, ਕੀ ਤੂੰ ਮੈਨੂੰ ਅਲਾਉ ਕਰੂੰਗਾ ਕਿ ਮੈਂ ਤੇਰੇ ਸ਼ਹਿਰ ਦੇ ਉੱਤੇ ਦੇਖਭਾਲੀ ਕਰਾਂ? ਅਸੀਂ ਉਸ ਮੌਸਮ ਦੇ ਵਿੱਚ ਆ ਜਿੱਥੇ ਬਹੁਤ ਹਿਲਾਵਟ ਹੋ ਰਹੀ ਆ। ਅਸੀਂ ਉਸ ਸੀਜ਼ਨ ਦੇ ਵਿੱਚ ਜਿੱਥੇ ਸਾਰਾ ਕੁਝ ਹਿਲ ਰਿਹਾ ਆ। ਅਸੀਂ ਉਸ ਮੌਸਮ ਦੇ ਵਿੱਚ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਬਿਲਕੁਲ ਵੀ ਸੁਰੱਖਿਅਤ ਨਹੀਂ ਆ। ਲੋਕੀ ਤੁਹਾਨੂੰ ਫਸਾ ਕੇ ਰੱਖਦੇ, ਲੋਕੀ ਮੰਗਦੇ ਆ ਕਿ ਤੁਸੀਂ ਸਰਕਾਰ ਦੇ ਵਿੱਚ ਆਪਣੀ ਸੁਰੱਖਿਆ ਪਾਓ। ਕੁਝ ਦੇਰ ਪਹਿਲਾਂ US ਔਰ ਕੈਨੇਡਾ ਦੇ ਵਿੱਚ ਸਰਕਾਰ ਨੇ ਉਹਨਾਂ ਨੇ ਲੋਕਾਂ ਨੂੰ ਬਹੁਤ ਸਾਰੇ ਫੰਡਸ ਦਿੱਤੇ ਔਰ ਹੁਣ ਸਰਕਾਰਾਂ ਨੇ ਆਲਰੇਡੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਸਾਰਾ ਅਮਾਉਂਟ ਸਾਨੂੰ ਵਾਪਸ ਕੀਤਾ ਜਾਵੇ। ਔਰ ਇੱਥੇ ਤੁਸੀਂ ਹੁਣ ਉਸ ਕਰਜ਼ੇ ਦੇ ਵਿੱਚ ਹੋ ਜਿੱਥੇ ਤੁਸੀਂ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਤੁਸੀਂ ਆਪਣਾ ਜੋ ਸੁਰੱਖਿਆ ਤੁਸੀਂ ਉੱਥੇ ਪਾਈ ਜਿੱਥੇ ਤੁਹਾਨੂੰ ਨਹੀਂ ਪਾਣੀ ਚਾਹੀਦੀ ਸੀ। ਆਪਣੀ ਸੁਰੱਖਿਆ ਸਿਰਫ ਮਸੀਹ ਦੇ ਵਿੱਚ ਪਾਓ। ਔਰ ਕੋਈ ਵੀ ਇਸ ਤਰ੍ਹਾਂ ਦੀ ਜਗ੍ਹਾ ਵਿੱਚ ਆਪਣੀ ਸੁਰੱਖਿਆ ਨਾ ਪਾਓ ਜਿੱਥੇ ਕਿ ਦੁਸ਼ਮਣ ਆ ਕੇ ਤੁਹਾਨੂੰ ਹਿਲਾ ਸਕੇ। ਲੇਕਿਨ ਸਾਨੂੰ ਜਾਗਣ ਦੀ ਲੋੜ ਆ। ਲੇਕਿਨ ਪ੍ਰਭੂ ਸਾਨੂੰ ਜਗਾ ਰਿਹਾ ਆ। ਪ੍ਰਭੂ ਸਾਨੂੰ ਜਗਾ ਰਿਹਾ ਆਪਣੇ ਪਿਆਰ ਦੇ ਵਾਸਤੇ। ਪਰਮੇਸ਼ਰ ਤੁਹਾਨੂੰ ਬੁਲਾ ਰਿਹਾ ਹੈ ਔਰ ਕਹਿ ਰਿਹਾ ਹੈ ਕਿ ਮੈਨੂੰ ਬਣਾਉਣ ਦਿਓ, ਮੈਨੂੰ ਆਪਣਾ ਚੌਕੀਦਾਰ ਬਣਾਓ। ਇਸ ਮੌਸਮ ਦੇ ਵਿੱਚ ਸਾਨੂੰ ਪ੍ਰਭੂ ਦੇ ਉੱਤੇ ਡਿਪੈਂਡ ਕਰਨ ਦੀ ਲੋੜ ਹੈ। ਇਸ ਮੌਸਮ ਦੇ ਵਿੱਚ ਸਾਨੂੰ ਕੋਈ ਵੀ ਸ਼ਬਦ ਗਵਾਉਣ ਦੀ ਲੋੜ ਨਹੀਂ। ਹਰ ਸ਼ਬਦ ਜੋ ਤੁਹਾਡੇ ਕੋਲ ਆਉਂਦਾ ਹੈ, ਵਕਤ ਕੱਢੀਏ। ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਉਹ ਕਹਿ ਰਿਹਾ ਸੀਗਾ ਕਿ ਮੇਰੀ ਪਤਨੀ ਰੋ ਰਹੀ ਸੀਗੀ ਕਿਉਂਕਿ ਅਸੀਂ ਆਪਣੇ ਆ ਰਹੇ ਸੀਗੇ। ਉਹ ਬੁੱਧਵਾਰ ਦੀ ਸਭਾ ਨੂੰ ਮਿਸ ਨਹੀਂ ਸੀ ਕਰਨਾ ਮੰਗਦੀ ਔਰ ਰੋ ਰਹੀ ਸੀਗੀ ਕਿ ਉਹ ਘਰ ਨਹੀਂ ਸੀਗੀ। ਔਰ ਕਹਿੰਦੇ ਕਿ ਫਾਈਨਲੀ ਉਸਨੇ ਮੇਰਾ ਫੋਨ ਦਾ ਇਸਤੇਮਾਲ ਕੀਤਾ ਤਾਂ ਕਿ ਤੁਹਾਡੀ ਵੀਡੀਓ ਦੇਖ ਸਕੇ। ਮੇਰੇ ਕੋਲ GPS ਨਹੀਂ ਸੀਗਾ ਕਿ ਮੈਂ ਘਰ ਨਹੀਂ ਆ ਸਕਿਆ। ਬਹੁਤ ਹੀ ਚੰਗੀ ਗਵਾਹੀ ਸੀਗੀ। ਇਹ ਜੋ ਇਹ ਚਾਹਤ ਹੈ, ਇਹ ਤੁਹਾਨੂੰ
ਫੜ ਲਵੇ, ਇਹ ਤੁਹਾਨੂੰ ਕਬਜ਼ਾ ਕਰ ਲਵੇ ਕਿ ਤੁਸੀਂ ਪਰਮੇਸ਼ਵਰ ਦੇ ਨਾਲ ਵਕਤ ਬਿਤਾਵੋ। ਇਹ ਚੰਗੀ ਗੱਲ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਪਰਮੇਸ਼ਵਰ ਦੇ ਨਾਲ ਵਕਤ ਬਿਤਾਓ, ਆਪਣੇ ਪਰਿਵਾਰ ਦੇ ਨਾਲ ਵਕਤ ਬਿਤਾਓ, ਪਰਮੇਸ਼ਵਰ ਦਾ ਕਲਾਮ ਪੜੋ, ਪ੍ਰਾਰਥਨਾ ਕਰੋ ਇਕੱਠੇ ਹੋ ਕੇ, ਪਰਮੇਸ਼ਵਰ ਦਾ ਵਚਨ ਨੂੰ ਖੋਲੋ। ਪਰਮੇਸ਼ਵਰ ਦਾ ਵਚਨ ਜੋ ਆ ਸਾਡੇ ਵਾਸਤੇ ਸਾਡੀ ਸ਼ਕਤੀ ਆ। ਹਾਂ, ਪਰਮੇਸ਼ਵਰ ਦਾ ਵਚਨ ਦੁਬਾਰਾ ਸੁਣੋ, ਆਪਣੇ ਅੰਦਰ ਉਸਨੂੰ ਆਉਣ ਦੇਵੋ, ਉਸਨੂੰ ਅੰਦਰ ਆਉਣ ਦੇਵੋ, ਪਰਮੇਸ਼ਵਰ ਦੀ ਹਜ਼ੂਰੀ ਨੂੰ ਆਪਣੇ ਅੰਦਰ ਆਉਣ ਦੇਵੋ, ਪਰਮੇਸ਼ਵਰ ਦੇ ਵਚਨ ਵਿੱਚ ਭਰ ਜਾਵੋ, ਉਸਨੂੰ ਆਪਣੀ ਸ਼ਕਤੀ ਬਣਾ ਲਵੋ। 1 ਘੰਟਾ ਆਏਗਾ, ਬਹੁਤ ਸਾਰੇ ਜੋ ਲੋਕ ਹੈ ਜਿਨ੍ਹਾਂ ਦਾ ਵਿਸ਼ਵਾਸ ਜੋ ਹਿਲਾਇਆ ਜਾਏਗਾ, ਲੇਕਿਨ ਪਰਮੇਸ਼ਵਰ ਦੇ ਪੁੱਤਰ ਉਸਦੀ ਤੁਹਾਡਾ ਵਿਸ਼ਵਾਸ ਨਾ हिले। ਮੇਰੀ ਪ੍ਰਾਰਥਨਾ ਹੈ ਕਿ ਜੇ ਇਸ ਮੌਸਮ ਦੇ ਵਿੱਚ ਅਸੀਂ ਪ੍ਰਭੂ ਦੇ ਵਿੱਚ ਆਪਣੇ ਆਪ ਨੂੰ ਤਕੜਾ ਕਰਦੇ ਹਾਂ, ਜੇ ਅਸੀਂ ਪਰਮੇਸ਼ਵਰ ਦੇ ਵਿੱਚ ਆਪਣੇ ਆਪ ਨੂੰ ਬਣਾ ਕੇ ਰੱਖਦੇ ਹਾਂ, ਔਰ ਇਹ ਪਰਮੇਸ਼ਵਰ ਕਰਨਾ ਮੰਗਦਾ ਹੈ, ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੀ ਆਮਦ ਦੇ ਵਾਸਤੇ ਤਿਆਰ ਕਰ ਰਹੇ ਹਾਂ। ਜੇ ਇਸ ਮੌਸਮ ਦੇ ਵਿੱਚ ਅਸੀਂ ਬੁਰੀਆਂ ਆਦਤਾਂ ਨੂੰ ਪਿੱਛੇ ਕਰ ਦਈਏ, ਹਟਾ ਦਈਏ, ਜੇ ਸਾਡੀ ਅਸੀਂ ਸੋਚਣੀ ਇਹ ਕਰ ਲਈ ਕਿ ਕਿਉਂ ਮੈਂ ਬਣਾ ਰਿਹਾ ਜੋ ਮੈਂ ਬਣਾ ਰਿਹਾ, ਕੀ ਮੇਰੀ ਸੁਰੱਖਿਆ ਸੱਚੀ ਪਰਮੇਸ਼ਵਰ ਵਿੱਚ ਆ। ਜੇ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਇਹਨਾਂ ਦਾ ਉੱਤਰ ਦੇ ਸਕੋ, ਜੇ ਤੁਸੀਂ ਆਪਣੀ ਸੋਚਣੀ ਠੀਕ ਕਰ ਸਕੋ, ਜੇ ਤੁਸੀਂ ਉਹ ਗੱਲਾਂ ਸ਼ੁਰੂ ਕਰ ਸਕੋ ਕਰਨੀਆਂ ਜੋ ਕਿ ਚੰਗੀਆਂ ਗੱਲਾਂ ਨੇ, ਜਦੋਂ ਅੰਤ ਦੇ ਸਮੇਂ ਆਣਗੇ, ਜਦੋਂ ਮੁਸ਼ਕਿਲ ਆਏਗੀ, ਆਂधी ਆਣਗੀਆਂ, ਤੂਫਾਨ ਆਣਗੀਆਂ, ਜਿਹੜੇ ਲੋਕ ਕਹਿੰਦੇ ਆ ਕਿ ਉਹ ਪ੍ਰਭੂ ਨੂੰ ਪਿਆਰ ਕਰਦੇ ਆ, ਉਹਨਾਂ ਵਕਤਾਂ ਵਿੱਚ ਤੁਸੀਂ ਹਿਲੋਗੇ ਨਹੀਂ। ਤੁਹਾਡੀ ਜਿਹੜੀ ਜੜ ਆ ਉਹ ਡੂੰਗੀ ਹੋਵੇਗੀ, ਤੁਹਾਡੀਆਂ ਜੜ੍ਹਾਂ ਜੋ ਡੂੰਘੀਆਂ ਹੋਣਗੀਆਂ, ਤੁਹਾਡੀ ਟਹਿਣੀਆਂ ਵੱਡੀਆਂ ਹੋਣਗੀਆਂ, ਤੁਹਾਡੇ ਫਲ ਲੱਗਣਗੇ, ਤੁਸੀਂ ਇੱਕ ਸਮਝਦਾਰ ਬਿਲੀਵਰ ਬਣੋਗੇ, ਤੁਸੀਂ ਇੱਕ ਬਹੁਤ ਹੀ ਸਟਰੋਂਗ ਬਿਲੀਵਰ ਹੋਵੋਗੇ। ਤੁਹਾਨੂੰ ਲੱਭਿਆ ਜਾਵੇਗਾ ਕਿ ਤੁਸੀਂ ਹਿੱਲੋਗੇ ਨਹੀਂ। ਮੈਂ ਜਾਣਨਾ ਮੰਗਦਾ ਹਾਂ ਕਿ ਤੁਸੀਂ ਕਿਸ ਤਰ੍ਹਾਂ ਜਾ ਰਹੇ ਹੋ, ਕਿਸ ਤਰ੍ਹਾਂ ਮੈਨੂੰ ਇਸ ਕਮਰੇ ਵਿੱਚ ਇਕੱਲਾ ਨਾ ਛੱਡੀਏ। ਮੈਂ ਜਾਣਨਾ ਮੰਗਦਾ ਹਾਂ ਕਿ ਪ੍ਰਭੂ ਤੁਹਾਡੇ ਘਰ ਦੇ ਵਿੱਚ ਇਸ ਵੇਲੇ ਕੀ ਕਰ ਰਿਹਾ ਹੈ। ਮੈਂ ਜਾਣਨਾ ਮੰਗਦੀ ਕਿ ਪਰਮੇਸ਼ਰ ਤੁਹਾਡੀ ਰੂਹ ਦੇ ਵਿੱਚ ਕੀ ਕਰ ਰਿਹਾ। ਸਾਨੂੰ ਇੰਨੀਆਂ ਗਵਾਹੀਆਂ ਆ ਰਹੀਆਂ, ਉਹਨਾਂ ਨੂੰ ਆਉਂਦੇ ਲੈਣ ਦੇਈਏ। ਮੈਂ ਹਰ ਇੱਕ ਗਵਾਹੀ ਦੇ ਉੱਤੇ ਰਿਸਪੌਂਡ ਤਾਂ ਨਹੀਂ ਕਰ ਸਕਦਾ, ਲੇਕਿਨ ਪਲੀਜ਼ ਉਹਨਾਂ ਗਵਾਹੀਆਂ ਨੂੰ ਆਉਣ ਦੇਈਏ। ਮੈਂ ਬਹੁਤ ਹੀ ਖੁਸ਼ ਹਾਂ, ਦੇਖਣਾ ਮੰਗਦਾ ਕਿ ਪ੍ਰਭੂ ਤੁਹਾਡੇ ਆਤਮਾ ਵਿੱਚ ਕੀ ਕਰ ਰਿਹਾ। ਮੈਂ ਇੱਕ ਹੋਰ ਖਤਮ ਕਰਨਾ ਮੰਗਦਾ ਇਸ ਪੂਰੇ ਵਚਨ ਨੂੰ ਪੜ੍ਹ ਕੇ। ਇਹ ਸਵੇਰੇ ਉੱਠਣਾ ਤੇ ਰੋਜ਼ੀ ਕਮਾਉਣਾ ਲਈ ਦੇਰ ਰਾਤ ਤੱਕ ਜਾਗਦੇ ਰਹਿਣਾ ਵਕਤ ਜ਼ਾਇਆ ਕਰਨਾ ਹੀ ਹੈ। ਯਹੋਵਾ ਉਹਨਾਂ ਲੋਕਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੂੰ। ਇੱਕ ਹੋਰ ਗੱਲ ਜੋ ਪ੍ਰਭੂ ਸਾਨੂੰ ਸਿਖਾ ਰਿਹਾ ਹੈ ਉਹ ਇਹ ਹੈ ਕਿ ਆਰਾਮ ਕਰਨਾ। ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇਹ ਜੋ ਦੁਨੀਆ ਸ਼ਟਡਾਊਨ ਵਿੱਚ ਆ ਸਕਦੀ ਹੈ, ਲੇਕਿਨ ਕਲਾਮ ਕਹਿੰਦਾ ਹੈ ਕਿ ਸਵਰਗ ਔਰ ਧਰਤੀ ਟਲ ਜਾਣਗੇ, ਲੇਕਿਨ ਜੋ ਉਹਦਾ ਵਚਨ ਉਹ ਕਦੀ ਟਲੇਗਾ ਨਹੀਂ। ਕਿ ਤੁਸੀਂ ਉਹਦਾ ਵਚਨ ਆਪਣੇ ਅੰਦਰ ਲੈ ਲਵੋ ਔਰ ਤੁਸੀਂ ਆਰਾਮ ਵਿੱਚ ਆਵੋ। ਜਦੋਂ ਤੁਸੀਂ ਉਹਦੇ ਵਚਨ ਨੂੰ ਆਪਣੇ ਅੰਦਰ ਲੈ ਲਓਗੇ, ਤੁਹਾਡੇ ਉੱਤੇ ਕੋਈ ਐਂਜ਼ਾਇਟੀ ਨਹੀਂ ਹੋਵੇਗੀ, ਡਿਪਰੈਸ਼ਨ ਨਹੀਂ ਆਏਗਾ, ਕੋਈ ਉਹਨਾਂ ਦੀ ਸ਼ਕਤੀ ਤੁਹਾਡੇ ਉੱਤੇ ਨਹੀਂ ਆਏਗੀ। ਮੈਂ ਯਿਸੂ ਮਸੀਹ ਦੇ ਨਾਮ ਵਿੱਚ ਕਹਿੰਦਾ ਹਾਂ, ਹਰ ਇੱਕ ਝੂਠ ਜੋ ਕਿ ਦੁਸ਼ਮਣ ਨੇ ਤੁਹਾਡੇ ਜੀਵਨ ਵਿੱਚ ਬੰਨਿਆ ਹੈ ਉਹ ਟੁੱਟ ਜਾਵੇ। ਪਰਮੇਸ਼ਵਰ ਦੇ ਬੱਚੇ, ਤੁਹਾਨੂੰ ਸ਼ਾਂਤੀ ਮਿਲੇ, ਸ਼ਾਂਤੀ ਲਵੋ ਪਰਮੇਸ਼ਵਰ ਦੇ ਵਿੱਚ, ਔਰ ਅੱਜ ਰਾਤ ਤੁਸੀਂ ਸਕੂਨਮੈ ਨੀਂਦ ਦੇ ਵਿੱਚ ਸੌਂਤੇ ਹੋਵੋਗੇ। ਪ੍ਰਭੂ ਜਿਹੜਾ ਵੀ ਕੋਈ ਜਣਾ ਸ਼ਾਂਤੀ ਮੰਗ ਰਿਹਾ ਹੈ, ਆਰਾਮ ਮੰਗ ਰਿਹਾ ਹੈ, ਚੰਗੀ ਨੀਂਦ ਮੰਗ ਰਿਹਾ ਹੈ, ਉਹਨਾਂ ਦੇ ਵਾਸਤੇ ਇਸ ਤਰ੍ਹਾਂ ਹੋ ਜਾਵੇ, ਉਹਨਾਂ ਦੇ ਵਾਸਤੇ ਇਸ ਤਰ੍ਹਾਂ ਹੋ ਜਾਵੇ। ਜੋ ਡਰ ਛੱਡ ਕੇ ਜਾ ਰਿਹਾ, ਜੇ ਤੁਸੀਂ ਇਸ ਸਕਰੀਨ ਨੂੰ ਛੂ ਸਕੋ ਤਾਂ ਛੂਈਏ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਰ ਇੱਕ ਡਰ ਜੋ ਕਿ ਤੁਹਾਨੂੰ ਸੁੰਗੜਾ ਰਿਹਾ ਹੈ, ਹਰ ਇੱਕ ਝੂਠ ਜੋ ਕਿ ਤੁਹਾਨੂੰ ਸੁੰਗੜਾ ਰਿਹਾ ਆ, ਜੜ੍ਹਾਂ ਚੋਂ ਪੱਟ ਦਿੰਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪ੍ਰਭੂ ਉਸਨੂੰ ਜੜ੍ਹਾਂ ਤੋਂ ਪੱਟ ਦੇਵੇ।
ਤਾਂ ਕਿ ਉਹਦੀ ਜੜ੍ਹਾਂ ਕਦੀ ਦੁਬਾਰਾ ਜ਼ਿੰਦਾ ਨਾ ਹੋ ਸਕਣ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇ, ਬਹੁਤ ਸੋਹਣੀ ਨੀਂਦ ਦੇ ਨਾਲ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਦੇਖੋ, ਪਰਮੇਸ਼ਰ ਦੇ ਵੱਲੋਂ ਬੱਚੇ ਜੋ ਸੌਗਾਤ ਹੈ, ਮਾਂ ਦੇ ਸਰੀਰ ਦੇ ਫਲੋਂ ਇਨਾਮ ਹਨ। ਬੱਚੇ ਜੋ ਆ ਉਹ ਪ੍ਰਭੂ ਦੇ ਵੱਲੋਂ ਸੌਗਾਤ ਹਨ। ਸਿਰਫ ਸੰਸਾਰਿਕ ਬੱਚੇ ਨਹੀਂ, ਬਲਕਿ ਆਤਮਿਕ ਬੱਚੇ ਵੀ। ਕਦੀ ਵੀ ਪਰਮੇਸ਼ਰ ਦਾ ਵਚਨ ਸੁਣਾਉਣ ਤੋਂ ਨਾ ਰੁਕੀਏ। ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਪਰਮੇਸ਼ਰ ਦੇ ਪਿਆਰ ਨੂੰ ਵੰਡੀਏ, ਵਕਤ ਲਈਏ, ਪਰਮੇਸ਼ਰ ਦਾ ਨਾਲ ਕਿਸੇ ਦਾ ਪਿਆਰ ਨੂੰ ਸਾਂਝਾ ਕਰੀਏ। ਬੱਚੇ ਜਵਾਨ ਆਦਮੀ ਦੇ ਪੁੱਤਰ ਇੱਕ ਫੌਜੀ ਦੇ ਤਸ਼ਕਰ ਵਿਚਲੇ ਤੀਰਾਂ ਵਰਗੇ ਹਨ। ਇੱਕ ਸਮੇਂ ਆਉਂਦਾ ਆ ਜਦੋਂ ਪੁੱਤਰ ਔਰ ਧੀਆ ਜਦੋਂ ਵੱਡੇ ਹੋ ਜਾਂਦੇ ਆ, ਜਦੋਂ ਉਹ ਇੰਨੇ ਏਦਾਂ ਦੇ ਤਿੱਖੇ ਤੀਰ ਬਣ ਜਾਂਦੇ ਆ, ਤਿੱਖੇ ਤੀਰ, ਬਹੁਤ ਹੀ ਸਮਝਦਾਰ, ਜੋ ਕਿ ਦੁਸ਼ਮਣ ਦੀ ਚਾਲਾਂ ਨੂੰ ਬਰਬਾਦ ਕਰਦੇ ਨੇ। ਤੁਸੀਂ ਆਪਣੇ ਆਪ ਨੂੰ ਪੁੱਛਿਏ ਕਿ ਮੈਂ ਸਮਝਦਾਰ ਬਣ ਚੁੱਕਿਆ, ਕਿ ਮੈਂ ਉਹ ਤਿੱਖਾ ਤੀਰ ਬਣਿਆ ਆ ਕਿ ਜੋ ਦੁਸ਼ਮਣ ਦੇ ਝੂਠਾਂ ਨੂੰ ਬਰਬਾਦ ਕਰੇਗਾ। ਉਹ ਆਦਮੀ ਜਿਹੜਾ ਆਪਣੇ ਤਰਕਸ਼ ਨੂੰ ਪੁੱਤਰਾਂ ਨਾਲ ਭਰ ਲੈਂਦਾ ਹੈ, ਉਹ ਬਹੁਤ ਖੁਸ਼ ਹੋਵੇਗਾ। ਉਹ ਬੰਦਾ ਕਦੇ ਵੀ ਨਹੀਂ ਹਾਰੇਗਾ। ਬਰਕਤ ਵਾਲਾ ਹੈ ਉਹ ਇਨਸਾਨ ਕਿ ਮੈਂ ਤੁਹਾਡੇ ਨਾਲ ਬਰਕਤ ਪਾਈ ਆ, ਮੈਂ ਬਰਕਤ ਪਾਈ ਆ। ਤੁਹਾਨੂੰ ਲੈ ਕੇ ਆਪਣੀ ਮਿਨਿਸਟਰੀ ਦੇ ਵਿੱਚ, ਇਸ ਯਾਤਰਾ ਵਿੱਚ ਅਸੀਂ ਇਕੱਠੇ ਕਰ ਰਹੇ ਹਾਂ ਯਿਸੂ ਮਸੀਹ ਦੇ ਨਾਲ। ਧੰਨਵਾਦ ਕਰਦਾ ਹਾਂ ਤੁਹਾਡੀ ਵਫਾਦਾਰੀ ਦੇ ਨਾਲ, ਜੋ ਕਿ ਤੁਸੀਂ ਯਿਸੂ ਮਸੀਹ ਦੇ ਨਾਲ ਹੋ। ਧੰਨਵਾਦ ਕਰਦਾ ਜੋ ਤੁਸੀਂ ਵਿਸ਼ਵਾਸ ਕੀਤਾ ਇਸ ਮਿਨਿਸਟਰੀ ਦੇ ਉੱਤੇ, ਜੋ ਕਿ ਪ੍ਰਭੂ ਇਸ ਮਿਨਿਸਟਰੀ ਦੇ ਵਿੱਚ ਕਰ ਰਿਹਾ। ਧੰਨਵਾਦ ਕਰਦੀ ਹਾਂ ਤੁਹਾਡੀ ਜ਼ੀਲ ਆ, ਚਾਹਤ ਆ ਪ੍ਰਭੂ ਦੇ ਵਾਸਤੇ। ਆਪਣੇ ਦਿਲ ਨੂੰ ਤੁਸੀਂ ਸੁਰੱਖਿਅਤ ਰੱਖਿਆ ਉਹਦੇ ਵਾਸਤੇ। ਧੰਨਵਾਦ ਕਰਦੇ ਹਾਂ ਕਿ ਜਦੋਂ ਤੁਸੀਂ ਪਰਮੇਸ਼ਰ ਦੇ ਪਿੱਛੇ ਨੱਠ ਰਹੇ ਹੋ। ਧੰਨਵਾਦ ਕਰਦੇ ਹਾਂ ਕਿ ਤੁਸੀਂ ਬਰਕਤ ਹੋ, ਕਿ ਤੁਸੀਂ ਪਰਵਾਹ ਕਰਦੇ ਹੋ, ਪਿਆਰ ਕਰਦੇ ਹੋ, ਇਕਤਾ ਦੇ ਵਾਸਤੇ, ਤੁਹਾਡੀ ਏਕਤਾ ਦੇ ਵਾਸਤੇ। ਧੰਨਵਾਦ ਕਰਦੇ ਤੁਹਾਡੇ ਯਾਦ ਕਰਨ ਦੇ ਵਾਸਤੇ, ਤੁਹਾਡੀ ਪ੍ਰਾਰਥਨਾਵਾਂ ਦੇ ਵਾਸਤੇ, ਤੁਹਾਡੇ ਦੇਣ ਦੇ ਵਾਸਤੇ, ਕਿ ਬਹੁਤ ਹੀ ਜ਼ਰੂਰੀ ਆ। ਅਸੀਂ ਇਹ ਗੱਲਾਂ ਨਹੀਂ ਕਰ ਸਕਦੇ ਸੀਗੇ। ਤੁਹਾਡੇ ਪਿਆਰ ਦੇ ਵਾਸਤੇ ਮੇਰੀ ਪ੍ਰਾਰਥਨਾ ਆ, ਜਦੋਂ ਤੁਸੀਂ ਇਹ ਪ੍ਰਾਰਥਨਾ ਨੂੰ ਲਵੋ ਕਿ ਪਰਮੇਸ਼ਵਰ ਦੀ ਦਇਆ, ਉਹਦਾ ਰਹਿਮ ਤੁਹਾਡੇ ਜੀਵਨ ਵਿੱਚ ਦੁੱਗਣਾ ਤਿੱਗਣਾ ਹੋ ਜਾਏਗਾ। ਦੁਬਾਰਾ ਬੁੱਧਵਾਰ ਨੂੰ ਆਈਏ, ਦੁਬਾਰਾ ਇਤਵਾਰ ਨੂੰ ਆਈਏ, ਅਸੀਂ ਡੀਪਰ ਚੱਲਾਂਗੇ। ਅਸੀਂ ਪ੍ਰਭੂ ਦੇ ਦਿਲ ਨੂੰ ਦੇਖਾਂਗੇ, ਕਿਸ ਤਰ੍ਹਾਂ ਅਸੀਂ ਰਿਸਪੌਂਡ ਕਰੀਏ। ਮੈਂ ਤੁਹਾਡੀ ਗਵਾਹੀਆਂ ਸੁਣਨਾ ਮੰਗਦਾ ਹਾਂ। ਪਰਮੇਸ਼ਰ ਦੀ ਹਜ਼ੂਰੀ ਬਹੁਤ ਹੀ ਸੁੰਦਰ ਹੈ, ਜੋ ਕਿ ਮੈਨੂੰ ਮਹਿਸੂਸ ਹੋ ਰਹੀ ਹੈ। ਹੁਣ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨਾ ਮੰਗਦਾ ਹਾਂ। ਮੈਂ ਦੇਖ ਰਿਹਾ ਇੱਕ ਕੱਲੀ ਮਾਂ, ਤੇਰੇ ਹੱਥਾਂ ਦੇ ਵਿੱਚ ਬਹੁਤ ਸਾਰੀ ਗੱਲਾਂ ਨੇ, ਔਰ ਕਹਿ ਰਹੀ ਕਿ ਮੈਂ ਕਿਸ ਤਰ੍ਹਾਂ ਇਹਨਾਂ ਗੱਲਾਂ ਨੂੰ ਹੈਂਡਲ ਕਰੂੰਗੀ, ਕਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਹੈਂਡਲ ਕਰੂੰਗੀ। ਪਰਮੇਸ਼ਰ ਦੀ ਦਇਆ ਤੇਰੇ ਕੋਲ ਆ ਰਹੀ ਹੈ ਇਸੇ ਵੇਲੇ। ਹਾਂ, ਜੋ ਵੀ ਤੇਰੇ ਦਿਮਾਗ ਨੂੰ ਜਲਾ ਰਿਹਾ ਸੀਗਾ, ਸ਼ਾਂਤੀ ਤੇਰੇ ਕੋਲ ਆ ਰਹੀ ਹੈ, ਤੇਰੇ ਘਰ ਦੇ ਵਿੱਚ ਆ ਰਹੀ ਹੈ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਜੋ ਕਿ ਪੌੜੀਆਂ ਉੱਤੇ ਚੜਿਆ ਸੀਗਾ, ਹੁਣ ਉਸ ਪੌੜੀਆਂ ਤੋਂ ਥੱਲੇ ਉਤਰਨ ਲਈ ਉਹਨਾਂ ਨੂੰ ਪੁੱਛਿਆ ਜਾ ਰਿਹਾ। ਤੁਹਾਨੂੰ ਪ੍ਰਮੋਟ ਕੀਤਾ ਗਿਆ ਸੀਗਾ, ਹੁਣ ਉਸੇ ਨੌਕਰੀ ਦੇ ਵਿੱਚ ਤੁਹਾਨੂੰ ਉਸ ਕੰਮ ਨੂੰ ਛੱਡਣ ਦੇ ਵਾਸਤੇ ਕਿਹਾ ਜਾ ਰਿਹਾ। ਕੁਛ ਵੀ ਨਹੀਂਗਾ ਜੋ ਪਰਮੇਸ਼ਰ ਨੂੰ ਨਹੀਂ ਪਤਾ ਕਿ ਤੁਸੀਂ ਇਹ ਮੈਨੂੰ ਦੇਖ ਰਹੇ ਹੋ। ਕੋਈ ਕੋਇਨਸੀਡੈਂਸ ਨਹੀਂਗਾ। ਸ਼ਾਂਤੀ ਤੁਹਾਡੇ ਕੋਲ ਆਏ, ਸ਼ਾਂਤੀ ਤੁਹਾਡੇ ਕੋਲ ਆਏ। ਮੈਨੂੰ ਇੱਕ ਬਹੁਤ ਹੀ ਸੋਹਣਾ ਪੰਖ ਦਿਖਾਈ ਦੇ ਰਿਹਾ, ਸੋਨੇ ਦਾ ਪੰਖ ਦਿਖਾਈ ਦੇ ਰਿਹਾ। ਪਰਮੇਸ਼ਰ ਕਹਿ ਰਿਹਾ ਕਿ ਮੈਂ ਖਤਮ ਨਹੀਂ ਹੋਇਆ ਲਿਖਣਾ ਤੁਹਾਡੀ ਕਹਾਣੀ ਨੂੰ। ਜੋ ਕੁਛ ਵੀ ਦੁਸ਼ਮਣ
ਪਲਾਨ ਕੀਤਾ ਹੈ। ਮੈਂ ਦੇਖ ਰਿਹਾ ਕਿ ਇੱਕ ਇਨਸਾਨ ਨੂੰ ਤੁਹਾਡਾ ਜੋ ਸਰੀਰ ਆ ਉਹ ਸ਼ੇਕ ਕਰ ਰਿਹਾ ਹੈ, ਇੱਕ ਸ਼ੇਕ ਕਰ ਰਿਹਾ, ਤੁਹਾਡੇ ਹੱਥ ਸ਼ੇਕ ਕਰ ਰਹੇ ਆ, ਹਿਲ ਰਹੇ ਆ। ਬਹੁਤ ਚੀਜ਼ਾਂ ਨੂੰ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਘਰ ਦੇ ਵਿੱਚ ਇਹਨਾਂ ਸਾਰੇ ਗੱਲਾਂ ਨੂੰ ਕਿਸ ਤਰ੍ਹਾਂ ਹਾਲੇ ਕਰਨਾ, ਮੈਂ ਹਾਲੇ ਮਰਨ ਦੇ ਵਾਸਤੇ ਤਿਆਰ ਨਹੀਂ ਹਾਂ। ਕਿਹਨੇ ਕਿਹਾ ਕਿ ਤੁਸੀਂ ਮਰਨਾ ਆ? ਪਰਮੇਸ਼ਰ ਬਾਗੇ ਉਦਨ ਦੇ ਵਿੱਚ ਆਇਆ, ਆਦਮ ਨੇ ਪੁੱਛਿਆ, ਤੈਨੂੰ ਕਿਹਨੇ ਕਿਹਾ ਕਿ ਤੂੰ ਨੰਗਾ ਸੀ? ਕੁਝ ਲੋਕੀ ਸੋਚਦੇ ਆ ਕਿ ਉਹਨਾਂ ਨੂੰ ਮਰਨ ਦਾ ਸਮੇਂ ਆ ਗਿਆ। ਕਿਸਨੇ ਕਿਹਾ ਕਿ ਤੁਹਾਨੂੰ ਮਰਨ ਦਾ ਸਮੇਂ ਆ ਗਿਆ? ਹਰ ਇੱਕ ਦੁਸ਼ਮਣ ਦੇ ਝੂਠ ਨੂੰ ਮੈਂ ਉਹਦੇ ਖਿਲਾਫ ਆਉਣਾ ਹੈ ਜੋ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਹੈ। ਪਰਮੇਸ਼ਰ ਦਾ ਸ਼ਾਂਤੀ ਤੁਹਾਡੇ ਜੀਵਨ ਦੇ ਵਿੱਚ ਆਵੇ, ਉਸ ਨੂੰ ਰਿਸੀਵ ਕਰੀਏ। ਯੈਸ ਲਾਰਡ, ਮੈਂ ਬਹੁਤ ਸਾਰੀਆਂ ਗੱਲਾਂ ਨੂੰ ਦੇਖ ਰਿਹਾ ਜੋ ਕਿ ਕੁਝ ਨਾ ਪੜ੍ਹਨਾ ਚਾਹ ਰਿਹਾ ਅੱਗੇ। ਤੁਸੀਂ ਸੋਚ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਅੱਗੇ ਵਧਾਂ। ਪਰਮੇਸ਼ਰ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਸੋਹਣੀ ਤਿਤਲੀ ਦੇ ਵਿੱਚ ਬਦਲ ਰਿਹਾ ਹਾਂ। ਮੈਂ ਤੇਰੇ ਉੱਤੇ ਕੰਮ ਕਰ ਰਿਹਾ ਹਾਂ। ਸ਼ਾਂਤ ਰਹਿ ਔਰ ਜਾਣ ਜਾ ਕਿ ਮੈਂ ਪਰਮੇਸ਼ਰ ਹਾਂ। ਪਰਮੇਸ਼ਰ ਦੇ ਲੋਕ, ਮੈਨੂੰ ਤੁਹਾਡੀ ਸਿਚੁਏਸ਼ਨ ਨੂੰ ਬੁਲਾਉਣ ਦੀ ਲੋੜ ਨਹੀਂ। ਮੈਨੂੰ ਤੁਹਾਡੀ ਸਿਚੁਏਸ਼ਨ ਬੁਲਾਉਣ ਦੀ ਲੋੜ ਨਹੀਂ ਕਿ ਤੁਹਾਨੂੰ ਇਹ ਲੱਗੇ ਕਿ ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਅੰਦਰ ਆ। ਪਰਮੇਸ਼ਰ ਇੱਥੇ ਆ। ਮੈਂ ਤੁਹਾਡੇ ਤੇ ਬਰਕਤ ਬੋਲਣਾ ਮੰਗਦਾ ਹਾਂ। ਪ੍ਰਭੂ ਤੇਰਾ ਧੰਨਵਾਦ ਇਸ ਸੁੰਦਰ ਪਲ ਦੇ ਵਾਸਤੇ ਜੋ ਕਿ ਤੁਸੀਂ ਮੈਨੂੰ ਦਿੱਤਾ ਆਪਣੇ ਬੱਚਿਆਂ ਦੇ ਨਾਲ। ਇਹ ਐਕਸਪੈਕਟਡ ਨਹੀਂ ਸੀਗਾ, ਮੈਂ ਸੋਚਦਾ ਨਹੀਂ ਸੀਗਾ। ਤੁਸੀਂ ਸਾਨੂੰ ਸਰਪ੍ਰਾਈਜ਼ ਕਰਦੇ ਹੋ ਹਰ ਹਫਤੇ ਤੇ ਹਫਤੇ। ਮੈਂ ਸੁਣ ਰਿਹਾ ਕੋਈ ਕਹਿ ਰਿਹਾ ਕਿ ਮੇਰੀ ਕਦੀ ਸ਼ਾਦੀ ਹੋਵੇਗੀ। ਕਿਉਂ ਇਹ ਡਰਿਆ? ਮੈਨੂੰ ਇੱਕ ਜਵਾਨ ਲੜਕੀ ਦਿਖ ਰਹੀ ਆ। ਤੁਹਾਡੀ ਇੰਗੇਜਮੈਂਟ ਦੇ ਨਾਲ ਕੁਝ ਹੋਇਆ, ਤੁਹਾਡੀ ਮੰਗਣੀ ਟੁੱਟੀ ਗਈ। ਤੁਸੀਂ ਬਹੁਤ ਸਾਰੀ ਸੋਹਣੀਆਂ ਗੱਲਾਂ ਵਿੱਚ ਜਾ ਰਹੇ ਹੋ। ਜਿਹੜੇ ਆਤਮਿਕ ਆ ਉਹ ਇਹਨਾਂ ਗੱਲਾਂ ਨੂੰ ਸੁਣ ਸਕਣ। ਮੈਂ ਦੇਖ ਰਿਹਾ ਇੱਕ ਲੜਕੀ ਔਰ ਉਸਨੇ ਇੱਕ ਸੈਂਡਲ ਦੇ ਵਿੱਚ ਆਪਣੇ ਪੈਰਾਂ ਨੂੰ ਰੱਖਿਆ ਔਰ ਉਸਨੇ ਕਿਹਾ ਕਿ ਇਹਨਾਂ ਸੈਂਡਲਸ ਦੇ ਵਿੱਚ ਮੇਰੇ ਪੈਰ ਨਹੀਂ ਆਉਂਦੇ। ਔਰ ਉਸਨੇ ਉਸ ਸੈਂਡਲ ਦੇ ਵਿੱਚੋਂ ਉਹਨਾਂ ਪੈਰਾਂ ਨੂੰ ਕੱਢ ਲਿਆ ਔਰ ਉਹ ਸੋਨੇ ਦੇ ਸੈਂਡਲ ਸੀਗੇ। ਪਰਮੇਸ਼ਰ ਦਾ ਆਪਣਾ ਤਰੀਕਾ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ, ਹੌਸਲਾ ਦੇਣ ਦੇ ਵਾਸਤੇ। ਡਿਸਕਰੇਜ ਨਾ ਹੋਈਏ ਜੇ ਕਿ ਮੈਂ ਤੁਹਾਡੇ ਵਾਸਤੇ ਗੱਲ ਨਹੀਂ ਕੀਤੀ, ਲੇਕਿਨ ਜੋ ਕਿ ਆਪਣੇ ਆਪ ਨੂੰ ਬਹੁਤ ਹੀ ਛੋਟਾ ਮਹਿਸੂਸ ਕਰ ਰਿਹਾ ਹੈ, ਜੋ ਕਿ ਦੁਸ਼ਮਣ ਨੇ ਤੁਹਾਨੂੰ ਕਿਹਾ ਆ, ਤੁਸੀਂ ਉਸ ਪਰਮੇਸ਼ਰ ਨੂੰ ਜਾਣ ਜਾਈਏ ਕਿ ਜੋ ਤੁਹਾਡੇ ਨੂੰ ਜਾਣਦਾ ਹੈ। ਪਰਮੇਸ਼ਰ ਵਿੱਚ ਸ਼ਕਤੀ ਪਾਈਏ। ਮੈਂ ਤੁਹਾਡੇ ਪਰਿਵਾਰ ਦੇ ਵਾਸਤੇ ਪ੍ਰਾਰਥਨਾ ਕਰਨੀ ਮੰਗਦਾ ਹਾਂ। ਪ੍ਰਭੂ ਯਿਸੂ, ਪਰਮੇਸ਼ਰ ਦਾ ਰਹਿਮ ਤੁਹਾਡੇ ਸਾਰੇ ਪਰਿਵਾਰ ਨੂੰ ਢੱਕ ਦੇਵੇ। ਪਰਮੇਸ਼ਵਰ ਤੁਹਾਨੂੰ ਸੁਰੱਖਿਅਤ ਰੱਖੇ। ਪਰਮੇਸ਼ਵਰ ਦੀ ਦਇਆ ਤੁਹਾਡੇ ਉੱਤੇ ਦੁਗਣੀ ਚੌਗਣੀ ਹੋ ਜਾਵੇ ਪਵਿੱਤਰ ਆਤਮਾ ਦੇ ਦੁਆਰਾ। ਪਰਮੇਸ਼ਰ ਦਾ ਰਹਿਮ, ਪਰਮੇਸ਼ਰ ਦੀ ਸ਼ਾਂਤੀ ਦੁਗਣੀ ਤਿਗਣੀ ਚੌਗਣੀ ਹੋ ਜਾਵੇ। ਔਰ ਜਿੱਦਾਂ ਵੀ ਤੁਸੀਂ ਬੀਜਿਆ ਹੈ ਓਦਾਂ ਹੀ ਤੁਸੀਂ ਵੱਢੋ। ਔਰ ਤੁਸੀਂ ਜਾਣ ਜਾਓ ਕਿ ਸਾਡਾ ਪਰਮੇਸ਼ਵਰ ਦੁਆਵਾਂ ਦਾ ਉੱਤਰ ਦੇਣ ਵਾਲਾ ਪਰਮੇਸ਼ਵਰ ਆ। ਬਹੁਤ ਸਾਰੀਆਂ ਗਵਾਹੀਆਂ ਸਾਹਮਣੇ ਆਉਣ ਜਦੋਂ ਕਿ ਉਹ ਮੇਰੇ ਨਾਲ ਵਿਸ਼ਵਾਸ ਦੇ ਨਾਲ ਜੁੜੇ ਹੋਏ। ਯਿਸੂ ਮਸੀਹ ਦੇ ਜਲਾਲੀ ਨਾਮ ਦੇ ਵਿੱਚ ਮੇਰੀ ਆਵਾਜ਼ ਨੂੰ ਸੁਣੀਏ, ਮੇਰੀ ਆਵਾਜ਼ ਨੂੰ ਇਸਤੇਮਾਲ ਕਰੀਏ ਪ੍ਰਭੂ ਇਹਨਾਂ ਦੇ ਘਰਾਂ ਦੇ ਵਿੱਚ, ਕਿ
ਹਰ ਇੱਕ ਦੁਸ਼ਮਣ ਦੀ ਚਾਲ ਜੋ ਆ ਖਤਮ ਹੋ ਸਕੇ। Receive grace. ਕੋਈ ਕਿਚਨ ਦੇ ਵਿੱਚ ਖੜਾ ਆ ਇਸ ਵੇਲੇ, ਪਰਮੇਸ਼ਰ ਦੀ ਦਇਆ ਤੁਹਾਡੇ ਉੱਤੇ ਆ ਰਹੀ ਆ Jesus. ਯਿਸੂ ਮਸੀਹ ਦੇ ਨਾਮ ਦੇ ਵਿੱਚ। ਯਿਸੂ ਮਸੀਹ ਤੁਹਾਡੇ ਘਰ ਦੇ ਵਿੱਚ ਆ। Grace. ਪਰਮੇਸ਼ਰ ਦੀ ਦਇਆ ਤੁਹਾਡੇ ਘਰਾਂ ਦੇ ਵਿੱਚ ਆ। ਤੁਹਾਨੂੰ ਬਹੁਤ 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 ਬਰਕਤ ਮਿਲੇ। ਕੋਈ ਜਣਾ ਪਰਮੇਸ਼ਰ ਦਾ ਧੰਨਵਾਦ ਕਰੇ ਇਸ ਪਲ ਦੇ ਵਾਸਤੇ, ਔਰ ਧੰਨਵਾਦ ਕਰੇ ਕਿ ਜੋ ਅਸੀਂ ਪਰਮੇਸ਼ਰ ਦਾ ਧੰਨਵਾਦੀ ਹਾਂ। ਥੈਂਕ ਯੂ ਲਾਰਡ। ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੇਰਾ ਇਸ ਵਚਨ ਦੇ ਵਾਸਤੇ, ਤੇਰੀ ਨਜ਼ਦੀਕੀ ਦੇ ਵਾਸਤੇ ਪ੍ਰਭੂ, ਤੇਰੀ ਪ੍ਰਭੂ ਜੀ ਤੇਰੀ ਹਜ਼ੂਰੀ ਦੇ ਵਾਸਤੇ ਪ੍ਰਭੂ। ਕਿਸੇ ਨੂੰ ਬਰਕਤ ਮਿਲੀ ਆ, ਪਲੀਜ਼ ਸਾਨੂੰ ਦੱਸੀਏ ਕਿ ਤੁਸੀਂ ਕਿਸ ਤਰ੍ਹਾਂ ਬਰਕਤ ਪਾਈ ਹੈ। ਮੈਨੂੰ ਪਤਾ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਵਰ ਦਰਸ਼ਨ ਦੇਵੇਗਾ। ਜਿਸ ਤਰ੍ਹਾਂ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ, ਪਰਮੇਸ਼ਵਰ ਤੁਹਾਨੂੰ ਦਰਸ਼ਨ ਦੇਵੇਗਾ, ਤੁਹਾਡੇ ਨਾਲ ਇਨਕਾਊਂਟਰ ਕਰੇਗਾ। ਜਦੋਂ ਤੁਸੀਂ ਸੁਣ ਸਕੋਗੇ ਕਿ ਪਰਮੇਸ਼ਵਰ ਆਤਮਾ ਕੀ ਕਹਿੰਦਾ ਆ। ਇਹ ਯਾਤਰਾ ਆ। ਵੈਲਕਮ ਯਿਸੂ ਮਸੀਹ ਦੇ ਨਾਲ ਯਾਤਰਾ ਦੇ ਵਾਸਤੇ। ਜਦ ਤੱਕ ਕਰਕੇ ਅਸੀਂ ਤੁਹਾਨੂੰ ਦੁਬਾਰਾ ਨਹੀਂ ਦੇਖ ਸਕਦੇ, ਪਰਮੇਸ਼ਵਰ ਦੇ ਥੱਲੇ ਰਹੀਏ। ਆਮੀਨ। ਗॉड ब्लेस।